ਕਰਦੇ ਆ। ਸੋ ਇਹ ਸਾਰੇ ਪ੍ਰੋਗਰਾਮ ਲਈ ਸਾਨੂੰ ਸੋਹਣਾ ਹੁੰਗਾਰਾ ਮਿਲ ਰਿਹਾ ਦੋਸਤਾਂ ਵੱਲੋਂ। ਔਰ ਅੱਜ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਬਹੁਤ ਹੀ ਪਿਆਰੇ ਦੋਸਤ, ਸਾਡੇ ਆਪਣੇ, ਅਸੀਂ ਬਹੁਤ ਸਾਲ ਇਕੱਠਿਆਂ ਨੇ ਕੰਮ ਕੀਤਾ। ਗੁਰਸ਼ਰਨ ਭਾਜੀ ਨਾਲ ਮੈਂ ਜਦੋਂ 78 ਵਿੱਚ ਭਾਜੀ ਕੋਲ ਆਇਆ, ਗੁਰਸ਼ਰਨ ਭਾਜੀ ਕੋਲ, ਤੇ ਉਸ ਤੋਂ ਬਾਅਦ ਹੋਰ ਬਹੁਤ ਸਾਰੇ ਦੋਸਤ ਆਏ। ਫਿਰ ਮੇਰਾ ਖਿਆਲ ਹੈ ਕਿ 85 ਦੇ ਵਿੱਚ ਹੀਰਾ ਰੰਧਾਵਾ ਹੋਰੀ ਵੀ ਭਾਜੀ ਨੂੰ ਜੁਆਇਨ ਕਰ ਲਿਆ ਇਹਨਾਂ ਨੇ ਆ ਕੇ, ਤੇ ਉਦੋਂ ਵੀ ਅਸੀਂ ਇਕੱਠਿਆਂ ਨੇ ਬਹੁਤ ਸਾਲ ਕੰਮ ਕੀਤਾ। ਔਰ ਹੀਰਾ ਰੰਧਾਵਾ ਬਾਅਦ ਵਿੱਚ ਵੀ ਸਾਡੇ ਕੰਮ ਦੇ ਗਵਾਹ ਰਹੇ, ਅਸੀਂ ਇਹਨਾਂ ਦੇ ਕੰਮ ਦੇ ਗਵਾਹ ਰਹੇ। ਫਿਰ ਇਹ ਲੁਧਿਆਣੇ ਆਪਣੀ ਜੌਬ ਦੇ ਸਿਲਸਿਲੇ ਵਿੱਚ ਲੁਧਿਆਣੇ ਵਿੱਚ ਜੌਬ ਕਰਦੇ ਰਹੇ। ਅੰਮ੍ਰਿਤਸਰ ਤੋਂ ਉੱਥੇ ਬਦਲੀ ਹੋ ਗਈ, ਇਹਨਾਂ ਦੀ ਮੈਰਿਜ ਹੋਈ, ਇਹਨਾਂ ਦੀ ਬੇਟੀ ਰਾਬੀਆ। ਫਿਰ ਇਹ ਪਰਿਵਾਰ ਸਮੇਤ ਕੈਨੇਡਾ ਦੇ ਵਿੱਚ ਸ਼ਿਫਟ ਹੋ ਗਏ। ਉੱਥੇ ਇਹਨਾਂ ਨੇ ਆਪਣਾ ਜ਼ਿੰਦਗੀ ਦਾ ਸੰਘਰਸ਼ ਕੀਤਾ, ਨੌਕਰੀਆਂ ਕੀਤੀਆਂ, ਥੀਏਟਰ ਦਾ ਪਰ ਪੱਲਾ ਨਹੀਂ ਛੱਡਿਆ ਇਹਨਾਂ ਨੇ। ਇਹ ਇਹਨਾਂ ਦਾ ਬਹੁਤ ਖੂਬਸੂਰਤ ਪੁਆਇੰਟ ਰਿਹਾ ਕਿ ਗਾਏ ਬਗਾਏ ਜਿੰਨਾ ਵੀ ਇਹਨਾਂ ਨੂੰ ਵਕਤ ਮਿਲਿਆ ਇਹਨਾਂ ਨੇ ਥੀਏਟਰ ਕੀਤਾ। ਫਿਰ ਉਹ ਟਾਈਮ ਵੀ ਆਇਆ ਜਦੋਂ ਇਹਨਾਂ ਨੇ ਜਦੋਂ ਵੈਲ ਸੈੱਟ ਹੋ ਗਏ ਉੱਥੇ, ਤੇ ਇਹਨਾਂ ਨੇ ਲਗਾਤਾਰ ਥੀਏਟਰ ਵੀ ਕੀਤਾ। ਔਰ ਅਜੇ ਵੀ ਇਹਨਾਂ ਦਾ ਉਹ ਸਫ਼ਰ ਜਾਰੀ ਹੈ ਰੰਗਮੰਚ ਦਾ। ਔਰ ਹੁਣ ਵੀ ਜਦੋਂ ਮੈਂ ਰੰਧਾਵਾ ਸਾਹਿਬ ਤੁਹਾਨੂੰ ਪਹਿਲਾਂ ਤੇ ਬੇਟੀ ਦੇ ਜੌਬ ਦੀਆਂ ਮੁਬਾਰਕਾਂ ਰਾਬੀਆ ਦੀਆਂ, ਕਿ ਰਾਬੀਆ ਜਿਹੜੀ ਕਿ ਸਾਡੇ ਹੱਥਾਂ ਵਿੱਚ ਜੰਮੀ ਪੜੀ ਅੱਜ ਬਹੁਤ ਵੱਡੀ ਜੌਬ ਦੇ ਵਿੱਚ ਹੈ, ਉੱਥੇ ਬਹੁਤ ਖੂਬਸੂਰਤ ਉਹਨੇ ਨਾਮ ਕਮਾਇਆ, ਸੋਹਣੀ ਪੜ੍ਹਾਈ ਕੀਤੀ ਹੈ। ਸੋ ਦੀਆਂ ਮੁਬਾਰਕਾਂ ਤੁਹਾਨੂੰ ਰੰਧਾਵਾ, ਪੂਰੇ ਪਰਿਵਾਰ ਨੂੰ। ਤੇ ਇਹ ਜਿਹੜੇ ਇਹਨਾਂ ਦਾ ਸਫ਼ਰ ਰਿਹਾ ਦੋਸਤਾਂ ਦਾ, ਹੀਰਾ ਉਹਨਾਂ ਦੀ ਮਿਸਿਸ ਦਾ, ਰਾਬੀਆ ਦਾ, ਇਹਨਾਂ ਤਿੰਨਾਂ ਜਾਣਿਆਂ ਦਾ, ਆਪਾਂ ਉਹਦੇ ਬਾਰੇ ਗੱਲ ਕਰਾਂਗੇ। ਸੋ ਵੈਲਕਮ ਰੰਧਾਵਾ ਜੀ, ਜੀ ਆਇਆਂ ਨੂੰ ਦੋਸਤੋ। ਹੁਣ ਅਸੀਂ ਹੀਰਾ ਰੰਧਾਵਾ ਜੀ ਤੁਹਾਡੇ ਨਾਲ ਗੱਲਾਂ ਕਰਦੇ ਆ। ਸ਼ੁਰੂਆਤ ਆਪਾਂ ਜਿਵੇਂ ਕਿ ਉਦਾਂ ਗੱਲਾਂ ਕਰਦੇ ਹੁੰਦੇ ਆ ਵੀ ਚਲੋ ਕਿਸ ਤਰ੍ਹਾਂ ਸਫ਼ਰ ਦੀ ਸ਼ੁਰੂਆਤ ਰਹੀ। ਔਰ ਬਹੁਤ ਸਾਰੇ ਦੋਸਤ ਜਿਹੜੇ ਸਾਡੇ ਸੁਣਦੇ ਆ, ਵੇਖਦੇ ਇਸ ਪ੍ਰੋਗਰਾਮ ਨੂੰ, ਔਰ ਉਹ ਜਾਣਨਾ ਚਾਹਣਗੇ ਕਿ ਹੀਰਾ ਰੰਧਾਵਾ ਨੂੰ ਕੀ ਲੋੜ ਪੈ ਗਈ ਸੀ ਨਾਟਕ ਕਰਨ ਦੀ, ਇਹ ਸ਼ੌਕ ਉਹਨੂੰ ਕਿੱਥੋਂ ਜਾਗਿਆ? ਸਭ ਤੋਂ ਪਹਿਲਾਂ ਤੇ ਕੇਵਲ ਧਾਲੀਵਾਲ ਜੀ, ਮੈਂ ਧੰਨਵਾਦੀ ਹਾਂ ਤੁਹਾਡਾ ਤੇ ਪੰਜਾਬੀ ਸੰਗੀਤ ਨਾਟਕ ਅਕੈਡਮੀ ਦਾ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਕਿ ਆਪਣੇ ਮੈਂ ਦੋਸਤਾਂ ਦੇ, ਸਰੋਤਿਆਂ ਦੇ ਰੂਬਰੂ ਹੋਵਾਂ। ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਵੇਲੇ ਸਾਡੇ ਨਾਲ ਬਹੁਤ ਮਹਾਨ ਸ਼ਖਸੀਅਤਾਂ ਜੁੜੀਆਂ ਹੋਈਆਂ ਨੇ, ਜਿਨ੍ਹਾਂ ਤੋਂ ਡਾਕਟਰ ਐਸ.ਪੀ. ਸਿੰਘ, ਤਰਲੋਚਨ ਸਿੰਘ ਗੁਰਤੇਜ, ਡਾਕਟਰ ਜਸਵਿੰਦਰ ਸ਼ਰਮਾ ਤੇ ਰੈਡਮੀ, ਬਹੁਤ ਸਾਰੇ ਦੋਸਤ ਜਿਨ੍ਹਾਂ ਦੇ ਨਾਮ ਨਹੀਂ ਸਕਰੀਨ ਤੇ ਆ ਰਹੇ। ਬਹੁਤ ਚੰਗਾ ਲੱਗ ਰਿਹਾ। ਜਿੱਥੋਂ ਤੱਕ ਨਾਟਕ ਦੀ ਸ਼ੁਰੂਆਤ ਦੀ ਗੱਲ ਹੈ, ਸ਼ੁਰੂਆਤ ਮੇਰੀ ਅਸਲ ਦੇ ਵਿੱਚ ਪਿੰਡ ਦੀ ਰਾਮਲੀਲਾ ਹੋਈ ਸੀ, ਅਤੇ ਉਦੋਂ ਮੈਂ ਉੱਥੇ ਰਾਮਲੀਲਾ ਦੇ ਵਿੱਚ ਰੋਲ ਨਿੱਕੇ ਨਿੱਕੇ ਕਰਨੇ ਸ਼ੁਰੂ ਕੀਤੇ। ਸਾਡੇ ਪਿੰਡ ਵਿੱਚ ਰਾਮਾ ਕਲੱਬ ਨਾਂ ਦੀ ਇੱਕ ਬੜੀ ਵਧੀਆ ਕਲੱਬ ਬਣੀ ਸੀ ਉਦੋਂ। ਉਹ ਕਈ ਸਾਲ ਉੱਥੇ ਰਾਮਲੀਲਾ ਕਰਦੀ ਰਹੀ ਤੇ ਨਾਲ ਉਹ ਸਾਲ ਦੇ ਵਿੱਚ ਨਾਟਕ ਕਰਦੀ ਹੁੰਦੀ ਸੀ। ਸੋ ਮੈਂ ਪਹਿਲਾ ਨਾਟਕ ਜਿਹੜਾ ਆਪਣੇ ਪਿੰਡ ਵਿੱਚ ਕੀਤਾ ਸੀਗਾ, ਸ਼ਹੀਦ ਭਗਤ ਸਿੰਘ ਦੇ ਉੱਤੇ ਨਾਟਕ ਸੀਗਾ, ਤੇ ਉਹਦੇ ਬਚਪਨ ਦਾ ਮੈਂ ਰੋਲ ਕੀਤਾ ਸੀ। ਜਿਹੜਾ ਉਹ ਬੱਚਾ ਛੋਟਾ ਹੁੰਦਾ, ਸ਼ਹੀਦ ਭਗਤ ਸਿੰਘ ਜਦੋਂ ਛੋਟਾ ਸੀਗਾ ਤਾਂ ਆਪਣੇ ਪਿੰਡ ਵਿੱਚ ਲੀਕਾਂ ਮਾਰ ਰਿਹਾ ਜ਼ਮੀਨ ਦੇ ਉੱਤੇ, ਤੇ ਉਹਨੂੰ ਪੁੱਛਦੇ ਕੀ ਕਰ ਰਹੇ ਆ, ਤੇ ਉਹ ਕਹਿੰਦਾ ਮੈਂ ਦਮੂਕਾਂ ਬੀਜ ਰਿਹਾ ਹੈ, ਜਦੋਂ ਦਮੂਕਾਂ ਉੱਗਣਗੀਆਂ ਤੇ ਫਿਰ ਗੋਰਿਆਂ ਨੂੰ ਦੇਸ਼ ਚੋਂ ਕੱਢਾਂਗੇ। ਉਹ ਮੇਰੀ ਜ਼ਿੰਦਗੀ ਦਾ ਇੱਕ ਬੜਾ ਹੀ ਅਹਿਮ ਮਤਲਬ ਰੋਲ ਸੀ। ਮੈਨੂੰ ਅੱਜ ਵੀ ਚੇਤਾ ਨਿੱਕਾ ਜਿਹਾ ਹੁੰਦਾ, ਔਰ ਮੈਨੂੰ ਬੜੀ ਦਾਦ ਮਿਲੀ ਸੀ ਉਸ ਗੱਲ ਦੀ। ਉਸ ਤੋਂ ਬਾਅਦ ਮੈਂ ਜਦੋਂ ਅੰਮ੍ਰਿਤਸਰ ਦਾਖਲਾ ਲਿਆ, ITI ਦੇ ਵਿੱਚ ਪੜ੍ਹਦਾ ਸੀ ਮੈਂ, 1980 ਦੀ ਗੱਲ ਆ। ਉੱਥੇ ਪੰਜਾਬ ਸਟੂਡੈਂਟ ਯੂਨੀਅਨ ਬਣੀ ਹੋਈ ਸੀ, ਕਾਫੀ ਸਰਗਰਮ ਸੀਗੀ। ਉਹਨਾਂ ਨੇ ਕਾਲਜ ਦੇ ਵਿੱਚ, ਉਦੋਂ ਪ੍ਰਿੰਸੀਪਲ ਰੰਧਾਵਾ ਦਾ ਕਤਲ ਹੋ ਗਿਆ ਸੀਗਾ, ਤੇ ਇਹਨਾਂ ਭਾਜੀ ਗੁਰਸ਼ਰਨ ਦੇ ਡਰਾਮਿਆਂ ਦੇ ਕਰਾਉਣੇ ਆ, ਤੇ ਮੈਂ ਥੋੜਾ ਥੋੜਾ ਜਾਣਦਾ ਸੀਗਾ, ਮੈਨੂੰ ਨਾਂ ਸੁਣਿਆ ਹੋਇਆ ਸੀ, ਪਰ ਮੈਂ ਪ੍ਰਤੱਖ ਨਹੀਂ ਸੀ ਦੇਖਿਆ ਹੋਇਆ ਭਾਜੀ ਉਹਨਾਂ ਨੂੰ। ਉਦੋਂ ਫਿਰ ਇਹਨਾਂ ਨੇ PSU ਵਾਲਿਆਂ ਨੇ ਟੀਮ ਬੁਲਾਈ। ਮੈਨੂੰ ਚੇਤਾ ਹੈ ਕਿ 1980 ਵਿੱਚ ਮੈਂ ਕੇਵਲ ਧਾਲੀਵਾਲ ਜੀ ਤੁਹਾਨੂੰ ਮਿਲਿਆ ਸੀ, ਤੁਹਾਡੇ ਵੀ ਨਵੀਂ ਨਵੀਂ ਦਾੜੀ ਉੱਗ ਰਹੀ ਸੀਗੀ, ਤੇ ਉਦੋਂ ਸ਼ਾਇਦ ਮੋਹਨਜੀਤ ਨੇ ਪ੍ਰਿੰਸੀਪਲ ਰੰਧਾਵੇ ਦਾ ਰੋਲ ਕੀਤਾ ਸੀਗਾ। ਬਿਲਕੁਲ ਬਿਲਕੁਲ, ਮੋਹਨਜੀਤ ਐਕਟਰ ਸੀ ਸਾਡਾ। ਤੁਸੀਂ ਇੱਕ ਗੁੰਡੇ ਦਾ ਰੋਲ ਕੀਤਾ ਸੀਗਾ, ਤੇ ਤੁਹਾਨੂੰ ਕੁੜੀਆਂ ਨੂੰ ਤੁਸੀਂ ਛੇੜਦੇ ਸੀ, ਤੇ ਤੁਹਾਨੂੰ ਵਾਵਾ ਕੁੱਟ ਵੀ ਪਈ ਸੀ ਉਹ ਡਰਾਮੇ ਦੇ ਵਿੱਚ। ਸਾਡੇ ਲੋਕਲ ITI ਦੇ ਮੁੰਡਿਆਂ ਨੇ ਵਿੱਚ ਰੋਲ ਕੀਤਾ ਸੀ ਕੁੜੀਆਂ ਨੇ, ਤੇ ਉਹ ਬੜਾ ਚੰਗਾ ਲੱਗਾ ਸੀ। ਤੇ ਉਦੋਂ ਮੇਰੀ ਖਿੱਚ ਹੋਰ ਵਧੀ। ਉਦੋਂ ਮੇਰੇ ਬਿਲਕੁਲ ਦਾੜੀ ਨਹੀਂ ਸੀ ਆਈ, ਤੁਹਾਡੇ ਥੋੜੀ ਥੋੜੀ ਉੱਗ ਰਹੀ ਸੀਗੀ,
ਤੇ ਮੈਂ ਬਿਲਕੁਲ ਲੂਆਂ ਜਿਹਾ ਸਾਂ। ਤੇ ਮੈਂ ਫਿਰ ਉਹ ਸਾਡੇ ਕੁਲਦੀਪ ਧਾਲੀਵਾਲ ਸੀਗਾ, PSU ਦਾ ਜਨਰਲ ਸੈਕਟਰੀ ਉਦੋਂ ਹੁੰਦਾ ਸੀਗਾ ਉੱਥੇ। ਉਸ ਉਮਰ 'ਚ ਤੇ ਸਾਡੇ ਤੋਂ ਕਾਫੀ ਵੱਡੇ ਸੀਗੇ ਲੋਕ, ਕਿਉਂਕਿ ਉਹਨਾਂ ਨੂੰ ਪਾਰਟੀ ਨੇ ਕਾਲਜਾਂ ਵਿੱਚ ਹਮੇਸ਼ਾ ਦਾਖਲਾ ਦਵਾਈ ਰੱਖਣਾ ਹੁੰਦਾ ਤਾਂ ਕਿ ਸਾਡੀ ਪਾਰਟੀ ਦਾ ਕੰਮ ਚੱਲਦਾ ਰਹੇ। ਉਹਨੂੰ ਮੈਂ ਬੇਨਤੀ ਕੀਤੀ ਤੇ ਉਹ ਮੈਨੂੰ ਆਪਣੇ ਨਾਲ ਨਾ ਸਾਈਕਲ ਤੇ ਭਾਜੀ ਗੁਰਸ਼ਰਨ ਸਿੰਘ ਉਹਨਾਂ ਦੇ ਘਰ ਲੈ ਕੇ ਗਏ। 1980 ਦੀ ਗੱਲ ਹੈ, ਗੁਰੂ ਖਾਲਸਾ ਨਿਵਾਸ ਦੇ ਵਿੱਚ। ਉਦੋਂ ਭਾਜੀ ਸਾਨੂੰ ਨਹੀਂ ਮਿਲੇ, ਅਸੀਂ ਬੈਗ ਬੂ ਕੇ ਆ ਗਏ। ਭਾਬੀ ਜੀ ਨੇ ਪਾਣੀ ਪਿਆਇਆ ਸੀ, ਉਦੋਂ ਮੈਨੂੰ ਚੇਤਾ। ਫਿਰ ਉਹ 2 ਹਫ਼ਤੇ ਬਾਅਦ ਫਿਰ ਗਏ, ਫਿਰ ਭਾਜੀ ਨਹੀਂ ਮਿਲੇ, ਕਿਉਂਕਿ ਅਕਸਰ ਉਹ ਪਿੰਡਾਂ ਦੇ ਵਿੱਚ ਰਹਿੰਦੇ ਸੀਗੇ। ਉਦੋਂ ਮੇਰੇ ਖਿਆਲ ਜੌਬ ਅਜੇ ਛੱਡੀ ਨਹੀਂ ਸੀ ਉਹਨਾਂ ਨੇ, ਛੱਡ ਰਹੇ ਸੀ ਜਾਂ ਉਦੋਂ ਕਦੇ ਛੱਡੀ ਸੀ ਉਹਨਾਂ ਨੇ। ਫਿਰ ਮੁੜ ਕੇ ਤੀਸਰੀ ਵਾਰ ਗਏ, 3 ਵਾਰੀ ਸਾਡਾ ਮਤਲਬ ਨਹੀਂ ਗੱਲ ਬਣੀ। ਫਿਰ ਮੈਂ ਉੱਥੋਂ ਡਿਪਲੋਮਾ ਕਰਕੇ ਤੇ ਮੈਨੂੰ ਨੌਕਰੀ ਮਿਲ ਗਈ। ਨੌਕਰੀ ਮਿਲ ਗਈ ਮੈਨੂੰ ਮੋਗੇ। ਮੋਗੇ ਤੋਂ ਬਾਅਦ ਵਿੱਚ ਮੈਂ ਫਿਰ ਜਦੋਂ ਆਇਆ 1985 ਵਿੱਚ ਅੰਮ੍ਰਿਤਸਰ ਆਇਆ ਸੀਗਾ, ਮੇਰੀ ਵਾਪਸ ਬਦਲੀ ਇੱਥੇ ਹੋ ਗਈ। ਉੱਥੇ ਮੇਰਾ ਇੱਕ ਦੋਸਤ ਸੀ ਜੁਗਰਾਜ ਸਿੰਘ, ਮੇਰੇ ਨਾਲ ਕੰਮ ਕਰਦਾ। ਉਹਨੂੰ ਮੈਂ ਕਿਹਾ ਯਾਰ ਮੈਂ ਭਾਜੀ ਨਾਲ ਡਰਾਮੇ ਕਰਨੇ, ਮੈਨੂੰ ਬੜਾ ਸ਼ੌਕ ਆ। ਤੇ ਉਹ ਕਹਿੰਦਾ ਗੱਲ ਹੀ ਕੋਈ ਨਹੀਂ, ਆਂਦਾ ਮੇਰਾ ਦੋਸਤ ਯਾਰ ਉਹਨਾਂ ਨਾਲ ਨਾਟਕ ਕਰਦਾ। ਉਹ ਦੋਸਤ ਉਹਨਾਂ ਦਾ ਕੌਣ ਸੀਗਾ? ਪਰਮਜੀਤ ਪੰਮੀ ਭਾਜੀ, ਉਹ ਬੈਂਕ ਵਿੱਚ ਉੱਥੇ ਨੌਕਰੀ ਕਰਦੇ ਸੀਗੇ, ਪੁਤਲੀ ਘਰ, ਪੰਜਾਬ ਨੈਸ਼ਨਲ। ਉਹ ਮੈਨੂੰ ਉਹਨਾਂ ਕੋਲ ਲੈ ਗਏ। ਉਹ ਫਿਰ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ, ਤੂੰ ਪਰਸੋਂ ਨੂੰ ਆ ਜੀ। ਪਰਸੋਂ ਨੂੰ ਗਏ ਤੇ ਉਦੋਂ ਵੀ ਨਾ ਮੈਨੂੰ ਕੋਈ ਮਿਲਿਆ, ਹਨਾ। ਫਿਰ ਮੁੜ ਕੇ ਗਿਆ ਤੀਜੇ ਚੌਥੇ ਦਿਨ, ਫਿਰ ਮੈਨੂੰ ਉੱਥੇ ਛੱਤ ਦੇ ਉੱਤੇ ਸਤਿੰਦਰ ਸੋਨੀ ਹੋਣੀ ਮਿਲ ਪਏ। ਉਹ ਅੰਨੇ ਨਿਸ਼ਾਨਚੀ ਦੀ ਰਸਲ ਉਹਨਾਂ ਨੇ ਸ਼ੁਰੂ ਕੀਤੀ ਸੀ, ਅਜਮੇਰ ਔਲਖ ਹੋਣਾ ਦਾ ਨਾਟਕ ਸੀਗਾ। ਤੇ ਉੱਥੇ ਪਹਿਲੇ ਦਿਨ ਹਰਦੀਪ ਗਿੱਲ ਵੀ ਪਹਿਲਾ ਦਿਨ ਸੀ ਉਹਦਾ ਉੱਥੇ ਆਇਆ, ਤੇ ਸਾਡਾ ਇਕੱਠੇ ਟਾਕਰੇ ਵੀ ਉਸ ਦਿਨ ਹੋਏ ਤੇ ਅਸੀਂ ਉਹਦੀਆਂ ਰਸਲਾਂ ਕਰਦੇ ਰਹੇ। ਬਾਅਦ ਵਿੱਚ ਉਹ ਨਾਟਕ ਨਹੀਂ ਸੀ ਹੋਇਆ। ਫਿਰ ਨਾਟਕ ਉਹਦਾ ਬਚਿੱਤਰ ਸਿੰਘ ਸਾਡੇ ਨਾਲ ਨਰੰਗਾਬਾਦ ਦਾ, ਉਹਨੇ ਇੱਕ ਨਾਟਕ ਲਿਖਿਆ ਸੀ ਰੋਟੀ ਚੋਰ। ਉਹਦੇ ਵਿੱਚ ਫਿਰ ਮੈਂ ਪਹਿਲਾ ਨਾਟਕ ਉਹ ਸੀ ਮੇਰਾ, ਜਿਹਦੇ ਵਿੱਚ ਮੈਂ ਰੋਲ ਕੀਤਾ ਸੀਗਾ, ਭੂਮਿਕਾ ਨਿਭਾਈ। ਤੇ ਉਹਦੇ ਤੋਂ ਬਾਅਦ ਮੇਰਾ ਦੂਸਰਾ ਨਾਟਕ ਸੀਗਾ, ਉਹ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਦੇ ਹੇਠ ਸੀਗਾ, ਭੱਜੀਆਂ ਬਾਹੀਂ, ਅਬਰਾਮ ਸੰਧੂ ਹੋਣਾ ਦੀ ਕਹਾਣੀ ਦੇ ਉੱਤੇ ਸੀਗਾ। ਤੇ ਉਸ ਤੋਂ ਬਾਅਦ ਫਿਰ ਇਹਨਾਂ ਦਾ ਹੀ ਨਾਟਕ ਜਜ਼ਬਿਆਂ ਦੇ ਆਰ ਪਾਰ, ਟੁੱਟਦੇ ਰਿਸ਼ਤੇ, ਫਿਰ ਉਹ ਮੈਨੂੰ ਚੇਤਾ ਫੌਜਨ। ਇਸ ਤਰ੍ਹਾਂ ਮੇਰਾ ਸਫ਼ਰ ਸ਼ੁਰੂ ਹੋਇਆ ਸੀਗਾ। ਤੁਸੀਂ ਤੇ ਉਸ ਕਾਫਲੇ ਦੇ ਰਾਹੀ ਸੀ, ਮੇਰੇ ਤੋਂ ਕਾਫੀ ਅੱਗੇ ਤੁਰ ਰਹੇ ਸੀਗੇ, ਆਪਣੇ ਬਾਪੂ ਦੀ ਉਂਗਲ ਫੜ ਕੇ ਉਹਨਾਂ ਦੀ ਪੈੜ ਵਿੱਚ ਪੈੜ ਮਿਲਾਉਂਦੇ। ਪਰ ਮੇਰੀ ਉਂਗਲ ਉਹਨਾਂ ਨੇ ਉਦੋਂ 1986 ਵਿੱਚ ਫੜੀ ਸੀ, ਜਦ ਮੇਰਾ ਰੰਗਮੰਚ ਦੇ ਉੱਤੇ ਬਕਾਇਦਾ ਤੌਰ ਦੇ ਉੱਤੇ ਆਗਮਨ ਹੋਇਆ। ਜੀ ਕਿ ਹਾਂਜੀ ਹਾਂਜੀ ਰੰਧਾਵਾ, ਮੈਂ ਬਸ ਇਹ ਸੀ ਕਿ ਇਹ ਤੇ ਇੱਕ ਸ਼ੁਰੂਆਤ ਸੀਗੀ ਉਸ ਵੇਲੇ। ਫਿਰ ਮੈਂ ਇਹਦੇ ਵਿੱਚੋਂ ਮੈਂ ਬਸ, ਕਿਉਂਕਿ ਤਾਂ ਕਿ ਇਹ ਗੱਲ ਜਿਹੜੀ ਦੂਜੇ ਕਲਾਕਾਰਾਂ ਨਾਲ ਵੀ ਸ਼ੇਅਰ ਕਰੀਏ ਕਿ ਤੁਸੀਂ ਨੌਕਰੀ ਕਰਦਿਆਂ ਹੋਇਆਂ ਤੁਸੀਂ ਨਾਟਕ ਦਾ ਸਫ਼ਰ ਵੀ ਜਾਰੀ ਰੱਖਿਆ, ਪਰ ਇਹ ਤੁਸੀਂ ਨਾਟਕ ਦਾ ਫਿਰ ਪੱਲਾ ਨਹੀਂ ਛੱਡਿਆ। ਫਿਰ ਤੁਸੀਂ ਲੁਧਿਆਣਾ ਵੀ ਚਲੇ ਗਏ, ਤੁਸੀਂ ਆਪਣਾ ਥੀਏਟਰ ਗਰੁੱਪ ਵੀ ਉੱਥੇ ਬਣਾਇਆ। ਮੈਂ ਇਹ ਦੂਜੀ ਗੱਲ ਹੁਣ ਇਹ ਜਾਣਨੀ ਚਾਹੁੰਦਾ ਕਿ ਜਿਹੜਾ ਅੰਮ੍ਰਿਤਸਰ ਦਾ ਐਕਸਪੀਰੀਅੰਸ ਸੀਗਾ ਤੁਹਾਡੇ ਕੋਲ, ਗੁਰਸ਼ਰਨ ਭਾਜੀ ਦੇ ਨਾਲ ਕੰਮ ਕਰਨਾ, ਤੇ ਫਿਰ ਉਸ ਤੋਂ ਬਾਅਦ ਲੁਧਿਆਣੇ ਜਾ ਕੇ ਆਪਣਾ ਥੀਏਟਰ ਗਰੁੱਪ ਬਣਾ ਕੇ ਕੰਮ ਕਰਨਾ, ਇਹ ਐਕਸਪੀਰੀਅੰਸ ਦੇ ਵਿੱਚ ਕੀ ਫਰਕ ਸੀਗਾ ਦੋਵਾਂ ਦੇ ਵਿੱਚ? ਕਿਉਂਕਿ ਇਹੋ ਜਿਹੀਆਂ ਜ਼ਿੰਮੇਵਾਰੀਆਂ ਸੀ ਕਿ ਜਿਹੜੀਆਂ ਤੁਹਾਨੂੰ ਆਪ ਨੂੰ ਓਟਣੀਆਂ ਪਈਆਂ, ਜਿਹੜੀਆਂ ਪਹਿਲਾਂ ਨਹੀਂ ਸੀ ਤੁਹਾਡੇ ਕੋਲ। ਦੇਖੋ ਜੀ, ਅੰਮ੍ਰਿਤਸਰ ਜਦੋਂ ਹੁੰਦੇ ਸੀਗੇ ਉਦੋਂ ਇੱਕ ਥੀਏਟਰ ਮੂਵਮੈਂਟ ਚੱਲੀ ਸੀਗੀ, ਤੇ ਉਦੋਂ ਦਾਸਤਾਨੇ ਪੰਜਾਬ ਨਾਟਕ ਦੇ ਤੁਹਾਨੂੰ ਚੇਤਾ ਹੋਏਗਾ ਸ਼ੋਅ ਮਿਲੇ ਸੀਗੇ। ਹਾਂ, ਬਹੁਤ ਕੀਤੇ ਸੀ ਅਸੀਂ। ਉਦੋਂ ਫਿਰ ਉੱਥੇ 2 ਟੀਮਾਂ ਬਣੀਆਂ ਸੀ, ਏ ਟੀਮ ਤੇ ਬੀ ਟੀਮ। ਏ ਟੀਮ ਜਿਹੜੀ ਸੀ, ਜਿਹਦੇ ਵਿੱਚ ਤੁਸੀਂ ਮੇਨ ਹੁੰਦੇ ਸੀ 3-4 ਜਾਣੇ, ਤੇ ਉਹ ਤੁਸੀਂ ਉਹ ਜਿਹੜੇ ਸਰਕਾਰ ਵਾਲੇ ਥੀਏਟਰ ਮੂਵਮੈਂਟ ਵਾਲੇ ਸ਼ੋਅ ਕਰਦੇ ਹੁੰਦੇ ਸੀ। ਤੇ ਜਿਹੜੀ ਬੀ ਟੀਮ ਸੀ, ਜਿਹਨੂੰ ਤੁਸੀਂ ਏ ਟੀਮ ਵਾਲੇ ਭੂੰਡ ਟੀਮ ਕਹਿੰਦੇ ਹੁੰਦੇ ਸੀਗੇ, ਅਸੀਂ ਭੂੰਡ ਟੀਮ ਦੇ ਵਿੱਚ ਪਿੰਡਾਂ 'ਚ ਜਾ ਕੇ ਨਾਟਕ ਕਰਦੇ ਹੁੰਦੇ ਸੀ, ਤੁਹਾਨੂੰ ਜੇ ਚੇਤਾ ਹੋਵੇ ਤਾਂ। ਹਾਂ ਬਿਲਕੁਲ। ਉਹ ਬੜਾ ਕਮਾਲ ਦੇ ਦਿਨ ਸੀ। ਉਹਨਾਂ ਵਿੱਚ ਪੰਡਿਤ ਕਿਸ਼ਨ ਦਵੇਸਰ ਜੀ ਸਾਡੇ ਨਾਲ ਨਗਾੜਾ ਵਜਾਉਂਦੇ ਹੁੰਦੇ ਸੀ, ਗੁਲਸ਼ਨ ਹੁੰਦਾ ਸੀ, ਹੈਂਦਰੀ, ਗੁਲਸ਼ਨ ਦੀ ਵਾਈਫ ਰਿੰਪੀ ਹੁੰਦੀ ਸੀਗੀ, ਹਰਦੀਪ ਹੁੰਦੇ। ਅਸੀਂ ਜਦੋਂ 5 ਕਲਾਕਾਰ ਜਾਂਦੇ ਹੁੰਦੇ, ਬਦਲ ਬਦਲ ਕੇ ਕਈ ਵਾਰੀ ਜਾਣਾ, ਤੇ ਪਿੰਡਾਂ ਵਿੱਚ ਬੜਾ ਕਮਾਲ ਦਾ ਉਦੋਂ ਐਕਸਪੀਰੀਅੰਸ ਮਿਲਿਆ। ਤੁਹਾਨੂੰ ਪਤਾ ਉਹਨਾਂ ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਥੋੜਾ ਜਿਹਾ ਮੌਸਮ ਬਾਹਰ ਦਾ ਜਿਹੜਾ ਤੱਤਾ ਸੀਗਾ, ਉਹਨੇ ਤੱਤੀਆਂ ਹਵਾਵਾਂ ਚੱਲਦੀਆਂ ਸੀਗੀਆਂ, ਤੇ ਬੜੀ ਜਾਨ ਜੋਖਮ ਜੀ ਦੇ ਵਿੱਚ ਪਾ ਕੇ ਅਸੀਂ ਜਾਂਦੇ ਹੁੰਦੇ ਹਾਂ। ਪਿੰਡਾਂ 'ਚ ਕਈ ਲਾਈਟ ਨਹੀਂ ਆਉਂਦੀ, ਤੇ ਉਹ
ਗੈਸ ਹੁੰਦੇ ਜਿਹੜੇ ਉਹ ਮਿੱਟੀ ਦੇ ਤੇਲ ਵਾਲੇ, ਉਹ ਬਾਲਣੇ, ਲੈਂਪ ਜਿਹੜੇ, ਉਹਨਾਂ ਨੇ ਰੋਸ਼ਨੀ ਕਰਨੀ। ਤੇ ਰੇਹੜੀਆਂ ਕਈ ਵਾਰੀ ਜਿਹੜੇ ਪਿੰਡਾਂ 'ਚ ਥੜਾ ਨਹੀਂ ਸੀ ਹੁੰਦਾ, ਆਮ ਤੌਰ ਤੇ ਅਸੀਂ ਲੱਭ ਲੈਂਦੇ ਨੇ ਭਾਜੀ ਅੱਗੇ ਜਾ ਕੇ ਤੇ ਥੜਾ ਲੱਭ ਲੈਣਾ। ਤੇ ਜੇ ਉਹ ਨਾ ਲੱਭਣਾ ਤੇ ਫਿਰ ਉਹ ਕਿਸੇ ਦੀ ਰੇਹੜੀ, ਉਹਨੂੰ ਕਹਿਣਾ ਆਹ ਲੈ ਆਓ ਇੱਧਰ, ਤੇ ਉਹ ਰੇਹੜੀਆਂ ਇਕੱਠੀਆਂ ਕਰਕੇ ਉਹਨਾਂ ਨੇ, ਤੇ ਉਹਦੀ ਸਟੇਜ ਬਣ ਜਾਂਦੀ ਸੀ। ਉਹ ਕਈ ਵਾਰੀ ਸੱਟਾਂ ਵੀ ਸਾਡੇ ਬੜੀਆਂ ਲੱਗੀਆਂ। ਹਰਦੀਪ ਦੀ ਵੀ 1-2 ਵਾਰੀ ਉਹਦੀ ਲੱਤ ਜਿਹੜੀ ਸੀ ਉਹ ਨੁਕਸਾਨ ਪਹੁੰਚਾ ਸੀਗਾ। ਖੈਰ ਅਸੀਂ ਉਦੋਂ ਜੂਝਦੇ ਰਹੇ। ਤੁਹਾਨੂੰ ਪਤਾ ਹੋਵੇਗਾ ਉਦੋਂ ਜਿਹੜੇ ਪਿੰਡਾਂ 'ਚ ਸਪੀਕਰ ਲੱਗਦੇ ਹੁੰਦੇ ਸੀਗੇ ਗੋਲ ਜਿਹੇ, ਤੇ ਉਹਨਾਂ ਦੇ ਮਾਈਕ ਬੜੇ ਐਡੇ ਮੋਟੇ ਹੁੰਦੇ ਸੀਗੇ, ਤੇ ਉਹਨਾਂ ਨੇ ਕਈ ਡੰਡਿਆਂ ਨਾਲ ਬੱਧੇ ਹੁੰਦੇ, ਸਟੈਂਡ ਨਹੀਂ ਪਿੰਡਾਂ 'ਚ ਹੁੰਦੇ। ਤੇ ਅਸੀਂ ਉਹਦੇ 'ਚ ਜਦੋਂ ਬੋਲਦੇ ਹੁੰਦੇ ਸੀ, ਐਕਟਿੰਗ ਕਰਦੇ ਹੁੰਦੇ ਸੀਗੇ, ਤੇ ਉਹ ਅਸਲ 'ਚ ਤੁਹਾਨੂੰ ਜੇ ਚੇਤਾ ਹੋਵੇਗਾ, ਉਹ ਮਾਈਕ ਸਾਹ ਬੜਾ ਖਿੱਚਦੇ ਹੁੰਦੇ ਸੀਗੇ। ਇੱਕਦਮ ਸਾਹ ਆ ਗਿਆ ਨਾ, ਉਹ ਜਿੱਦਾਂ ਆਪਣੇ ਸਾਹ ਸੀਰਮੇ ਪੀ ਜਾਂਦਾ ਵਾ, ਜਿੱਦਾਂ ਕੋਈ ਮਾਈਕ ਕਿੱਦਾਂ ਲੱਗਦਾ। ਤਾਂ ਅਸੀਂ ਪਿੱਛੇ ਹੋ ਕੇ ਬੋਲਣਾ, ਤੇ ਭਾਜੀ ਦੇ ਨਾਟਕ ਚੱਲਦੇ ਦੇ ਦਰਮਿਆਨ ਹੀ ਉਹ ਸਾਡੀ ਧੌਣੋਂ ਫੜ ਕੇ ਇੱਥੇ ਬੋਲ, ਮੈਨੂੰ ਕੋਈ ਐਕਟਿੰਗ ਸ਼ੈਕਟਿੰਗ ਨਹੀਂ ਚਾਹੀਦੀ, ਮੈਨੂੰ ਆਹ ਬੋਲ ਦੱਸ, ਇੰਝ ਬੋਲ। ਉਹ ਮਤਲਬ ਇੱਕ ਅਲੌਕਿਕ ਜਿਹੜਾ ਤਜਰਬਾ ਸੀਗਾ। ਉਸ ਤੋਂ ਬਾਅਦ ਫਿਰ ਮੇਰੀ ਬਦਲੀ ਮੋਗੇ ਹੋ ਗਈ ਦੁਬਾਰਾ। ਪਹਿਲਾਂ ਮੈਂ ਮੋਗੇ ਸ਼ੁਰੂ ਕੀਤੀ ਸੀ ਨੌਕਰੀ। ਉੱਥੇ ਪੰਜਾਬ ਕਲਾ ਮੰਚ ਬੁੱਗੀਪੁਰਾ, ਪਰਮਜੀਤ ਗਿੱਲ ਜੋ ਅੱਜ ਕੱਲ ਐਡਮਿੰਟਨ ਉੱਥੇ ਵੀ ਥੀਏਟਰ ਕਰ ਰਹੇ ਨੇ, ਉਹਨਾਂ ਦੀ ਟੀਮ ਵਿੱਚ ਮੈਂ ਜਾਣੀ ਕਿ ਨਾਟਕ ਕੀਤੇ। ਉੱਥੇ ਕਾਫੀ ਸਰਗਰਮ ਰਹੇ। ਔਰ ਜਿਹੜਾ ਕਈ ਵਾਰੀ ਨਾ ਨਾਟਕ ਜਦੋਂ ਤੁਹਾਡਾ ਸਫ਼ਰ ਚੱਲਦਾ ਤਾਂ ਕਈ ਪੜਾਅ ਹੁੰਦੇ ਆ, ਕੁਝ ਚੀਜ਼ਾਂ ਤੁਹਾਨੂੰ ਬੜੀਆਂ ਯਾਦ ਰਹਿੰਦੀਆਂ ਨੇ। ਇੱਕ ਵਾਰੀ ਤੁਹਾਨੂੰ ਵੀ ਚੇਤਾ ਹੋਏਗਾ, 1987 ਦੀ ਗੱਲ ਆ, ਪ੍ਰੀਤ ਲੜੀ ਵਿੱਚ ਕਹਾਣੀ ਛਪੀ ਸੀ ਕਲਾਨ ਸਰਵਮੀਤ ਦੀ। ਹਾਂ ਬਿਲਕੁਲ। ਅਸੀਂ ਉੱਥੇ ਅੰਮ੍ਰਿਤਸਰ ਗੁਰੂ ਖਾਲਸਾ ਨਿਵਾਸ ਦੇ ਉੱਤੇ ਰਸਲਾਂ ਲਈ ਇਕੱਠੇ ਹੋਏ ਸੀਗੇ, ਤੇ ਭਾਜੀ ਦੇ ਹੱਥ ਵਿੱਚ ਰਸਾਲਾ ਪੜਿਆ, ਤੇ ਉੱਥੇ ਸਾਰੇ ਜਾਣੇ 8-10 ਜਾਣੇ ਸੀ, ਤੁਸੀਂ ਵੀ ਸੀ ਨਾਲ, ਸਾਰੇ ਸਾਂਗੀ ਹੋਣੀ, ਹਰਦੀਪ ਸੁਖਦੇਵ ਹੋਣੀ। ਤੇ ਭਾਜੀ ਉਹਦੇ ਵਿੱਚੋਂ ਸਾਰਿਆਂ ਨੂੰ ਨਾ ਡਾਇਲੌਗ ਸੁਣਾਇਆ, ਕਹਿੰਦੇ ਵੀ ਇਹਨੂੰ ਬੋਲ ਕੇ ਦੱਸ। ਉਹ ਸਾਰਿਆਂ ਨੇ ਬੋਲੇ, ਤੇ ਉਹ ਨਹੀਂ ਇਹ ਤੂੰ ਬੋਲ। ਜਦੋਂ ਮੈਨੂੰ ਕਿਹਾ, ਉਹਨਾਂ ਨੂੰ ਮੇਰੀ ਉਹ ਆਵਾਜ਼ ਚੰਗੀ ਲੱਗੀ। ਉਹ ਛਿੱਬੂ ਸਾਂਸੀ ਵਾਲੀ ਜਿਹੜੀ ਆਵਾਜ਼ ਸੀਗੀ, ਨਵਾਂ ਜਨਮ ਫਿਰ ਭਾਜੀ ਨੇ ਉਸ ਨਾਟਕ ਲਿਖਿਆ ਸੀ, ਤੇ ਉਹ ਛਿੱਬੂ ਦਾ ਕਿਰਦਾਰ ਮੈਨੂੰ ਦਿੱਤਾ ਸੀਗਾ। ਉਹ ਮੇਰਾ ਜਿਹੜਾ ਕਿਰਦਾਰ ਸੀਗਾ, ਉਹ ਮੇਰੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਗਿਆ। ਥੀਏਟ੍ਰਿਕਲ ਜ਼ਿੰਦਗੀ, ਰੰਗਮੰਚ ਦੀ ਜਿਹੜਾ ਸਫ਼ਰ ਉਹਦੇ ਉੱਤੇ, ਔਰ ਮੈਨੂੰ ਬਹੁਤ ਕਮਾਲ ਦਾ ਲੱਗਾ ਸੀ, ਤੇ ਮੈਨੂੰ ਅੱਜ ਵੀ ਚੇਤਾ ਆ, ਔਰ ਉਹ ਮੇਰੇ ਚੇਤਿਆਂ 'ਚ ਹਮੇਸ਼ਾ ਹੀ ਰਹੇਗਾ। ਔਰ ਭਾਜੀ, ਔਰ ਵੱਡੀ ਗੱਲ ਇਹ ਸੀ ਕਿ ਉਹਦੇ ਤੋਂ ਭਾਜੀ ਬੜੇ ਖੁਸ਼ ਹੋਏ ਸੀ ਉਸ ਕਿਰਦਾਰ ਤੋਂ, ਕਿ ਇਹਨੇ ਬਹੁਤ ਵਧੀਆ ਕੀਤਾ ਹੈ। ਤੇ ਉਹੀ ਕਿਰਦਾਰ ਜਦੋਂ ਅਸੀਂ ਪਿੰਡਾਂ 'ਚ ਕਰਨ ਗਏ, ਉੱਥੇ ਰਸਲਾਂ ਤੇ ਅਸੀਂ ਕਰ ਲਈਆਂ ਅੰਮ੍ਰਿਤਸਰ। ਤੇ ਅਕਸਰ ਇਹ ਹੁੰਦਾ ਸੀਗਾ ਕਿ ਸਕ੍ਰਿਪਟਾਂ ਸਾਨੂੰ ਜਦੋਂ ਕਾਰ 'ਚ ਬੈਠੇ ਹੁੰਦੇ ਸੀਗੇ, ਆਪਾਂ ਬਹਿਨੇ ਹੁੰਦੇ ਹਾਂ, ਘਰੋਂ ਤੁਰਦੇ ਹੁੰਦੇ ਸੀ ਬੈਗ ਲੈ ਕੇ, ਤੇ ਉਦੋਂ ਦਿੰਦੇ ਲਓ ਯਾਦ ਕਰ ਲਓ। ਤੇ ਉਹ ਮੈਂ ਮੰਨ ਲਿਆ, ਯਾਦ ਕਰ ਲਿਆ, ਵਧੀਆ। ਆਪਣੇ ਆਪ ਮੈਂ ਆਪਣੇ ਕਮਰੇ ਦੇ ਵਿੱਚ ਰਹਿੰਦੇ ਹੁੰਦੇ ਹਾਂ, ਤੇ ਉਦੋਂ ਆਪਣੇ ਆਪ ਹੀ ਮੈਂ ਰਿਹਰਸਲ ਕਰ ਲੈਣੀ ਸ਼ੀਸ਼ੇ ਵਿੱਚ ਵੇਖ ਕੇ, ਬੜਾ ਕੁਛ। ਤੇ ਉਹ ਉੱਥੇ ਜਾ ਕੇ ਤੇ ਨਾਟਕ ਬੜਾ ਛਾਇਆ। ਇੱਧਰ ਸੰਗਰੂਰ ਵੱਲ ਸੀ, ਤੇ ਮੇਰਾ ਖਿਆਲ ਹੈ ਵੀ 3-4 ਹਜ਼ਾਰ ਅੱਗੇ ਲੋਕ ਬੈਠੇ, ਆਮ ਇੰਨੇ ਹੁੰਦੇ ਸੀ ਭਾਜੀ ਜਿੱਥੇ ਨਾਟਕ ਕਰਦੇ ਹੁੰਦੇ ਸੀ। ਮੈਂ ਬੜਾ ਖੁਸ਼, ਮੈਂ ਦਾੜੀ ਨੂੰ ਰੰਗ ਸਿੰਘ ਉਹ ਚਿੱਟਾ ਜਿਹਾ ਕਰਨਾ ਹੁੰਦਾ ਸੀ ਉਦੋਂ। ਤੇ ਇੱਕ ਹੋਰ ਨਾਟਕ ਅਸੀਂ ਕੀਤਾ, ਇੱਕ ਹੋਰ 3-4 ਨਾਟਕਾਂ ਦਾ ਇੱਕ ਹੁੰਦੀ ਸੀਗੀ ਪੂਰੀ ਲੜੀ, ਤੇ ਉਹ ਜਿਹੜੀ ਹਰ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਕਰਦੇ ਹੁੰਦੇ। ਮੈਂ ਜੋ ਪਿੱਛੇ ਗ੍ਰੀਨ ਰੂਮ 'ਚ ਤੇ ਪਿਛਲੇ ਪਾਸੇ ਮੈਂ ਦਾੜੀ ਧੋ ਰਿਹਾ ਸੀ, ਤੇ ਭਾਜੀ ਪਿੱਛੇ ਆਏ, ਉਹ ਕਹਿੰਦੇ ਰੰਧਾਵਾ ਕਿੱਥੇ ਆ? ਮੈਂ ਬੜਾ ਖੁਸ਼, ਮੇਰੇ ਕੰਨੀ ਪਈ, ਮੈਂ ਲੈ ਵੀ ਸ਼ਾਬਾਸ਼ੀ ਮਿਲਣੀ, ਕਮਾਲ ਕਰੋ ਵੀ ਬਾਪੂ ਦੀ ਅੱਜ ਤੇ ਸ਼ਾਬਾਸ਼ੀ ਮਿਲਣੀ, ਨਹੀਂ ਤੇ ਆਪ ਤਾਂ ਹੂਰੇ ਹੋ ਰਹੇ ਤੇ ਮਾਰ ਹੀ ਲੈਂਦੇ ਹੁੰਦੇ। ਤੇ ਉਹ ਮੈਨੂੰ ਅਜੇ ਸ਼ੁਰੂ ਕਰਨ ਲੱਗੇ, ਉਹ ਇੰਝ ਸੀਗਾ, ਤੂੰ ਕੀਤਾ ਬੜਾ ਕੀਤਾ, ਇਹ ਉਹ ਲੀੜੇ ਕਿੰਝ ਲੈ ਗਿਆ ਸੀ ਪਿੱਛੇ, ਉਹ ਜਿੱਦਾਂ ਧੋਬੀ ਹੁੰਦਾ ਆ, ਉਹਨਾਂ ਦਾ ਮਗਰ ਮਾਰਿਆ, ਮਗਰ ਪਿੱਛੇ ਪਾਏ ਸੀ, ਇੰਝ ਸੁੱਟ ਦਿੱਤੇ ਜਿੱਦਾਂ ਧੋਬੀ ਦੇ ਜਾਣਾ, ਉਹ ਇੰਝ ਖਿਲਾਰਨੇ ਸੀ। ਉਹ ਨਾਟਕ ਬੜਾ ਛਾਇਆ ਸੀਗਾ, ਔਰ ਮੈਂ ਸ਼ਾਬਾਸ਼ੀ ਡੀਕਦਾ ਸੀ, ਮੈਨੂੰ ਪ੍ਰਸ਼ਾਦ ਏਦਾਂ ਦਾ ਮਿਲ ਗਿਆ। ਉਹ ਫਿਰ ਬਾਅਦ ਵਿੱਚ ਮੈਨੂੰ ਪਤਾ ਲੱਗਾ ਕੱਲਾ ਕੱਢ ਕੇ, ਉਹ ਮੈਨੂੰ ਕਦੀ ਵੀ ਨਹੀਂ ਦੱਸਿਆ ਭਾਜੀ ਨੇ, ਪਰ ਮੈਂ ਆਪਣੇ ਹਿਸਾਬ ਨਾਲ ਜਿੱਦਾਂ ਉੱਥੇ ਨਿਭਾ ਦਿੱਤਾ। ਪਰ ਉਹ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ, ਅੱਜ ਵੀ ਮੈਨੂੰ ਕੀਤਾ ਆ, ਉਹ ਦਿਨ ਨਹੀਂ ਭੁੱਲਦੇ ਹਨਾ। ਫਿਰ ਉਸ ਤੋਂ ਬਾਅਦ ਕਈ ਹੋਰ ਇਸ ਤਰ੍ਹਾਂ ਦੇ ਜ਼ਿੰਦਗੀ 'ਚ ਮਕਾਮ ਆਏ। ਇੱਕ ਵਾਰੀ ਜਦੋਂ ਗਵਰਨਰੀ ਰਾਜ ਲੱਗਾ ਸੀ, ਤੁਹਾਨੂੰ ਚੇਤਾ ਹੋਵੇਗਾ, ਉਦੋਂ ਬਿਲਕੁਲ ਗਵਰਨਰ ਰੇ ਦਾ ਸੀਗਾ ਉਦੋਂ।
ਭਾਜੀ ਨੇ ਰੁਬੇਰੋ ਉਦੋਂ ਆਇਆ ਸੀਗਾ ਤੇ ਭਾਜੀ ਨੇ ਨਾਟਕ ਲਿਖਿਆ ਕਿ ਰਾਜ ਸਾਹਿਬਾਨ ਸਾਹਿਬਾਨ। ਉਹ ਨਾਟਕ ਅਮਲੀ ਦਾ ਕਿਰਦਾਰ ਆ ਆਲਾ ਸਿੰਘ ਦਾ, ਉਹ ਮੈਨੂੰ ਕਦੇ ਨਹੀਂ ਭੁੱਲਦਾ ਜਿਹੜਾ ਮੈਂ ਨਿਭਾਇਆ ਸੀ। ਉਹ ਚੰਡੀਗੜ੍ਹ ਵਿੱਚ ਕ੍ਰਿਡ ਜਿਹੜਾ ਹੈ ਉਹਦੀ ਸਟੇਜ ਦੇ ਉੱਤੇ ਕੀਤਾ। ਤੁਸੀਂ ਉਹਦੇ ਚ ਉਹਦਾ ਕੀਤਾ ਸੀ ਬਾਬੇ ਦਾ ਰੋਲ, ਉਹਦੇ ਚ ਕੀ ਦਾ ਰੋਲ। ਔਰ ਜਿਹੜਾ ਉਦੋਂ ਮੈਨੂੰ ਮੇਰੇ ਬੜੇ ਗੰਦੇ ਜਿਹੇ ਕੱਪੜੇ ਪਾਏ ਤੇ ਬੜਾ ਛਾਇਆ ਸੀ। ਈਵਨ ਬੁੱਧੀਜੀਵੀਆਂ ਤੇ ਵੱਡੇ ਵੱਡੇ ਬੰਦਿਆਂ ਨੇ ਮੈਨੂੰ ਮਤਲਬ ਚੁੱਕ ਕੇ ਗੁੱਛੜ ਚੁੱਕ ਕੇ ਤੇ ਮੇਰੇ ਨਾਲ ਜਿਹੜਾ ਪਿਆਰ ਮੈਨੂੰ ਮਿਲਿਆ ਸੀ। ਕੁਝ ਜ਼ਿੰਦਗੀ ਚ ਇੰਨੀਆਂ ਇਹੋ ਜਿਹੀਆਂ ਭੂਮਿਕਾਵਾਂ ਹੁੰਦੀਆਂ ਜਿਹੜੀਆਂ ਤੁਹਾਨੂੰ ਸਾਰੀ ਜ਼ਿੰਦਗੀ ਚੇਤੇ ਰਹਿੰਦੀਆਂ। ਬਿਲਕੁਲ ਬਿਲਕੁਲ ਇਸ ਤਰ੍ਹਾਂ ਦਾ ਸਫ਼ਰ ਸੀਗਾ। ਫਿਰ 1988 ਦੇ ਵਿੱਚ ਅਖੀਰ ਦੇ ਵਿੱਚ ਮੈਂ ਲੁਧਿਆਣੇ ਆ ਗਿਆ ਸੀਗਾ ਤੇ ਭਾਜੀ ਉਦੋਂ ਮੂਵ ਹੋ ਗਏ ਸੀਗੇ ਚੰਡੀਗੜ੍ਹ। ਫਿਰ ਉੱਥੋਂ 15 ਪੈਸੇ ਵਾਲਾ ਖੱਤ ਲਿਖਦੇ ਹੁੰਦੇ ਸੀਗੇ ਕਿ ਫਲਾਣਾ ਫਲਾਣੇ ਥਾਂ ਤੇ ਚੱਲੇਗਾ ਤੇ ਉਹ ਇਸ ਬੱਸ ਸਟਾਪ ਦੇ ਉੱਤੇ ਅਸੀਂ ਇਕੱਠੇ ਹੋਵਾਂਗੇ ਤੇ ਉੱਥੋਂ ਫਿਰ ਫਲਾਣੇ ਪਿੰਡ ਵੱਲ ਜਾਵਾਂਗੇ। ਏਦਾਂ ਸਫ਼ਰ ਚੱਲਦਾ ਹੁੰਦਾ ਸੀਗਾ। ਉਦੋਂ ਮੈਂ ਵੀ ਮਤਲਬ ਇਕੱਲਾ ਹੀ ਹੁੰਦਾ ਸੀ ਛੜਾ ਮਲੰਗ। ਤੇ ਉਦੋਂ ਇਹ ਸੁਖਦੇਵ ਪ੍ਰੀਤ, ਹਰਦੀਪ ਗਿੱਲ, ਸਾਂਗੀ ਤੇ ਬਾਅਦ ਸਰਮਜੀਤ ਵਿੱਚ ਇਹ ਸਾਰੇ ਮੇਰੇ ਕੋਲ ਰਹਿੰਦੇ ਹੁੰਦੇ ਸੀਗੇ। ਤੇ ਮੈਂ ਆਪਣੀ ਇਕੱਲਤਾ ਦੂਰ ਕਰਨ ਚੱਲ ਮੇਰੇ ਕੋਲ ਦੋਸਤ ਰਹਿ ਰਹੇ ਆ। ਕੁਝ ਇੰਨੇ ਪੈਸੇ ਸਾਨੂੰ ਉਦੋਂ ਸਟਾਰਟਿੰਗ ਮੇਰੇ 35 ਰੁਪਈਆਂ ਚ ਹੋਈ ਸੀ। ਉਦੋਂ 25 ਰੁਪਏ ਉਦੋਂ ਮਿਲੇ ਸੀ ਮੈਨੂੰ ਪਹਿਲੀ ਵਾਰੀ ਜਦੋਂ ਨਾਟਕ ਕਰਨ ਦੇ ਬਾਅਦ 35 ਹੋ ਗਏ ਤੇ ਥੀਏਟਰ ਮੂਵਮੈਂਟ ਚ 50 ਮਿਲਣ ਲੱਗ ਪਏ। ਉਹ ਬੜਾ ਇੱਕ ਵਧੀਆ ਇੱਕ ਸਫ਼ਰ ਸੀ। ਤੇ ਉਦੋਂ ਫਿਰ ਅਸੀਂ ਉੱਥੋਂ ਜਾਂਦੇ ਹੁੰਦੇ ਸੀਗੇ ਲੁਧਿਆਣੇ ਤੋਂ ਨਾਟਕ ਕਰਨ। ਫਿਰ ਮੈਨੂੰ ਲੱਗਾ ਕਿ ਲੁਧਿਆਣੇ ਦੇ ਵਿੱਚ ਕੋਈ ਸਰਗਰਮ ਰੰਗਮੰਚ ਨਹੀਂ ਹੋ ਰਿਹਾ। ਪਰ ਭਾਰਤ ਟਵਾਣਾ ਤੋਂ ਬਾਅਦ ਉੱਥੇ ਇੱਕ ਖੜੋਤ ਜੀ ਮਹਿਸੂਸ ਕੀਤੀ ਸੀ। ਮੈਂ ਆਪਾਂ ਪੜ੍ਹਦੇ ਤੇ ਰਹਿੰਦੇ ਸੀ, ਮੰਚਨ ਵੀ ਛਾਪਦਾ ਹੁੰਦਾ ਸੀ, ਹੋਰ ਸਾਰੇ ਜਿਹੜੇ ਥੀਏਟਰ ਨਾਲ ਵਾਪਸਤਾ ਖਬਰਾਂ ਸਾਡੇ ਕੋਲ। ਫਿਰ ਉੱਥੇ ਮੈਂ ਗੁਲਸ਼ਨ ਤੇ ਮੁੱਲਾਂਪੁਰ ਵਾਲੇ ਰਜੀਤ ਸ਼ਰਮਾ ਜਿਹੜਾ ਫਿਲਮ ਡਾਇਰੈਕਟਰ ਅੱਜ ਕੱਲ੍ਹ, ਉਹ ਤੇ ਸੁਰਿੰਦਰ ਸ਼ਰਮਾ, ਅਸੀਂ ਇੱਕ ਜਗ੍ਹਾ ਤੇ ਨਾ ਨਾਟਕ ਕਰਕੇ ਆਏ ਸੀ ਪਿੰਡ ਦੇ ਵਿੱਚ। ਤੇ ਉੱਥੇ ਲੁਧਿਆਣੇ ਇੱਕ ਕਲਾ ਸਮ੍ਰਿਤੀ ਸੰਸਥਾ ਵਾ, ਇਹ 1988 ਦੀ ਗੱਲ ਹੈ। ਉਹ ਮੁਕਾਬਲੇ ਕਰਾਉਂਦੀ ਹੁੰਦੀ ਸੀ ਨਾਟਕਾਂ ਦੇ। ਤੇ ਅਸੀਂ ਉਹ ਮੈਲੇ ਦੇ ਬੈਗ ਚੁੱਕੇ, ਅਸੀਂ ਜੋ ਬੰਦਿਆਂ ਨੇ ਕਿ ਚੱਲ ਯਾਰ ਅੱਜ ਮੁਕਾਬਲੇ 'ਚ ਹਿੱਸਾ ਲੈਂਦੇ ਆ। ਅਸੀਂ ਉਹ ਫਾਰਮ ਜਿਹਾ ਭਰ ਦਿੱਤਾ ਤੇ ਉਹ ਨਵਾਂ ਜਨਮ ਅਸੀਂ ਨਾਟਕ ਉੱਥੇ ਕੀਤਾ। ਤੇ ਮੇਰਾ ਡਾਇਰੈਕਟਰ ਦੇ ਤੌਰ ਦੇ ਉੱਥੇ ਨਾਂ ਜਿਹੜਾ ਮੈਂ ਲਿਖ ਲਿਆ ਮੇਰਾ, ਉਹਨਾਂ ਨੇ ਚੱਲ ਇਹ ਤੂੰ ਯਾਰ ਤੂੰ ਡਾਇਰੈਕਟਰ ਤੂੰ ਅੱਜ ਤੋਂ ਬਾਅਦ। ਉਹ ਫਿਰ ਸਾਡਾ ਨਾਟਕ ਜਿਹੜਾ ਸੀਗਾ ਉਹ ਉੱਥੇ 10-12 ਟੀਮਾਂ ਨੇ ਕੀਤਾ ਸੀਗਾ ਪਾਰਟੀਸਪੇਟ। ਉਹਦੇ ਵਿੱਚ ਸਾਰਿਆਂ ਦੇ ਵਿੱਚੋਂ ਜਿਹੜਾ ਓਵਰਆਲ ਐਕਟਰ ਸੀਗਾ ਛਿੱਬੂ, ਉਹ ਫਸਟ ਆਇਆ ਸੀ ਸਾਰੀਆਂ ਟੀਮਾਂ ਦੇ ਵਿੱਚੋਂ। ਤੇ ਸਾਡੀ ਟੀਮ ਦੇ 2-3 ਇਨਾਮ ਜੇ ਆ ਗਏ ਤੇ ਬੜਾ ਚੰਗਾ ਲੱਗਾ। ਉਦੋਂ ਫਿਰ ਅਸੀਂ ਫੈਸਲਾ ਕੀਤਾ ਕਿ ਉੱਥੇ ਇੱਕ ਟੀਮ ਬਣਾਈ ਜਾਵੇ ਲੁਧਿਆਣੇ। ਫਿਰ ਆਰਟ ਥੀਏਟਰ ਲੁਧਿਆਣਾ ਦੀ ਸ਼ੁਰੂਆਤ ਉਦੋਂ ਹੋਈ ਸੀ ਲੁਧਿਆਣੇ ਦੇ ਵਿੱਚ। ਫਿਰ ਉਹਦੇ ਵਿੱਚ ਨਾਲ ਸਾਡੇ ਬਹੁਤ ਸਾਰੇ ਸਾਥੀ ਜੁੜਦੇ ਗਏ। ਸਾਡੇ ਨਾਲ ਇਸ ਵੇਲੇ ਤਰਲੋਚਨ ਹੋਣੀ ਜੁੜੇ ਨੇ, ਇਹਨਾਂ ਨੇ ਵੀ ਬੜਾ ਲੰਮਾ ਸਮਾਂ ਸਾਡੇ ਨਾਲ ਆਰਟ ਥੀਏਟਰ ਲੁਧਿਆਣਾ ਦੀ ਛਤਰ ਛਾਇਆ ਹੇਠ ਅਸੀਂ ਇਕੱਠਿਆਂ ਨੇ ਕੰਮ ਕੀਤਾ ਬਹੁਤ ਲੰਮਾ ਸਮਾਂ। ਸੋ ਇਸ ਤਰ੍ਹਾਂ ਦੇ ਤਜਰਬੇ ਰਹੇ। ਔਰ ਪੰਜਾਬੀ ਭਵਨ ਉੱਥੇ ਹੈ ਲੁਧਿਆਣੇ, ਉੱਥੇ ਇੱਕੋ ਸਮੱਸਿਆ ਹੁਣ ਤੱਕ ਵੀ ਮੈਂ ਜਾ ਕੇ ਵੇਖੀ ਆ, ਆਡੀਅנס ਬੜੀ ਘੱਟ ਆਉਂਦੀ ਆ। ਸਿਰਫ ਆਡੀਅנס ਉਦੋਂ ਭਰਦੇ ਨਾਟਕਾਂ ਵਾਸਤੇ ਜਦੋਂ 1 ਮਈ ਦਾ ਪ੍ਰੋਗਰਾਮ ਹੁੰਦਾ ਪਲਸ ਮੰਚ ਦਾ। ਉਦੋਂ ਜਦੋਂ ਅਸੀਂ 86-87 ਦੀ ਗੱਲ ਕਰਦੇ ਹਾਂ, ਉਦੋਂ 1 ਮਈ ਦਾ ਪ੍ਰੋਗਰਾਮ ਵੀ ਉੱਥੇ ਹੁੰਦਾ ਸੀ ਤੇ 30 ਨਵੰਬਰ ਵਾਲਾ ਵੀ ਉੱਥੇ ਹੁੰਦਾ ਸੀ। ਬਾਅਦ ਵਿੱਚ ਉਹ ਬਦਲ ਕੇ ਗਦਰੀ ਬਾਬਿਆਂ ਦਾ ਨਾਟਕ ਜਿਹੜਾ ਹੈਗਾ ਵਾ 30 ਨਵੰਬਰ ਵਾਲੇ ਉਦੋਂ ਸ਼ੁਰੂ ਬਾਅਦ ਵਿੱਚ ਹੋਏ ਨੇ। ਫਿਰ ਇੱਥੋਂ ਪਲਸ ਮੰਚ ਨੇ ਸਿਰਫ ਮਈ ਡੇ ਵਾਲਾ ਪ੍ਰੋਗਰਾਮ ਹੀ ਰਹਿਣ ਦਿੱਤਾ ਸੀਗਾ ਲੁਧਿਆਣੇ। ਫਿਰ ਅਸੀਂ ਉੱਥੇ ਰੰਗਮੰਚ ਜਿਹੜਾ ਬਣਿਆ ਹੋਇਆ ਖੁੱਲਾ ਰੰਗਮੰਚ, ਉੱਥੇ ਨਾਟਕ ਕਰਦੇ ਹੁੰਦੇ ਸੀ। 1999 ਦੀ ਗੱਲ ਹੈ, ਉੱਥੇ ਭਾਜੀ ਨੇ ਵਰਕਸ਼ਾਪ ਲਾਈ ਸੀ ਇੱਕ। ਮੈਂ ਤੁਹਾਨੂੰ ਇੱਕ ਬਹੁਤ ਤਜਰਬਾ ਦੱਸਦਾ ਆਪਣਾ। ਤੇ ਉੱਥੇ ਨਾਟਕ ਤਿਆਰ ਕਰਨੇ ਸੀ, 10-12 ਦਿਨ ਦੀ ਵਰਕਸ਼ਾਪ ਸੀਗੀ। ਮੈਂ ਉੱਥੇ ਨਾਲ ਨੌਕਰੀ ਕਰਦਾ ਹੁੰਦਾ ਸੀ, ਦਫ਼ਤਰੇ ਚਲ ਜਾਣਾ, ਦੇ ਵਿੱਚੋਂ ਕੱਢ ਕੇ ਟਾਈਮ ਤੇ ਰਿਹਰਸਲ ਕਰਨ ਚਲਾ ਜਾਣਾ। ਉਦੋਂ ਭਾਜੀ ਨੇ ਇੱਕ ਨਾਟਕ ਲਿਖਿਆ ਸੀ ਟੁੰਡਾ ਹੌਲਦਾਰ, ਤੇ ਇੱਕ ਲਿਖਿਆ ਸੀ ਮੌਤਦਾਰ ਮੌਤ। ਟੁੰਡਾ ਹੌਲਦਾਰ ਦੇ ਵਿੱਚ ਮੈਂ ਦਿੱਤੂ ਚਮਿਆਰ ਦਾ ਇੱਕ ਕਰੈਕਟਰ ਸੀਗਾ ਤੇ ਉਹ ਕੀਤਾ ਸੀ। ਤੇ ਉਹ ਜਿੱਦਣ ਪ੍ਰੋਡਕਸ਼ਨ ਸੀਗੀ, ਪੇਸ਼ਕਾਰੀ ਸੀ 1 ਮਈ ਵਾਲੇ ਦਿਨ, ਉਸ ਦਿਨ ਮੈਨੂੰ 104 ਤੋਂ ਉੱਪਰ ਬੁਖਾਰ ਸੀਗਾ। ਮੈਨੂੰ ਬਦਲ ਲੱਗੇ ਮੈਂ ਹੁਣ ਵੀ ਡਿੱਗਿਆ ਪਰ ਦਵਾਈ ਸ਼ਾਈ ਖਾਈ ਗਿਆ। ਤੇ ਉਹਦਾ ਨਾ ਮੈਂ ਨਾ ਕਰ ਸਕਦਾ ਸੀਗਾ
ਨਾ ਹੀ ਮੈਂ ਕਿਸੇ ਨੂੰ ਦੱਸਿਆ ਭਾਜੀ ਨੂੰ, ਤੇ ਉਹ ਪਿੱਛੇ ਮੁੰਡੇ ਜਿਹੜੇ ਦੋਸਤ ਸੀ ਉਹਨਾਂ ਨੇ ਪਾਣੀ ਪੂਣੀ ਮੈਨੂੰ ਪਿਆਈ ਜਾਣਾ। ਤੇ ਉਦੋਂ 104 ਪਲੱਸ ਬੁਖਾਰ ਦੇ ਵਿੱਚ ਮੈਂ ਰੋਲ ਕੀਤਾ, ਮੈਨੂੰ ਲੱਗਦਾ ਮੈਂ ਹੁਣ ਵੀ ਡਿੱਗਾ, ਪਰ ਰੋਲ ਬਹੁਤ ਕਮਾਲ ਦਾ ਗਿਆ ਸੀ। ਉਹ ਭੂਮਿਕਾ ਅੱਜ ਵੀ ਚੇਤੇ ਬੜੀ ਕਮਾਲ ਦੀ। ਤੁਸੀਂ ਵੀ ਉਹਦੇ ਵਿੱਚ, ਤੁਸੀਂ ਉਦੋਂ NST ਪੜ੍ਹਦੇ ਹੁੰਦੇ ਸੀਗੇ, ਦਾਖਲ ਲਿਆ ਸੀ। ਪਰ ਮੈਂ ਦੇਖਣ ਆਇਆ ਸੀਗਾ। ਤੁਸੀਂ ਜਸਵੰਤ ਸਿੰਘ ਕਮਲ ਦਾ ਤੁਹਾਡੇ ਕੋਲ ਫੜ ਕੇ ਤੁਹਾਨੂੰ ਚੜਾ ਕੇ ਤੁਹਾਡੇ ਕੋਲ ਰੋਲ ਕਰਾਇਆ ਸੀ। ਹਾਂ, ਸੋ ਫਿਰ ਉਹਦੇ ਤੋਂ ਬਾਅਦ ਫਿਰ ਅਸੀਂ ਬਕਾਇਦਾ ਲੁਧਿਆਣੇ ਨਾਟਕ ਕਰਨੇ ਸ਼ੁਰੂ ਕਰ ਦਿੱਤੇ, ਤੇ ਵਿੱਚ ਭਾਜੀ ਦੇ ਨਾਲ ਵੀ ਜਾਂਦੇ ਹੁੰਦੇ ਸੀ ਪਿੰਡਾਂ ਦੇ ਵਿੱਚ। ਤੇ ਉਦੋਂ ਫਿਰ ਅਸੀਂ ਉੱਥੇ ਨਾਟਕ ਮੋਲੀਅਰ ਦਾ ਕੀਤਾ ਸੀਗਾ, ਨਿਯਮ ਹਕੀਮ, ਜਿਹੜਾ ਬਾਅਦ ਚ ਕਿਤਾਬ ਮੇਰੀ ਛਪੀ, ਉਹਦੇ ਚ ਵੀ ਛਪਿਆ ਸੀਗਾ। ਫਿਰ ਅਸੀਂ ਜਿੱਦਾਂ ਕੁਦੇਸਨ ਨਾਟਕ ਕੀਤਾ। ਉੱਥੇ ਪਹਿਲਾਂ ਹਰਦੀਪ ਮੇਰੇ ਕੋਲ ਇੰਨਾ ਹੁੰਦਾ ਸੀ, ਜਦੋਂ ਤੁਸੀਂ ਉੱਥੋਂ ਉਹਨੂੰ ਫੜ ਕੇ ਤੁਸੀਂ ਬਾਅਦ ਵਿੱਚ NSD ਕਰਕੇ ਆ ਗਏ ਸੀਗੇ ਤੇ ਹਰਦੀਪ ਨੂੰ ਲੈ ਗਏ ਸੀ, ਉਦੋਂ ਉਹਨੂੰ ਵਾਪਸੀ ਨਾਟਕ ਫਿਰ ਤਿਆਰ ਕਰਵਾਇਆ ਤੁਸੀਂ ਅੰਮ੍ਰਿਤਸਰ ਦੇ ਵਿੱਚ। ਤੇ ਪਹਿਲਾ ਫਿਰ ਸ਼ੋਅ ਤੁਸੀਂ ਜਿਹੜਾ ਮਾਵਾਂ ਦਾ ਵੀ ਇੱਕ ਸਮਰਾਲੇ ਕੀਤਾ ਸੀ, ਉਦੋਂ ਵੀ ਉਹ ਲੁਧਿਆਣੇ ਹੁੰਦਾ ਸੀ। ਫਿਰ ਅਸੀਂ ਉੱਥੇ ਕਾਫੀ ਜਾਣੀ ਕਿ ਨਾਟਕ ਲੁਧਿਆਣੇ ਦੇ ਵਿੱਚ ਕੀਤੇ। ਔਰ ਪਰ ਤੁਹਾਨੂੰ ਦੱਸਿਆ ਕਿ ਉੱਥੇ ਦਰਸ਼ਕਾਂ ਦੀ ਹਮੇਸ਼ਾ ਹੀ ਥੋੜੀ ਬਹੁਤੀ ਘਾਟ ਰਹੀ ਆ, ਹੁਣ ਵੀ ਰਹੀ ਹੈ। ਉੱਥੇ ਅਸੀਂ ਨਾਟਕ ਜਿੱਦਾਂ ਮਿਰਚ ਮਸਾਲਾ, ਚਾਂਦਨੀ ਚੌਂਕ ਤੋਂ ਸਰਹੰਦ ਤੱਕ, ਇਸ ਤਰ੍ਹਾਂ ਦੇ ਸ਼ਾਹਕਾਰ ਜਿਹੜੇ ਨਾਟਕ ਸੀ, ਬਾਲ ਭਗਵਾਨ ਸੀਗਾ। ਰੰਧਾਵਾ, ਅਸੀਂ ਇਸ ਤੋਂ ਅੱਗੇ ਜੰਪ ਕਰੀਏ ਕਿ ਤੁਸੀਂ ਮੁੜ ਕੇ ਫਿਰ ਕਿਹੜੇ ਸਾਲ ਦੇ ਵਿੱਚ ਇੱਧਰ ਕੈਨੇਡਾ ਸ਼ਿਫਟ ਕੀਤਾ ਸੀਗਾ? ਹਾਂਜੀ, ਮੈਂ 2005 ਵਿੱਚ ਇੱਥੇ ਆਇਆ ਸੀ ਜੀ ਕੈਨੇਡਾ। ਅੱਛਾ। 2005 ਵਿੱਚ ਜਦੋਂ ਇੱਥੇ ਆਏ ਤੇ ਇੱਥੇ ਫਿਰ ਉਦੋਂ ਇੱਕ ਦੋ ਟੀਮਾਂ ਕੰਮ ਕਰਦੀਆਂ ਸੀ ਇੱਥੇ ਨਾ, ਖਾਸ ਕਰਕੇ ਟੋਰਾਂਟੋ ਏਰੀਏ ਦੇ ਵਿੱਚ। ਵੈਸੇ ਇੱਕ ਇਹਦੇ ਵਿੱਚ ਮੇਰੀ ਇਹ ਜਿਗਿਆਸਾ ਜਿਹੜੀ ਦੂਜਿਆਂ ਨਾਲ ਵੀ ਸਾਂਝੀ ਕਰੀਏ ਕਿ ਤੁਸੀਂ ਇੱਥੇ ਜੌਬ ਦੇ ਵਿੱਚ ਸੀ, ਤੁਹਾਡੀ ਪਰਮਾਨੈਂਟ ਜੌਬ ਸੀ, ਮੇਰੇ ਖਿਆਲ ਹੈ ਤੁਹਾਡੇ ਮਿਸਿਸ ਵੀ ਉਦੋਂ, ਕਿਉਂਕਿ ਉਹ ਨਰਸਿੰਗ ਦੇ ਵਿੱਚ ਜੌਬ ਦੇ ਵਿੱਚ ਸੀਗੇ। ਉਹ ਕੀ ਕਾਰਨ ਬਣੇ ਸੀ ਕਿ ਤੁਹਾਨੂੰ ਕੈਨੇਡਾ ਵਿੱਚ ਸ਼ਿਫਟ ਕਰਨਾ ਪਿਆ? ਮੈਂ ਨਾ ਇਹ ਸਾਰੇ ਜਿਹੜੇ ਕੈਨੇਡਾ ਜਾਂਦੇ ਆ ਨਾ, ਮੈਨੂੰ ਹੁੰਦਾ ਕਿ ਜਿਹੜੇ ਚੰਗੇ ਚੰਗੇ ਲੋਕ ਆ ਉਹ ਕਿਉਂ ਬਾਹਰ ਚਲੇ ਜਾਂਦੇ ਆ। ਮੇਰੀ ਇਹ ਜਿਗਿਆਸਾ ਹੈ ਵੀ ਚੰਗੇ ਲੋਕ ਨਹੀਂ ਜਾਣੇ ਚਾਹੀਦੇ ਬਾਹਰ। ਦੇਖੋ ਕੇਵਲ ਜੀ, ਅਸੀਂ ਜਿਉਂ ਤੋਂ ਸਾਹਿਤ ਨਾਲ ਸਾਡਾ ਵਾਸਤਾ ਪਿਆ ਜਾਂ ਇੱਥੇ ਜਿਹੜੇ ਸਾਰੇ ਸਾਹਿਤ ਪੜ੍ਹਦੇ ਹੁੰਦੇ, ਰਸ਼ੀਆ ਦੇ ਸਾਹਿਤ ਸਾਰਿਆਂ ਤੁਸੀਂ ਵੀ ਪੜ੍ਹਿਆ, ਤੇ ਜਿਹੜੀਆਂ ਬਰਾੜ ਸਾਨੀ ਯਾਦਗਾਰੀ ਪ੍ਰਕਾਸ਼ਨ ਦੀ ਜਿੰਨੀਆਂ ਵੀ ਕਿਤਾਬਾਂ ਛਪੀਆਂ ਨੇ 85 ਤੋਂ ਬਾਅਦ, ਤੇ ਸਾਰੀਆਂ ਦੀ ਸਾਰੀਆਂ ਪੜ੍ਹੀਆਂ। ਸਮਤਾ ਇੱਕ ਰਸਾਲਾ ਵੀ ਪੜ੍ਹਦੇ ਹੁੰਦੇ ਸੀ। ਭਾਜੀ ਦੀ ਜਿਹੜੀ ਸੋਚ ਸੀਗੀ ਉਹਦੇ ਨਾਲ ਚਲਦਿਆਂ ਸਾਡੀ ਵੀ ਸੋਚ ਉਹਨਾਂ ਦੀ ਸੋਚ ਦੇ ਵਿੱਚ ਰਲ ਕੱਢ ਹੋਈ ਸੀ। ਉਹਨਾਂ ਕੋਲ ਹਰ ਚੀਜ਼ ਅਸੀਂ ਉਹਨਾਂ ਕੋਲ ਗ੍ਰਹਿਣ ਕਰਦੇ ਸਾਂ। ਉਹ ਸਾਡਾ ਇੱਕ ਬੜਾ ਆਈਡੀਅਲ ਬਣ ਗਏ ਸਨ। ਬੜਾ ਮਤਲਬ ਸਾਨੂੰ ਉਹ ਜਿੱਦਾਂ ਭਾਵੇਂ ਕੋਈ ਮੰਨੇ ਚਾਹੇ ਨਾ ਮੰਨੇ, ਆਪਾਂ ਸਾਨੂੰ ਰੱਬ ਜੇ ਲੱਗਦੇ ਹੁੰਦੇ ਸੀ। ਰੱਬ ਵਰਗਾ ਇੱਕ ਆਸ਼ੀਰਵਾਦ ਵਾਲਾ ਹੱਥ ਹਰ ਵੇਲੇ, ਜਿੱਦਾਂ ਤੁਸੀਂ ਕਹਿੰਦੇ ਹੁੰਦੇ ਆ, ਉਹ ਲੱਗਦਾ ਹੁੰਦਾ ਸੀ। ਬਿਲਕੁਲ ਉਹ ਸੋਚ ਦੇ ਨਾਲ ਉਹ ਕਹਿੰਦੇ ਸੀ ਵੀ ਇਹ ਸਮਾਜ ਬਦਲਣਾ ਚਾਹੀਦਾ ਹੈ ਔਰ ਲੋਕਾਂ ਨੂੰ ਚੰਗੀ ਜ਼ਿੰਦਗੀ ਜਿਉਣ ਲਈ ਹਾਲਾਤ ਸਾਜ਼ਗਾਰ ਹੋਣੇ ਚਾਹੀਦੇ। ਔਰ ਸਾਨੂੰ ਸਾਡਾ ਫਰਜ਼ ਬਣਦਾ ਕਿ ਅਸੀਂ ਚੰਗੀ ਜ਼ਿੰਦਗੀ ਜਿਉਣ ਲਈ ਪ੍ਰੇਰੀ। ਸੋ ਕਰੀਬ 18 ਕਾਫੀ ਮਿਹਨਤ ਕੀਤੀ ਇਸ ਪਾਸੇ ਵੱਲ ਵੀ। ਫਿਰ ਨਾਲ ਦੇ ਨਾਲ ਇਹ ਵੀ ਦਿਮਾਗ 'ਚ ਆਇਆ ਕਿ ਅਸੀਂ ਖੈਰ ਸਾਡੀ ਜ਼ਿੰਦਗੀ ਕੋਈ ਬਹੁਤ ਹੀ ਮਾੜੀ ਨਹੀਂ ਸੀ। ਜਿੱਦਾਂ ਦੱਸਿਆ ਬਹੁਤ ਕਮਾਲ ਦੀ ਜੌਬ ਸੀਗੀ ਉੱਥੇ, ਡਿਸਟ੍ਰਿਕਟ ਲੈਵਲ ਦੇ ਆਫੀਸਰ ਦੀ ਜੌਬ ਸੀ ਮੇਰੇ ਕੋਲ, ਤੇ ਮੇਰੀ ਵਾਈਫ ਫਾਰਮਾਸਿਸਟ ਸੀ ਉੱਥੇ। ਪਰ ਆਸੇ ਪਾਸੇ ਜਿਹੜਾ ਉਦੋਂ ਮਾਹੌਲ ਸੀਗਾ ਉੱਥੇ ਦੇਖਦੇ ਸੀਗੇ, ਜਿਹੜਾ ਭਾਵੇਂ ਉਹ ਅਸੀਂ ਤੇ ਆਪਣੇ ਪਿੰਡੇ ਦੇ ਹੰਡਾਇਆ ਹੀ ਸੀਗਾ। ਜਿਹੜੇ ਪਿੰਡਾਂ ਦੇ ਵਿੱਚ ਜਾ ਕੇ ਇੱਧਰ ਠਾਠ ਹੁੰਦੀ, ਉੱਥੇ ਨਾਟਕ ਵੀ ਕਰਦੇ ਰਹੇ ਹਾਂ। ਜਿੱਦਾਂ ਸੇਵੇ ਵਾਲਾ ਕਾਂਡ ਤੁਹਾਨੂੰ ਅੱਜ ਵੀ ਚੇਤੇ ਹੋਏਗਾ, ਜਿੱਥੇ ਬੜੀ ਲੋਕ ਮਰ ਗਏ ਸੀਗੇ, ਨਾਟਕ ਗੋਲੀ ਚੱਲ ਗਈ ਸੀ, ਨਾਟਕ ਚੱਲ ਰਿਹਾ ਸੀ, ਗੋਲੀਆਂ ਚਲਾਈਆਂ ਸੀ। ਪਰ ਇਸ ਤਰ੍ਹਾਂ ਦਾ ਮਾਹੌਲ। ਦੂਸਰੇ ਪਾਸੇ ਇੱਕ ਇਹ ਸੀਗਾ ਕਿ ਖਾਸ ਕਰਕੇ ਕੁੜੀਆਂ ਲਈ ਕੋਈ ਬਹੁਤੇ ਸਾਜ਼ਗਾਰ ਹਾਲਾਤ ਨਹੀਂ ਸੀ ਇੱਥੇ। ਔਰ ਡਿਸਾਈਡਡ ਅਸੀਂ ਇੱਕ ਬੱਚਾ ਪੈਦਾ ਕੀਤਾ ਸੀ, ਰਾਬੀਆ, ਔਰ ਨਾਲ ਮੇਰੇ ਨਾਟਕਾਂ ਦੇ ਵਿੱਚ ਕਾਫੀ ਸਮਾਂ ਫਿਲਮ ਰੰਗਮੰਚ ਜਦੋਂ ਅਸੀਂ ਕਰਦੇ ਹੁੰਦੇ ਸੀ ਲੁਧਿਆਣੇ, ਉਦੋਂ ਬਾਲ ਕਲਾਕਾਰ ਵਜੋਂ ਤੇ ਬਾਅਦ ਵਿੱਚ ਵੱਡੀਆਂ ਪ੍ਰੋਡਕਸ਼ਨਾਂ ਜਦੋਂ ਥੋੜੀ ਜਿਹੀ ਜਵਾਨ ਹੋਈ ਆ ਉਦੋਂ ਵੀ ਕਰਦੀ ਰਹੀ ਹੈ। ਔਰ ਖਾਸ ਕਰਕੇ ਉਦੋਂ ਮੈਨੂੰ ਇੱਥੇ ਥੋੜੀ ਤਕਲੀਫ ਹੁੰਦੀ ਸੀ ਜਦੋਂ ਮੈਂ ਮਹਿੰਦਰ ਸਿੰਘ
ਲੋਕਾਂ ਦੀਆਂ ਕੁੜੀਆਂ ਨਾਲ ਵਧੀਕੀ ਹੁੰਦੀ ਆ, ਉਹ ਸੇਫ ਨਹੀਂ ਇੱਧਰ ਵੀ। ਤੇ ਉਹ ਇਸ ਤਰ੍ਹਾਂ ਦਾ ਅਸੀਂ ਫੈਸਲਾ ਲੈ ਲਿਆ ਕਿ ਚਲੋ ਇਹਦਾ ਫਿਊਚਰ ਥੋੜਾ ਠੀਕ ਹੋਵੇ। ਤੇ ਨੰਬਰ 2 ਦੇ ਉੱਤੇ ਵੀ ਇੱਥੇ ਅਸੀਂ ਜਿਹੜੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਾਂ, ਕਿਉਂਕਿ ਮੈਂ ਪਹਿਲਾਂ 2-3 ਵਾਰ ਇੱਥੇ ਇਹਨਾਂ ਮੁਲਕਾਂ ਵਿੱਚ ਘੁੰਮ ਗਿਆ ਸੀ, ਕੈਨੇਡਾ, ਅਮਰੀਕਾ, ਇੰਗਲੈਂਡ ਵਗੈਰਾ ਮੁਲਕਾਂ ਦੇ ਵਿੱਚ। ਤੇ ਇੱਥੇ ਵੀ ਮੈਨੂੰ ਇਸ ਗੱਲ ਦਾ ਪੂਰੀ ਤਰ੍ਹਾਂ ਇਲਮ ਸੀ ਕਿ ਉਹ ਸਮੱਸਿਆਵਾਂ ਇਹਨਾਂ ਮੁਲਕਾਂ ਵਿੱਚ ਵੀ ਹੈ। ਤਾਂ ਮੈਂ ਸੋਚਿਆ ਵੀ ਜੇ ਅਸੀਂ ਕੰਮ ਹੀ ਕਰਨਾ ਹੈ ਤੇ ਜੇ ਸਾਨੂੰ ਕੋਈ ਆਪ ਖੁਦ ਨੂੰ ਚੰਗੀ ਜ਼ਿੰਦਗੀ ਜਾਂ ਅੱਛੀ ਜ਼ਿੰਦਗੀ ਨਿਭਾਉਣ ਵਾਸਤੇ ਅੱਗੇ ਗਾਂ ਮੌਕਾ ਮਿਲ ਰਿਹਾ ਆ, ਤੇ ਸਾਨੂੰ ਇਹ ਮੌਕਾ ਹਾਸਲ ਕਰ ਲੈਣਾ ਚਾਹੀਦਾ ਹੈ। ਤੇ ਉੱਥੇ ਜਿਹੜੀਆਂ ਫੈਲੀਆਂ ਹੋਈਆਂ ਨੇ ਸਮਾਜ ਵਿੱਚ ਬੁਰਾਈਆਂ, ਉਹਨਾਂ ਦੇ ਖਿਲਾਫ ਜਿੱਦਾਂ ਇੱਥੇ ਅਸੀਂ ਜੂਝਦੇ ਹਾਂ ਨਾਟਕ ਦੇ ਨਾਲ, ਉੱਥੇ ਵੀ ਜੂਝ ਸਕਦੇ ਹਾਂ। ਸੋ ਵਾਕਈ ਜਦੋਂ ਮੈਂ ਇੱਥੇ ਆਇਆ, ਇੱਥੇ ਉਹੀ ਹਿਸਾਬ ਕਿਤਾਬ ਹੈ, ਭਾਵੇਂ ਸਾਨੂੰ ਕਈ ਵਾਰੀ ਪ੍ਰਤੱਖ ਤੌਰ ਤੇ ਨਹੀਂ ਦਿਖਦਾ, ਇੱਥੇ ਵੀ ਥੋੜਾ ਜਿਹਾ ਹੈਗਾ ਵਾ ਅਮੀਰ ਗਰੀਬ ਦਾ, ਜਾਂ ਥੋੜਾ ਵਿਤਕਰਾ ਹੁੰਦਾ ਆ, ਪਰ ਜ਼ਾਹਿਰਾ ਤੌਰ ਤੇ ਤੁਹਾਨੂੰ ਨਹੀਂ ਦਿਸਦਾ। ਅਸੀਂ ਫਿਰ ਇਹਨਾਂ ਚੀਜ਼ਾਂ ਦੇ ਖਿਲਾਫ ਇੱਥੇ ਅਸੀਂ ਮੋਰਚਾ ਖੋਲਿਆ, ਔਰ ਖਾਸ ਤੌਰ ਤੇ ਜਿਹੜੇ ਤਰਕਸ਼ੀਲ ਲਹਿਰ ਹੈ ਉਹਦੀ ਵੀ ਇੱਥੇ ਕਾਫੀ ਲੋੜ ਹੈ। ਲੋਕ ਕੰਮ ਵੀ ਕਰ ਰਹੇ ਨੇ। ਅੱਜ ਵੀ ਲੋਕ ਇੱਥੇ ਇੰਡੀਆ ਵਾਂਗ ਇੱਥੇ ਵਹਿਮਾਂ ਭਰਮਾਂ ਵਿੱਚ ਫਸੇ ਹੋਏ ਨੇ। ਅੱਜ ਹੀ ਬਾਬਿਆਂ ਦੇ ਰੂਪ ਦੇ ਵਿੱਚ ਇੱਥੇ ਲੋਕ ਜਿਹੜੇ ਲੋਕਾਂ ਦੇ ਹੱਥ ਵੇਖਦੇ ਨੇ, ਪੰਡਤ, ਔਰ ਬੜੀ ਸੋਹਣੀ ਕਮਾਈ ਕਰਦੇ ਨੇ। ਔਰ ਜੇ ਤੁਸੀਂ ਇਹਨਾਂ ਦੇ ਖਿਲਾਫ ਬੋਲਦੇ ਹੋ ਤੇ ਉਹ ਕਾਫੀ ਇੱਥੇ ਨਾ ਥੋੜੇ ਜਿਹੇ ਇੱਥੇ ਕਾਨੂੰਨ ਇਹਨਾਂ ਦੇ ਹੱਕ ਵਿੱਚ ਬੜੇ ਨੇ। ਇਹਨਾਂ ਨੇ ਕਾਨੂੰਨਾਂ ਦੇ ਅਨੁਸਾਰ ਰਜਿਸਟਰਡ ਕਰਾਏ ਹੋਏ ਨੇ ਆਪਣੇ ਬਿਜ਼ਨਸ, ਤੇ ਤੁਹਾਡੇ ਖਿਲਾਫ ਪਰਚਾ ਕਰਾ ਦਿੰਦੇ ਨੇ ਕਿ ਇਹਨਾਂ ਨੇ ਸਾਡੇ ਬਿਜ਼ਨਸ ਨੂੰ ਢਾਹ ਲਾਈ ਆ। ਐਂਟਰਟੇਨਮੈਂਟ ਸੰਸਥਾ ਦੇ ਰੂਪ ਦੇ ਵਿੱਚ ਇਹਨਾਂ ਨੇ ਵੀ ਕਰਵਾਏ ਹੋਏ ਨੇ, ਜਿੱਦਾਂ ਅਸੀਂ ਸਾਡੀ ਹੈਡਸੈਪ ਆ ਹੈਰੀਟੇਜ ਆਰਟਸ ਐਂਡ ਥੀਏਟਰ ਸੁਸਾਇਟੀ, ਇਹਨਾਂ ਨੇ ਵੀ ਐਂਟਰਟੇਨਮੈਂਟ ਇਹਨਾਂ ਦਾ ਵੀ ਅਸੀਂ ਉਹ ਜਿਹੜਾ ਕੰਮ ਕਰਦੇ ਨੇ ਨਾ ਹੱਥ ਹੁੱਥ ਵੇਖਣ ਦਾ, ਉਹਨੂੰ ਇਸ ਪਾਸੇ ਨੂੰ ਲੈਂਦੇ ਨੇ। ਔਰ ਇੱਥੇ ਇੱਕ ਸੰਸਥਾ ਤਰਕਸ਼ੀਲ ਸੁਸਾਇਟੀ ਦਾ ਇੱਥੇ ਗਠਨ ਹੋਇਆ ਸੀਗਾ 2000 ਦੇ ਵਿੱਚ ਇੱਥੇ ਟੋਰਾਂਟੋ ਏਰੀਆ ਦੇ ਵਿੱਚ, ਤੇ ਉਹਦੇ ਨਾਲ ਸਾਥੀ ਹੋਰ ਵੀ ਕੁਝ ਜੁੜੇ। ਇਹਨਾਂ ਨੇ ਇੱਕ ਜਿੱਦਾਂ ਇੱਥੇ ਇੰਡੀਆ 'ਚ ਜਾ ਕੇ ਫੜ ਲੈਂਦੇ ਆਪਾਂ ਕਿਸੇ ਨੂੰ ਜਿਹੜਾ ਏਦਾਂ ਭੇਡ ਚਾਲ ਚਲਾਉਂਦਾ ਹੈ ਜਾਂ ਲੋਕਾਂ ਨੂੰ ਗੁੰਮਰਾਹ ਕਰਦਾ ਆ, ਇੱਕ PhD ਕੀਤੀ ਹੈ ਉਸ ਸ਼ਖਸ ਨੇ। ਮੈਂ ਇਸ ਵੇਲੇ ਉਹਦਾ ਨਾਂ ਨਹੀਂ ਲਵਾਂਗਾ, ਪਰ ਉਹ ਹੈ ਪ੍ਰੈਸ ਦੇ ਵਿੱਚ ਹੈਗਾ, ਪਰ ਉਹ ਇਸ ਕਰਕੇ ਨਹੀਂ ਨਾਂ ਲੈ ਸਕਦਾ ਕਿਉਂਕਿ ਅਦਾਲਤ ਵਿੱਚ ਕੇਸ ਚੱਲ ਰਿਹਾ। ਉਹਨੂੰ ਜਦੋਂ ਨੰਗਿਆ ਕੀਤਾ ਤਰਕਸ਼ੀਲ ਸੁਸਾਇਟੀ ਨੇ, ਦੋਸਤਾਂ ਨੇ, ਤੇ ਉਹਨਾਂ ਨੇ ਪਰ ਉਹਨਾਂ ਨੂੰ ਅਦਾਲਤ ਵਿੱਚ ਖਿੱਚ ਲਿਆ ਤੇ ਹਰ ਬੰਦੇ ਦੇ ਸਿਰ ਦੇ ਉੱਤੇ ਉਹ 1 ਲੱਖ ਦਾ ਹਰਜਾਨਾ ਦਾ ਕੇਸ ਕਰ ਦਿੱਤਾ। $1 ਲੱਖ ਨਹੀਂ, ਮਾਫ ਕਰਨਾ, $1 ਲੱਖ ਨਹੀਂ, $1 ਮਿਲੀਅਨ, 10 ਲੱਖ ਦਾ ਕੇਸ ਉਹ 6 ਬੰਦਿਆਂ ਦੇ ਉੱਤੇ ਚੱਲ ਰਿਹਾ ਇੱਥੇ। ਹੁਣ ਉਹ ਥੋੜਾ ਜਿਹਾ ਤਕਲੀਫ ਤਾਂ ਹੁੰਦੀ, ਪਰ ਅਸੀਂ ਹਟਦੇ ਨਹੀਂ, ਅਸੀਂ ਉਹ ਢੰਗ ਦੂਸਰਾ ਅਪਣਾ ਲੈਂਦੇ, ਅਸੀਂ ਸਿੱਧੇ ਤੌਰ ਤੇ ਉਹਨਾਂ ਨੂੰ ਵਿੱਚ ਇਨਵਾਲਵ ਨਹੀਂ ਕਰਦੇ ਜਾਂ ਉਹਨਾਂ ਦਾ ਨਾਂ ਨਹੀਂ ਲੈਂਦੇ, ਪਰ ਇਹਨਾਂ ਬੁਰਾਈਆਂ ਨੂੰ ਅਸੀਂ ਲੋਕਾਂ ਦੇ ਸਾਹਮਣੇ ਲਿਆਂਦਾ ਵਾ। ਔਰ ਹੋਰ ਇੱਥੇ ਇੱਕ ਪ੍ਰੋਬਲਮ ਜਿਹੜੀ ਇਹਨੇ ਦਿਨੀ ਆ ਰਹੀ ਆ, ਸੋ ਇਹ ਤੇ ਮੇਰੀ ਗੱਲ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਮੈਂ ਇੱਥੇ ਆਉਣ ਦਾ ਫੈਸਲਾ ਕਿਉਂ ਕੀਤਾ, ਤੇ ਇੱਥੇ ਆਣ ਕੇ ਜਿਹੜੇ ਨੇ ਫਿਰ ਥੀਏਟਰ ਦੇ ਮਾਹੌਲ ਬਾਰੇ ਤੁਹਾਡੇ ਨਾਲ ਮੈਂ ਜੇ ਗੱਲ ਕਰਾਂ। ਮੈਂ ਹੁਣ ਰੰਧਾਵਾ ਤੁਹਾਡੇ ਕੋਲ ਇਹੀ ਜਾਣਨਾ ਚਾਹੁੰਦਾ ਕਿ ਜਿਹੜਾ ਤੁਸੀਂ ਉੱਥੇ ਹੁਣ ਥੀਏਟਰ ਕਰਦੇ ਹੋ ਟੋਰਾਂਟੋ ਦੇ ਵਿੱਚ, ਵੀ ਉੱਥੇ ਕਿੱਦਾਂ ਦਾ ਸੰਘਰਸ਼ ਕਰਨਾ ਪਿਆ ਤੁਹਾਨੂੰ? ਜਿਸ ਤਰ੍ਹਾਂ ਦਾ ਇੱਥੇ ਕਰਦੇ ਸੀ ਉਹਦੇ ਨਾਲੋਂ ਵੱਖਰਾ ਕਿਵੇਂ? ਉੱਥੇ ਥੀਏਟਰ ਕਰਨਾ ਆਸਾਨ ਹੈ ਜਾਂ ਇੱਥੇ ਕਰਨਾ ਆਸਾਨ ਸੀਗਾ? ਕਿਸ ਤਰ੍ਹਾਂ ਦਾ ਸੰਘਰਸ਼ ਹੈ, ਜਾਂ ਉੱਥੇ ਜਾ ਕੇ ਤੁਸੀਂ ਕਿੱਦਾਂ ਦੇ ਨਾਟਕ ਕੀਤੇ, ਇੱਥੋਂ ਨਾਲ ਵੱਖਰੇ ਕਿੱਦਾਂ ਦੇ ਕੀਤੇ? ਦੇਖੋ ਜੀ, ਜਦੋਂ ਸਟਾਰਟਿੰਗ ਤੇ ਮੈਂ ਇੱਥੇ ਆਇਆ ਸੀ 2005 ਦੇ ਵਿੱਚ, ਉਦੋਂ ਇੱਥੇ ਵੈਨਕੂਵਰ ਤੋਂ ਇੱਕ ਟੀਮ ਆਈ ਸੀ, ਉਹਨਾਂ ਨੇ ਤਰਕਸ਼ੀਲਾ ਨੇ ਬੁਲਾਇਆ ਸੀ ਉਹਨਾਂ ਨੂੰ, ਤੇ ਉਹਦਾ ਮੈਂ ਨਾਟਕ ਦੇਖਿਆ, ਪਰ ਮੈਨੂੰ ਠੀਕ ਠਾਕ ਪੱਧਰ ਲੱਗਾ, ਪਰ ਇਹ ਵੀ ਗੱਲ ਆਪਣੀ ਕਹਿਣ 'ਚ ਸਮਰੱਥ ਸੀ, ਸੁਨੇਹਾ ਦੇਣ ਦੇ ਸਮਰੱਥ ਸੀਗੇ ਨਾਟਕ। ਉਸ ਤੋਂ ਬਾਅਦ ਫਿਰ ਇੱਥੇ ਕਾਮਰੇਡ ਇੱਥੇ ਦੇ ਜਿਹੜੇ ਪੁਰਾਣੇ ਨੇ ਉਹ ਆਯੋਜਿਤ ਕਰਦੇ ਹੁੰਦੇ ਸੀ, ਜਿਨ੍ਹਾਂ ਨੇ ਤੁਹਾਨੂੰ ਵੀ ਇੱਕ ਵਾਰੀ 85 'ਚ ਬੁਲਾਇਆ ਸੀਗਾ ਤੇ ਤੁਸੀਂ ਇੱਥੇ ਨਾਟਕ ਕਰਕੇ ਗਏ ਸੀਗੇ। ਉਸ ਤੋਂ ਬਾਅਦ ਭਾਜੀ ਨੇ 2 ਵਾਰੀ ਭਾਜੀ ਆਏ ਨੇ, ਤੇ ਉਹਨਾਂ ਨਾਲ ਮੇਰਾ ਸੰਪਰਕ ਹੋਇਆ। ਉਦੋਂ ਫਿਰ ਉਹਨਾਂ ਨੇ ਹਰਦੀਪ ਗਿੱਲ ਨੂੰ ਬੁਲਾਇਆ ਸੀ 2006 ਦੇ ਵਿੱਚ, ਤੇ ਉਹਨੇ ਨਾਟਕ ਤਿਆਰ ਕਰਵਾਏ। ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਸਾਡੇ ਵਾਸਤੇ ਨਾਟਕ ਤਿਆਰ ਕਰਵਾ। ਫਿਰ ਮੈਂ ਪਹਿਲਾ ਨਾਟਕ ਇੱਥੇ ਆਣ ਕੇ ਪਾਲੀ ਭੁਪਿੰਦਰ ਦਾ ਫਿਰ 2006 ਵਿੱਚ ਕਰਵਾਇਆ ਸੀਗਾ, ਮੈਂ ਭਗਤ ਸਿੰਘ।
और बड़ा वधिया नाटक होया सी और बहुत अच्छा। कमाल दी पेशकारी हुई सी। और काफी हाल जिहड़ा सारा भरिया होया सी। इत्थे ना थोड़ा जिहा फर्क है पंजाब दे विच जिहड़ा असीं नाटक करदे आ, सानूं बहुत सारियां सहूलतां नहीं मिलदियां। हुण ਤੁਸੀਂ ਤਾਂ ਆਪਣੇ ਪ੍ਰੋਫੈਸ਼ਨਲ ਹੋ ਔਰ ਬੜਾ ਵਧੀਆ ਤੁਸੀਂ ਕਰ ਲੈਂਦੇ ਹੋ ਮੈਨੇਜ ਸਾਰਾ ਕੁਝ। ਬਾਕੀ ਜਿਹੜੀਆਂ ਟੀਮਾਂ ਨੇ ਪੰਜਾਬ ਵਿੱਚ ਉਹਨਾਂ ਕੋਲ ਕਈ ਵਾਰ ਅਜੇ ਵੀ ਸਾਰਨਾ ਪੈਂਦਾ ਜੁਗਾੜ ਬਣਾ ਕੇ। ਸੋ ਇੱਥੇ ਕੈਨੇਡਾ ਦੇ ਵਿੱਚ ਸਾਨੂੰ ਸਾਰਨ ਦੀ ਲੋੜ ਨਹੀਂ। ਇੱਕ ਸਾਡੇ ਕੋਲ ਸਹੂਲਤਾਂ ਵਾਲੇ ਬੜੇ ਵੱਡੇ ਵੱਡੇ ਵਧੀਆ ਆਡੀਟੋਰੀਅਮ ਨੇ ਔਰ ਬੜੀਆਂ ਲਾਈਟਸ ਨੇ ਔਰ ਅਸੀਂ ਅਰੇਂਜ ਕਰ ਸਕਦੇ ਹਾਂ ਜਿੱਦਾਂ ਸੈੱਟ ਵਗੈਰਾ ਜਾਂ ਕਾਸਟਿਊਮ ਸਾਰਾ ਕੁਝ ਇੱਥੇ ਹੁਣ ਤਾਂ A to Z ਸਾਰਾ ਕੁਝ ਮਿਲ ਜਾਂਦਾ ਆ। ਤੇ ਉਹਦੇ ਨਾਲ ਸਾਰਾ ਕੁਝ ਜਿੱਦਾਂ ਦਾ ਤੁਸੀਂ ਡਿਜ਼ਾਈਨ ਕਰਨਾ ਚਾਹੋ ਉਦਾਂ ਦਾ ਹੀ ਸ਼ੋਅ ਡਿਜ਼ਾਈਨ ਕਰ ਸਕਦੇ ਹੋ। ਔਰ ਬਹੁਤੀਆਂ ਗੱਲਾਂ ਤੇ ਅਸੀਂ ਇੱਥੇ ਤੁਹਾਡੇ ਕੋਲੋਂ ਹੀ ਤੁਹਾਡੇ ਨਾਟਕ ਵੇਖ ਕੇ ਵੀ ਸਿੱਖੀਆਂ, ਕਿਉਂਕਿ ਪਹਿਲਾਂ ਤੇ ਅਸੀਂ ਗੱਡਿਆਂ ਤੇ ਥੀਏਟਰ ਕਰਦੇ ਰਹੇ ਹਾਂ। ਔਰ ਸਾਡੇ ਵਾਸਤੇ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਇੱਕ ਨਵੀਂ ਸੇਧ ਪੰਜਾਬੀ ਥੀਏਟਰ ਨੂੰ ਦਿੱਤੀ ਔਰ ਬਹੁਤ ਸਾਰੀਆਂ ਗੱਲਾਂ ਅੱਜ ਵੀ ਮੈਂ ਤੁਹਾਡੇ ਕੋਲ ਸਿੱਖੀਆਂ ਇੱਥੇ ਵਰਤਦਾ ਹਾਂ, ਭਾਵੇਂ ਮਿਊਜ਼ਿਕ ਦੇ ਸਿਲਸਿਲੇ ਵਿੱਚ ਹੋਵੇ ਜਾਂ ਲਾਈਟ ਜਾਂ ਸੈਟਿੰਗ ਦੇ ਵਿੱਚ। ਔਰ ਇੱਥੇ ਸਾਨੂੰ ਮੈਨੇਜ ਹੋ ਜਾਂਦਾ ਹੈ। ਪਹਿਲਾਂ ਇੱਥੇ ਆਣ ਕੇ ਥੋੜਾ ਜਿਹਾ ਲੱਗਾ ਕਿ ਸ਼ਾਇਦ ਦਰਸ਼ਕ ਘੱਟ ਹੋਣਗੇ, ਪਰ ਹੁਣ ਇੰਨੀ ਮਿਹਨਤ ਦੇ ਬਾਅਦ ਅਸੀਂ ਇੰਨੀ ਕੁ ਆਡੀਅੰਸ ਇੱਥੇ ਬਣਾ ਲਈ ਹੈ ਕਿ ਉਹ ਰੈਗੂਲਰ ਉਨੀ ਕੁ ਆਡੀਅੰਸ ਸਾਡੇ ਕੋਲ 600-700 ਬੰਦਾ ਜਿਹੜਾ ਵਾ ਔਰ ਟਿਕਟ ਖਰਚ ਕੇ ਆਣ ਕੇ ਸਾਡਾ ਸ਼ੋਅ ਵੇਖ ਜਾਂਦਾ ਹੈ, ਜਿਹਦੇ ਨਾਲ ਸਾਰੇ ਖਰਚੇ ਸਾਡੇ ਮੀਟ ਹੁੰਦੇ ਨੇ। ਪਰ ਇਹ ਹੈ ਵੀ ਕਲਾਕਾਰਾਂ ਨੂੰ ਨਹੀਂ ਕੁਝ ਮਿਲਦਾ, ਥੋੜੀ ਜਿਹੀ ਤਕਲੀਫ ਅਜੇ ਇੰਨੀ ਕੁ ਹੈ ਕਿ ਉਹਨੇ ਕੁ ਪੈਸੇ ਸਾਡੇ ਕੋਲ ਬਚਦੇ ਨਹੀਂ ਹੈ ਬਸ, ਕਿਉਂਕਿ ਜਿਹੜੇ ਹਾਲ ਨੇ ਇੱਥੇ ਉਹਨਾਂ ਦਾ ਖਰਚੇ ਬਹੁਤ ਜ਼ਿਆਦਾ। ਤੇ ਰੰਧਾਵਾ ਤੁਸੀਂ ਟਿਕਟ ਲਗਾਉਂਦੇ ਹੋ ਇੱਥੇ? ਜੀ ਜੀ, ਬਿਨਾਂ ਮੁਫਤ ਅਸੀਂ ਕਦੀ ਨਾਟਕ ਨਹੀਂ ਦਿਖਾਇਆ, ਸਾਰਿਆਂ ਨੂੰ ਫ੍ਰੀ। ਸਾਰੇ ਉਹ ਫ੍ਰੀ ਨਹੀਂ ਨਾਟਕ ਵੇਖਣਗੇ, ਉਹ ਟਿਕਟ ਖਰਚਣਗੇ ਤੇ ਆਣ ਕੇ ਦੇਖਣਗੇ, ਕਿਉਂਕਿ ਸਾਡੇ ਫਿਰ ਉਹਦਾ ਖਰਚੇ ਨਹੀਂ ਨਿਕਲਦੇ। ਤੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਜੇ ਅਸੀਂ ਵੇਖਣਾ ਆ ਤੇ ਟਿਕਟ ਲੈਣੀ। ਔਰ ਕਈ ਅਜੇ ਵੀ ਇੱਥੇ ਹੈਗੇ ਨੇ ਜਿਹੜੇ ਰੀ ਕਰਦੇ ਨੇ, ਉਹ $10 ਖਰਚਣ ਵੇਲੇ ਵੀ, ਤੇ ਉਹਨਾਂ ਨੂੰ ਫਿਰ ਅਸੀਂ ਕਹਿੰਦੇ ਤੁਸੀਂ ਬੜੇ ਗਰੀਬ ਹੋ, ਤੁਹਾਡੇ ਕੋਲ ਤੁਸੀਂ ਫ੍ਰੀ ਲੈ ਜਾਓ, ਕੋਈ ਗੱਲ ਨਹੀਂ। ਉਹ ਅਜੇ ਹੈਗੇ ਨੇ ਤੇ ਉਹ ਹੱਕ ਸਮਝਦੇ ਸਾਨੂੰ ਫ੍ਰੀ ਟਿਕਟ ਦਿੱਤੀ ਜਾਵੇ, ਪਰ ਜਦ ਕਿ ਸਾਨੂੰ ਆਪਣੇ ਕੋਲੋਂ ਫਿਰ ਪਾਉਣੇ ਪੈ ਜਾਂਦੇ ਨੇ ਪੈਸੇ। ਤੇ ਉਹ ਹੈ ਵੀ ਸਾਨੂੰ ਫਿਰ ਸਹਿਜੇ ਸਹਿਜੇ ਜਿੱਦਾਂ ਸਪਾਂਸਰਸ ਜਿਹੜੇ ਨੇ ਉਹ ਇੱਥੇ ਸਾਨੂੰ ਮਿਲਣੇ ਸ਼ੁਰੂ ਹੋ ਗਏ। ਜਿਹੜੇ ਸਾਡੇ ਕੋ ਮਾਈਂਡਡ ਲੋਕ ਨੇ ਉਹ ਬਹੁਤ ਸਾਰੇ ਬਿਜ਼ਨਸ ਦੇ ਵਿੱਚ ਹੈਗੇ ਨੇ, ਉਹ ਸਾਨੂੰ ਕਾਫੀ ਹੁਣ ਮਦਦ ਕਰਨ ਲੱਗ ਪਏ ਨੇ। ਇਹਦੇ ਨਾਲ ਸਾਡਾ ਕਾਫੀ ਸਫ਼ਰ ਸੁਖਾਲਾ ਹੋ ਗਿਆ, ਬਹੁਤ ਵਧੀਆ ਯਾਨੀ ਕਿ ਹੁਣ ਕੰਮ ਚੱਲ ਰਿਹਾ। ਔਰ ਸਾਡੇ ਇੱਥੇ ਕੈਨੇਡਾ ਜਿੱਥੇ ਕਾਫੀ ਅੱਛੀਆਂ ਭੁੱਲਰ ਹੈ ਇੱਕ ਮੈਡਮ ਸੁਪਰਮਿੰਦਰ ਸਵੈਚ ਹੈ, ਇੱਕ ਆਪਣਾ ਮੁੰਡਾ ਗਿਆ ਉੱਥੇ, ਉਹਦਾ ਨਾਮ ਭੁੱਲ ਗਿਆ, ਉਹ ਕਰ ਰਿਹਾ। ਐਡਮਿੰਟਨ ਚ ਪਰਮਜੀਤ ਗਿੱਲ ਹੋਣੀ ਨੇ, ਜਾਂ ਇੱਥੇ ਤਿੰਨਾਂ ਸ਼ਹਿਰਾਂ ਚ ਮੇਨ ਇੱਥੇ ਥੀਏਟਰ ਹੋ ਰਿਹਾ ਆ। ਔਰ ਬੜੇ ਮਾਣ ਵਾਲੀ ਗੱਲ ਆ, ਤੁਹਾਨੂੰ ਮੈਂ ਮਾਣ ਹਾਸਲ ਉਹਦੇ ਚ ਕਰਨ ਤੋਂ ਪਿੱਛੇ ਨਹੀਂ ਰਹਾਂਗਾ ਕਿ ਸਭ ਤੋਂ ਜ਼ਿਆਦਾ ਥੀਏਟਰ ਇਸ ਵੇਲੇ ਟੋਰਾਂਟੋ ਏਰੀਏ ਦੇ ਵਿੱਚ ਹੋ ਰਿਹਾ ਕੈਨੇਡਾ ਵਿੱਚ ਜੇ ਮੈਂ ਕਹਾਂ। ਔਰ ਪੰਜਾਬ ਤੋਂ ਬਾਹਰ ਜੇ ਕੋਈ ਪੰਜਾਬੀ ਥੀਏਟਰ ਹੋ ਰਿਹਾ ਹੈ ਸਭ ਤੋਂ ਜ਼ਿਆਦਾ ਤੇ ਉਹ ਟੋਰਾਂਟੋ ਵਿੱਚ ਹੋ ਰਿਹਾ। ਸਾਡੇ ਕੋਲ ਰੰਧਾਵਾ ਤੁਸੀਂ ਜਿਹੜੇ ਨਾਟਕ ਇੱਧਰ ਕਰਦੇ ਹੋ ਉਹਨਾਂ ਦੇ ਸਬਜੈਕਟ ਕਿੱਦਾਂ ਦੇ ਨੇ? ਕੀ ਉਹ ਸਾਰੇ ਕੈਨੇਡੀਅਨ ਲਾਈਫ ਦੇ ਨਾਲ ਜੁੜੇ ਆ ਜਾਂ ਉਹੀ ਨਾਟਕ ਕਰਦੇ ਹੋ ਜਿਹੜੇ ਇੱਧਰ ਕੀਤੇ ਸੀ? ਪਹਿਲਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ, ਪਹਿਲਾ ਨਾਟਕ ਮੈਂ ਪਾਲੀ ਭੁਪਿੰਦਰ ਹੁਣਾਂ ਦਾ ਕੀਤਾ ਸੀਗਾ, ਮੈਂ ਭਗਤ ਸਿੰਘ। ਉਹਦੀ ਸਾਰਥਕਤਾ ਉਨੀ ਇੱਥੇ ਵੀ ਉਨੀ ਹੀ ਹੈ ਜਿੰਨੀ ਹਿੰਦੁਸਤਾਨ ਦੇ ਵਿੱਚ ਹੈ, ਔਰ ਲੋਕ ਉਹਨਾਂ ਨੂੰ ਪਸੰਦ ਕਰਦੇ ਆ। ਕੁਝ ਸਕ੍ਰਿਪਟਾਂ ਪਹਿਲਾਂ ਅਸੀਂ ਇੱਧਰੋਂ ਲਿਆ ਕੇ ਅਸੀਂ ਇੱਧਰ ਖੇਡੀਆਂ ਸੀਗੀਆਂ, ਜਿੱਦਾਂ ਇਹ ਸੀ, ਇੱਕ ਅੱਧੀ ਹੋਰ ਖੇਡੀ ਹੋਏਗੀ। ਉਸ ਤੋਂ ਬਾਅਦ ਫਿਰ ਇੱਥੋਂ ਦੇ ਮਾਹੌਲ ਦੇ ਮੁਤਾਬਕ ਨਾਟਕ ਰਚੇ ਜਾਣ ਲੱਗੇ। ਉਹਨਾਂ ਵਿੱਚ ਖੁਦ ਮੈਂ 6 ਨਾਟਕ ਮੈਂ ਖੁਦ ਇੱਥੇ ਦੇ ਹਾਲਾਤ ਦੇ ਉੱਤੇ ਲਿਖੇ ਨੇ। ਉਹਨਾਂ ਵਿੱਚੋਂ ਇੱਕ ਨਾਟਕ ਤੁਸੀਂ ਵੀ ਇੱਥੇ ਛਾਪਿਆ ਸੀਗਾ, ਪੰਜਾਬੀ ਨਾਟਕ ਅਕੈਡਮੀ ਕਿਤਾਬ ਸੀ ਨਵ ਰੰਗ, ਇਹਦੇ ਵਿੱਚ ਕੁਲੱਕੜ ਮੇਰਾ ਨਾਟਕ, ਤੁਸੀਂ ਪੜ੍ਹਿਓ, ਤੁਸੀਂ ਵੀ ਇੱਥੇ ਜੇ ਕਰੋਗੇ ਤੁਹਾਨੂੰ ਚੰਗਾ ਲੱਗੂਗਾ। ਮੈਂ ਪੜ੍ਹਿਆ ਬਿਲਕੁਲ, ਬਹੁਤ ਅੱਛਾ ਨਾਟਕ ਹੈ। ਇਹ ਮੇਰੀਆਂ ਕਿਤਾਬਾਂ ਛਪੀਆਂ ਸੀ ਇੱਥੇ, ਬਿਲਕੁਲ ਮੇਰੀਆਂ 5 ਕਿਤਾਬਾਂ ਛਪੀਆਂ ਨੇ ਹੁਣ ਤੱਕ ਨਾਟਕਾਂ ਦੀਆਂ। ਇੱਕ ਅਗਲੀ ਹੁਣ ਪ੍ਰੈਸ ਜਾਣ ਲਈ ਤਿਆਰ ਹੈ, ਜਿਹੜੇ ਤੁਹਾਨੂੰ ਸਾਰੇ ਇੱਥੋਂ ਦੇ ਜਿਹੜੇ ਕੈਨੇਡਾ ਬਾਰੇ ਨਾਟਕ ਜਿਹੜੇ ਮੈਂ ਘੱਟੋ ਘੱਟ ਰਚੇ ਨੇ ਉਹ ਤੁਹਾਨੂੰ ਮਿਲ ਜਾਣਗੇ। ਫਿਰ ਇੱਥੇ ਇੱਕ ਬਹੁਤ ਵਧੀਆ ਕੰਮ ਕਰ ਰਹੇ ਨੇ ਇੱਥੋਂ ਦੇ ਰਾਈਟਰ,
ਉਹ ਉਹਨਾਂ ਵਿੱਚ ਜਿਹੜਾ ਕੁਲਵਿੰਦਰ ਖਹਿਰਾ ਦੇ ਮੈਂ ਨਾਟਕ ਸਾਰੇ ਜਿੰਨੇ ਹੁਣ ਤੱਕ ਉਹਨਾਂ ਨੇ ਲਿਖੇ ਨੇ ਮੈਂ ਖੇਡੇ ਨੇ, ਔਰ ਸਾਰੇ ਹੀ ਉਹਨਾਂ ਦੇ ਕੈਨੇਡੀਅਨ ਹਾਲਾਤਾਂ ਦੇ ਉੱਤੇ ਨੇ, ਇੱਥੋਂ ਦੀਆਂ ਮੁਸ਼ਕਲਾਂ ਨੂੰ ਪੇਸ਼ ਕਰਦੇ ਨੇ। ਇਹਨਾਂ ਵਿੱਚੋਂ ਸਭ ਤੋਂ ਵਧੀਆ ਨਾਟਕ ਜਿਹੜੇ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਦਾਦ ਮਿਲੀ ਲੋਕਾਂ ਨੇ ਦਿੱਤੀ, ਉਹ ਸੁੱਚਾ ਸਿੰਘ ਕੈਨੇਡੀਅਨ ਸੀ। ਉਹ ਕਿਸ ਤਰ੍ਹਾਂ ਇੱਕ ਬੰਦਾ ਜਿਹੜਾ ਇੰਡੀਆ ਤੋਂ ਆਉਂਦਾ ਤੇ ਕਿੰਨਾ ਹਾਲਾਤਾਂ 'ਚ ਆ ਕੇ ਉਹਨਾਂ ਨੂੰ ਉਹ ਰਿਫਿਊਜੀ ਕਲੇਮ ਕਰਦਾ, ਫਿਰ ਆਪਣੇ ਸੱਟਾਂ ਲਾ ਦਿੰਦਾ ਆ ਅਦਾਲਤ ਨੂੰ ਵਿਖਾਉਣ ਵਾਸਤੇ ਵੀ ਮੈਨੂੰ ਮੇਰੇ ਤਸ਼ੱਦਦ ਬੜਾ ਹੋਇਆ। ਉਹ ਬੜਾ ਕਮਾਲ ਦਾ ਸਾਡਾ ਨਾਟਕ ਸੀਗਾ। ਫਿਰ ਇੱਕ ਸਾਡਾ ਇੱਥੇ ਇੱਕ ਗੋਲਡਨ ਟਰੀ ਕੀਤਾ ਸੀ ਅਸੀਂ, ਉਹ ਵੈਨਕੂਵਰ, ਔਰ ਸਾਰੇ ਨਾਟਕ ਹੁਣ ਅਸੀਂ ਇੱਥੋਂ ਦੀਆਂ ਹਾਲਾਤਾਂ ਦੇ ਮੁਤਾਬਕ ਹੀ ਕਰਦੇ ਹਾਂ। ਹੁਣ ਉਹ ਇੰਡੀਆ, ਕਿਉਂਕਿ ਇੰਡੀਆ ਦੇ ਜਿਹੜੇ ਹਾਲਾਤ ਵੱਖਰੇ ਨੇ ਤੇ ਇੱਥੋਂ ਦੇ ਹਾਲਾਤ, ਫਿਰ ਅਸੀਂ ਇੱਥੋਂ ਦੇ ਜਿਹੜੇ ਜੋ ਮੁਸ਼ਕਲਾਂ ਨੇ ਜੋ ਸਾਨੂੰ ਇੱਥੇ ਨਿਤਮਰਾ ਜਿਨ੍ਹਾਂ ਦਾ ਸਾਡਾ ਸਾਹਮਣਾ ਹੁੰਦਾ ਆ, ਉਹਨੂੰ ਆਧਾਰ ਬਣਾ ਕੇ ਇੱਥੇ ਨਾਟਕ ਅਸੀਂ ਖੇਡ ਰਹੇ ਹਾਂ। ਇੱਕ ਇੱਥੇ ਹੋਰ ਸਾਡਾ ਓਂਕਾਰਪ੍ਰੀਤ ਹੈ, ਉਹ ਸ਼ਾਇਰ ਵੀ ਹੈ, ਬੜਾ ਪਿਆਰੇ ਨਾਟਕ ਉਹਨੇ ਵੀ ਲਿਖੇ ਨੇ, ਕੁਲਵਿੰਦਰ ਨੇ ਲਿਖੇ ਨੇ। ਇਸ ਤਰ੍ਹਾਂ ਪਿੱਛੇ ਜੇ ਇੱਕ ਨਾਟਕ ਬੜਾ ਪਿਆਰਾ ਇੱਥੇ ਕਰਕੇ ਗਏ ਅਜਮੇਰ ਰੋਡੇ ਹੋਣੇ, ਉਹਨਾਂ ਨੇ ਲਿਖਿਆ ਮੈਲੇ ਹੱਥ। ਉਹ ਇੱਕ ਔਰਤ ਦੀ ਜਿਹੜੀ ਸੀਗੀ ਨਾ, ਮੀ ਟੂ ਜਿਹੜੀ ਇੱਕ ਲਹਿਰ ਚੱਲੀ ਸੀ, ਉਹਦੇ ਉੱਤੇ ਲਿਖਿਆ, ਬੜਾ ਬਹੁਤ ਕਮਾਲ ਦਾ। ਹੁਣ ਤੱਕ ਮੈਂ ਜਿੰਨੇ ਨਾਟਕ ਵੇਖੇ ਨੇ ਔਰਤਾਂ ਦੇ ਉੱਤੇ, ਬੱਚੀਆਂ ਦੇ ਉੱਤੇ, ਉਹਨਾਂ ਨੂੰ ਵਲਗਰਾਉਣ ਜਾਂ ਉਹਨਾਂ ਨਾਲ ਵਧੀਕੀਆਂ ਦੇ ਉੱਤੇ, ਉਹ ਬੜਾ ਸਭ ਤੋਂ ਵਧੀਆ ਮੈਨੂੰ ਲੱਗਾ ਮੈਲੇ ਹੱਥ। ਸੋ ਇਸ ਤਰ੍ਹਾਂ ਦੇ ਕੰਮ ਹੋ ਰਿਹਾ ਜੀ, ਬਹੁਤ ਚੰਗਾ ਕੰਮ ਹੋ ਰਿਹਾ ਹੈ, ਔਰ ਲੋਕਾਂ ਦਾ ਬਹੁਤ ਵੱਡਾ ਹੰਗਾਰਾ ਹੈ। ਰੰਧਾਵਾ, ਤੁਸੀਂ ਕਿਉਂਕਿ ਮੈਂ ਇੱਧਰ ਦਾ ਬਹੁਤ ਸਾਰਾ ਨਾਟਕ ਮੈਂ ਵੀ ਪੜ੍ਹਿਆ, ਮੈਨੂੰ ਪੜ੍ਹਨ ਦਾ ਇਸ ਲਈ ਮੌਕਾ ਮਿਲ ਗਿਆ। ਮੇਰੇ ਕੋਲ ਘਰ ਦੇ ਵਿੱਚ ਜਿਹੜੇ ਕੈਨੇਡੀਅਨ ਨਾਟਕ ਜਿਹੜੇ ਪੰਜਾਬੀ ਦੇ ਵਿੱਚ ਲਿਖੇ ਗਏ ਪੰਜਾਬੀ ਨਾਟਕਕਾਰਾਂ ਨੇ, ਤੇ ਮੇਰੇ ਕੋਲ ਕਾਫੀ 70-80 ਸਕ੍ਰਿਪਟਾਂ ਮੇਰੇ ਕੋਲ ਘਰ ਪਈਆਂ ਨੇ। ਮੈਂ ਉਹ ਸਾਰੀਆਂ ਲੇਟੈਸਟ, ਮੈਂ ਸਾਰੀਆਂ ਕੁਲਵਿੰਦਰ ਖਹਿਰਾ ਦੇ, ਤੇ ਮੈਂ ਉਹ ਭੂਮਿਕਾ ਵੀ ਲਿਖੀ ਸੀ ਕਿਤਾਬ ਦੀ, ਹਨੇਰੀਆਂ ਗਲੀਆਂ ਵਾਲੀ, ਹਨਾ, ਉਹਦੇ ਵੀ ਸਾਰੇ। ਤੇ ਉਹ ਕਿਉਂਕਿ ਮੇਰੇ ਮਿਸਿਸ ਨੇ PhD ਕੀਤੀ ਸੀ ਪ੍ਰਵਾਸੀ ਪੰਜਾਬੀ ਨਾਟਕ ਤੇ ਰੰਗਮੰਚ ਤੇ, ਅੱਜ ਤੋਂ 20-22 ਸਾਲ ਪਹਿਲੇ, ਸਭ ਤੋਂ ਪਹਿਲੀ ਇਸ ਵਿਸ਼ੇ ਤੇ PhD ਉਸੇ ਦੀ ਹੈ। ਇਸ ਕਰਕੇ ਮੈਨੂੰ ਇਹ ਨਾਟਕ ਸਾਰੇ ਮੈਨੂੰ ਵੀ ਪੜ੍ਹਨ ਦਾ ਮੌਕਾ ਮਿਲਿਆ। ਮੈਂ ਹੁਣੇ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਜਿਹੜੇ ਕਾਰਾਂ ਨੇ ਅਜਮੇਰ ਰੋਡੇ ਹੋਰਾਂ ਨੇ ਪਹਿਲੇ ਨਾਟਕ ਲਿਖੇ ਸੀ, ਸਾਧੂ ਬੀਗ ਨੇ ਲਿਖੇ ਸੀ, ਔਰ ਸੁਖਵੰਤ ਹੁੰਦਲ ਹੋਰਾਂ ਨੇ ਉਹ ਸੀਗੇ ਜਿਨ੍ਹਾਂ ਨੇ ਪਹਿਲੇ ਨਾਟਕ ਲਿਖੇ ਸੀ, ਤੇ ਜਿਹੜੇ ਹੁਣ ਲਿਖੇ ਜਾ ਰਹੇ ਆ, ਇਹ ਕਿੱਦਾਂ ਦੇ ਸਬਜੈਕਟ, ਇਹਦੇ ਵਿੱਚ ਕੋਈ ਨਵੀਂ ਚੇਂਜ ਆਈ ਹੈ ਸਬਜੈਕਟ ਦੀ? ਹੁਣ ਦੀਆਂ ਪ੍ਰੋਬਲਮਸ ਤੇ ਜਿਹੜੀਆਂ ਪਹਿਲਾਂ ਦੀਆਂ ਪ੍ਰੋਬਲਮਸ ਨੇ ਕੈਨੇਡੀਅਨ ਸਮਾਜ ਦੀਆਂ, ਪੰਜਾਬੀ ਭਾਈਚਾਰੇ ਦੀਆਂ, ਉਹਦੇ ਵਿੱਚ ਫਰਕ ਤਾਂ ਆਇਆ ਹੀ ਹੈ, ਹੈਨਾ? ਕਿ ਇਹ ਨਾਟਕ ਉਹਦੇ ਮੁਤਾਬਕ ਲਿਖੇ ਜਾ ਰਹੇ ਨੇ? ਬਿਲਕੁਲ ਬਿਲਕੁਲ ਲਿਖੇ ਜਾ ਰਹੇ ਆ ਜੀ। ਹੁਣ ਸਾਡੇ ਇੱਥੇ ਇੱਕ ਘਟਨਾ ਹੋਈ ਸੀਗੀ, ਵੈਨਕੂਵਰ ਕੁੜੀਆਂ, ਸਾਡੀਆਂ ਪੰਜਾਬੀ ਕੁੜੀਆਂ ਸੀਗੀਆਂ, ਉਹ ਖੇਤਾਂ 'ਚ ਬੇਰੀ ਤੋੜਨ ਜਾਂਦੀਆਂ ਸੀ, ਇੱਕ ਵੈਨ ਦੇ ਵਿੱਚ ਬਹਿ ਕੇ। ਉਹ ਵੈਨ ਦਾ ਜਿਹੜਾ ਠੇਕੇਦਾਰ ਸੀ ਉਹ ਵੀ ਪੰਜਾਬੀ ਸੀਗਾ, ਉਹਨੂੰ ਲੈ ਕੇ ਜਾਂਦੇ, ਕੋਈ ਸੀਟ ਬੈਲਟਾਂ ਨਹੀਂ ਲਾਉਂਦੇ, ਦੇਸੀ ਜੁਗਾੜ ਜਿੱਦਾਂ ਕੁੜਕੇ ਦੇ ਬਾਹਰ ਕੇ ਲੈ ਜਾਂਦੇ ਆ। ਐਕਸੀਡੈਂਟ ਹੋਇਆ, ਉਹਦੇ 4 ਕੁੜੀਆਂ ਆਪਣੀਆਂ ਮਰ ਗਈਆਂ, ਤੇ ਉਹਦੇ ਵਿੱਚ ਇੱਕ ਕੁੜੀ ਸੀ, ਉਹਦੀ ਜ਼ਿੰਦਗੀ ਤੇ ਆਧਾਰਿਤ ਨਾਟਕ ਅਸੀਂ ਇੱਥੇ ਕੁਲਵਿੰਦਰ ਨੇ ਲਿਖਿਆ ਸੀਗਾ, ਗੋਲਡਨ ਟਰੀ। ਉਹ ਲੋਕਾਂ ਨੇ ਇੰਨਾ ਕੁ ਜ਼ਿਆਦਾ ਉਹਨੂੰ ਹੁੰਗਾਰਾ ਦਿੱਤਾ ਵੀ ਕਮਾਲ ਹੈ, ਕਿਉਂਕਿ ਉਹ ਇੱਥੋਂ ਦੀ ਲੋਕਲ, ਉਹਨਾਂ ਦੀ ਆਪਣੀ ਗੱਲ ਉਹਨਾਂ ਨੂੰ ਲੱਗਦੀ ਸੀ। ਇਸੇ ਤਰ੍ਹਾਂ ਹੁਣ ਨਾਟਕ ਮੈਂ ਨਹੀਂ ਦਿਨ ਇੱਕ ਲਿਖ ਰਿਹਾ, ਮੇਰਾ ਫਾਈਨਲ ਸਟੇਜ ਤੇ ਆ। ਇੱਥੇ ਜਿਹੜੇ ਵਿਦਿਆਰਥੀ, ਇੰਟਰਨੈਸ਼ਨਲ ਵਿਦਿਆਰਥੀ, ਖਾਸ ਕਰਕੇ ਪੰਜਾਬ ਤੋਂ ਜਿਹੜੇ ਇੱਥੇ ਆਉਂਦੇ ਨੇ, ਉਹਨਾਂ ਤੇ ਬੜਾ ਇਲਜ਼ਾਮ ਲੱਗਦਾ, ਕੋਈ ਬੜਾ ਉਹ ਕਰਦੇ ਵੀ ਬਹੁਤ ਕੁਛ ਆ ਇੱਥੇ। ਉਹਨਾਂ ਦਾ ਸਾਰਾ ਤੁਹਾਨੂੰ ਨਾਟਕ ਵਿੱਚ ਵੀ ਮਿਲੇਗਾ, ਔਰ ਕਾਫੀ ਕੁਛ ਉਹਨਾਂ ਦੇ ਉੱਤੇ ਉਹ ਸੱਚੀ ਗੱਲਾਂ ਨੇ, ਉਹ ਸਾਡੇ ਲਾਗੇ ਚਾਗੇ ਪਲਾਜ਼ਿਆਂ ਦੇ ਵਿੱਚ ਕਰਦੇ ਫਿਰਦੇ ਨੇ। ਉਹਦੇ ਉੱਤੇ ਜਿਹੜਾ ਇੱਕ ਨਾਟਕ ਮੈਂ ਲਿਖਿਆ ਤੁਹਾਨੂੰ ਜ਼ਰੂਰ ਦੱਸਾਂਗਾ। ਔਰ ਇਸੇ ਤਰ੍ਹਾਂ ਹੋਰ ਸਾਰੀਆਂ ਮੁਸ਼ਕਲਾਂ ਨੇ ਇੱਥੇ, ਜਿੱਦਾਂ ਤੁਹਾਨੂੰ ਮੈਂ ਦੱਸਿਆ ਕਿ ਤਰਕਸ਼ੀਲ ਸੁਸਾਇਟੀ ਨੇ ਜਿਹੜੀ ਦੱਸੀ, ਇੱਕ ਇੱਥੇ ਵੱਡੀ ਸਮੱਸਿਆ ਬਜ਼ੁਰਗਾਂ ਦੇ ਉੱਤੇ। ਔਰ ਜਦੋਂ ਭਾਜੀ ਦਾ ਨਾਟਕ ਸੰਤਾਪ ਜਿਹੜਾ, ਉਹਦੀ ਅੱਜ ਵੀ ਉਨੀ ਸਾਰਥਕਤਾ, ਇੱਥੇ ਮੈਂ ਕਈ ਵਾਰੀ ਖੇਡਿਆ, ਔਰ ਇੰਨੀ ਡਿਮਾਂਡ ਉਹਦੀ ਆਈ, ਉਹ ਬੜਾ ਕਮਾਲ ਦਾ ਨਾਟਕ। ਕਿਉਂਕਿ ਇਸ ਵੇਲੇ ਜਿਹੜਾ ਸਮਾਜ ਦਾ ਵਰਗ ਹੈ, ਸਭ ਤੋਂ ਅਣਗੌਲਿਆ ਵਰਗ ਆ ਬਜ਼ੁਰਗ ਨੇ। ਜਿੰਨੀ ਉਹਨਾਂ ਦੀ ਦੁਰਗਤੀ ਇਸ ਵੇਲੇ ਮਾੜੀ ਹਾਲਤ ਆ, ਉਹ ਸਮਾਜ ਦੇ ਦੂਸਰੇ ਲੋਕਾਂ ਦੀ ਨਹੀਂ ਹੈ। ਉਹਨਾਂ ਉੱਤੇ ਕੰਮ ਕਰਨਾ ਬਣਦਾ, ਔਰ ਕਰ ਰਹੇ ਅਸੀਂ, ਔਰ ਬੜਾ ਚੰਗਾ ਲੱਗ ਰਿਹਾ ਵਾ। ਉਹ ਖਾਸ ਬਜ਼ੁਰਗਾਂ ਦੀ, ਕਿਉਂਕਿ ਉਹਨਾਂ ਨੂੰ ਜੇ ਘਰ ਦੇ ਵਿੱਚ ਰਹਿੰਦੇ ਨੇ ਤਾਂ ਨਹੀਂ ਉਹਨਾਂ ਨੂੰ ਸਹਾਰਦੇ। ਔਰ ਕਈ ਮੈਂ ਬਜ਼ੁਰਗ ਦੇਖੇ ਨੇ 78-80 ਸਾਲ ਦੇ ਬਜ਼ੁਰਗ, ਵਿਚਾਰੇ ਬਾਹਰ ਬਰਫ਼ ਪਈ ਹੁੰਦੀ ਆ,
ਤੇ ਸਨੋ ਸੂਟ ਪਾ ਕੇ ਤੇ ਲੋਕਾਂ ਦੇ ਘਰਾਂ 'ਚ ਫਲਾਇਰ ਪਾ ਰਹੇ ਨੂੰ, ਕਈ ਡਿੱਗੇ ਮੈਂ ਇੱਕ ਦੋ ਨਾਲ ਮੇਰਾ ਮੈਂ ਚੁੱਕ ਕੇ ਉਹਨਾਂ ਨੂੰ ਖੜਿਆ ਕੀਤਾ ਔਰ ਮੈਨੂੰ ਉੱਥੇ ਰੋਣਾ ਆਇਆ, ਯਾਰ ਕੀ ਹੈ ਮੁਸ਼ਕਿਲ, ਇਹ ਕੀ ਇਹਨਾਂ ਦੀ ਜ਼ਿੰਦਗੀ ਹੈ ਨਾ। ਇਹਨਾਂ ਨੇ ਸਾਡੇ ਲੋਕਾਂ ਨੂੰ ਪੜ੍ਹਾ ਲਿਖਾ ਕੇ ਪ੍ਰਵਾਨ ਚੜਾਇਆ ਤੇ ਅੱਜ ਇਹਨਾਂ ਨੂੰ ਮਿਹਨਤ ਕਰਨੀ, ਔਰ ਉਹ ਪੈਨਸ਼ਨ ਵੀ ਲੈ ਰਹੇ ਨੇ। ਉਹ ਪੈਨਸ਼ਨ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਪਹਿਲਾਂ ਹੀ ਚੈੱਕ ਉਹਨਾਂ ਕੋਲ ਫੜ ਲੈਂਦੇ ਨੇ, ਉਹਨਾਂ ਨੂੰ ਬੈਂਕ ਚੋਂ $1 ਕਢਾਉਣ ਦਾ ਵੀ ਹੁਕਮ ਨਹੀਂ ਹੈ। ਇਸ ਤਰ੍ਹਾਂ ਦੀਆਂ ਸਮੱਸਿਆਵਾਂ ਬਹੁਤ ਨੇ ਜਿਨ੍ਹਾਂ ਤੇ ਕੰਮ ਕੀਤਾ ਜਾ ਰਿਹਾ, ਔਰ ਪੰਜਾਬੀ ਖੇਤਰ ਦੇ ਵਿੱਚ ਇਹ ਬਹੁਤ ਇੱਕ ਸੰਭਾਵਨਾ ਇਸ ਖੇਤਰ ਵਿੱਚ ਕੰਮ ਕਰਨ ਦੀ। ਰੰਧਾਵਾ, ਤੁਸੀਂ ਜਿਵੇਂ ਕਿ ਅਸੀਂ ਜਦੋਂ ਕੰਮ ਅਸੀਂ ਤਾਂ ਫੁੱਲ ਟਾਈਮ ਇਹੋ ਕੰਮ ਕਰਦੇ ਹਾਂ, ਪਰ ਕੁਝ ਸਾਡੇ ਦੂਸਰੇ ਥੀਏਟਰ ਗਰੁੱਪ ਵੀ ਜਿਹੜੇ ਵੀ ਉਹ ਇੱਕ ਨਾਟਕ ਲੈ ਕੇ ਤੇ ਟੂਰ ਕਰਦੇ ਰਹਿੰਦੇ ਆ, ਕਦੀ ਕਿਸੇ ਸ਼ਹਿਰ 'ਚ ਕਦੀ ਕਿਸੇ ਸ਼ਹਿਰ 'ਚ। ਕੀ ਤੁਸੀਂ ਵੀ ਜਿਹੜੇ ਨਾਟਕ ਤਿਆਰ ਕਰਦੇ ਹੋ ਇੰਨੀ ਮਿਹਨਤ ਦੇ ਨਾਲ, ਤੇ ਉਹ ਦੂਜੇ ਸ਼ਹਿਰਾਂ ਵਿੱਚ ਟੋਰਾਂਟੋ ਤੋਂ ਵੈਨਕੂਵਰ ਜਾਂ ਐਡਮਿੰਟਨ ਜਾਂ ਕਿਸੇ ਹੋਰ ਵਿਕਟੋਰੀਆ ਵਗੈਰਾ ਕਿਸੇ ਹੋਰ ਸ਼ਹਿਰ 'ਚ ਕਰਨ ਲਈ ਜਾਂਦੇ ਹੋ, ਜਾਂ ਉਹ ਤੁਹਾਡੇ ਕੋਲ ਆਉਂਦੇ ਨੇ ਕੋਈ ਏਦਾਂ ਦੇ? ਕੁਛ ਕੁ ਨਾਟਕਾਂ ਦੇ ਸਿਲਸਿਲੇ 'ਚ ਕਹਾਂ ਤੇ ਹਾਂ, ਤੇ ਕੁਛ ਕੁ 'ਚ ਫਿਰ ਔਖਾ ਹੋ ਜਾਂਦਾ, ਕਿਉਂਕਿ ਜਦੋਂ ਸਾਡੀ ਟੀਮ ਇੱਥੇ, ਕਿਉਂਕਿ ਇੱਥੇ ਸ਼ਹਿਰ ਜਿੱਥੇ ਹੋਣੇ ਜਿੱਥੇ ਪੰਜਾਬੀ ਵਸੋਂ ਆ, ਉਹ ਸ਼ਹਿਰ ਇੱਕ ਦੂਜੇ ਤੋਂ ਬੜੇ ਦੂਰ ਨੇ। ਉਹ ਕਈ ਵਾਰੀ 6-6 7-7 ਘੰਟੇ ਬਾਈ ਏਅਰ ਲੱਗ ਜਾਂਦੇ ਨੇ, ਤੇ ਉਹਨਾਂ ਦੀ ਟਿਕਟ ਦਾ ਖਰਚਾ ਬੜਾ ਪੈ ਜਾਂਦਾ। ਉਹ ਜਦੋਂ ਇੱਕ 15 ਬੰਦਿਆਂ ਦੀ ਟੀਮ ਹੈ, 15 ਕਲਾਕਾਰਾਂ ਦੀ, ਤੇ ਉਹ ਜੇ ਅਸੀਂ ਦੂਸਰੀ ਜਗ੍ਹਾ ਤੇ ਸਫ਼ਰ ਕਰਨਾ ਹੋਵੇ ਤੇ ਉਹ 12-13 ਹਜ਼ਾਰ ਤੇ ਏਅਰ ਫੇਅਰ ਹੀ ਲੱਗ ਜਾਂਦਾ। ਫਿਰ ਉਹਨਾਂ ਨੂੰ ਮੁਸ਼ਕਲਾਂ ਆ ਜਾਂਦੀਆਂ ਕਿ ਇਸ ਕਰਕੇ ਸਾਨੂੰ ਨਾਟਕ ਜਿਹੜੇ ਲੋਕਲ ਹੀ ਕਰਨੇ ਪੈਂਦੇ ਨੇ। ਕੁਝ ਕੁ ਨਾਟਕ ਜਿਹੜੇ 4-5 ਪਾਤਰ ਆਪਣੇ ਕੋਲ ਹੋਣ ਜਾਂ 1-2 ਉੱਥੋਂ ਜਾ ਕੇ ਲੈ ਕੇ ਹੋ ਜਾਂਦਾ। ਅਸੀਂ ਬਹੁਤ ਵਾਰ ਗਏ ਆ ਏਦਾਂ ਕਰਨ ਨਾਟਕ ਵੀ। ਪਿੱਛੇ ਜੇ ਇੱਥੋਂ ਵਰਿੰਦਰ ਮਕਨਾ ਤੇ ਸੁਵਿਧਾ ਦੁੱਗਲ ਇੱਥੇ ਆਏ ਸੀ ਕੁੜੀਆਂ ਸੀ, ਫਿਰ ਉਹਨਾਂ ਦਾ ਇੱਕ ਨਾਟਕ ਬੀਬੀ ਸਾਹਿਬਾ ਬੜਾ ਮਕਬੂਲ ਹੋਇਆ ਸੀ। ਇੱਥੇ ਉਹਦੇ 3-4 ਸ਼ੋਅ ਅਸੀਂ ਕੀਤੇ। ਉਸ ਤੋਂ ਬਾਅਦ ਫਿਰ ਅਸੀਂ ਐਡਮਿੰਟਨ ਵੀ ਕਰਕੇ ਆਏ, ਉਹਦੇ ਦੋ ਸ਼ੋਅ ਉੱਥੇ ਕਰਕੇ ਆਏ ਆ। ਇੱਕ ਮੇਰੀ ਵਾਈਫ ਨੇ ਕਿਤਾਬ ਲਿਖੀ ਸੀਗੀ ਲੇਖ ਨਹੀਂ ਜਾਣੇ ਨਾਲ, ਉਹਦੇ ਉੱਤੇ ਇੱਕ ਬੜਾ ਵਧੀਆ ਨਾਟਕ ਛੋਟਾ ਜਿਹਾ ਉਹਨਾਂ ਨੇ ਕੀਤਾ ਸੀ, ਪੈਰਾਂ ਨੂੰ ਕਰਾ ਦੇ ਝਾਂਜਰਾਂ। ਉਹ ਤੁਸੀਂ ਵੀ ਕਿਹਾ ਸੀ, ਸ਼ਾਇਦ ਤੁਸੀਂ ਵੀ ਕਹੋਗੇ, ਨਾਟਕ ਬੜਾ ਵਧੀਆ ਕਰ ਸਕਦੇ ਹੋ ਛੋਟੀ ਜਿਹੀ ਵਿੱਚੋਂ ਕੱਢ ਕੇ ਥੋੜੀ ਜਿਹੀ ਸਕ੍ਰਿਪਟ ਤੇ। ਉਹ ਬਹੁਤ ਅੱਛੀ ਕਿਤਾਬ ਹੈ। ਮੈਂ ਉਹ ਸਮਝਦਾ ਕਿ ਜਿਹੜਾ ਉਹਨੇ ਐਕਸਪੀਰੀਅੰਸ ਲਿਖਿਆ ਹੈ ਉਹ ਕਮਾਲ ਦਾ ਐਕਸਪੀਰੀਅੰਸ ਹੈ। ਉਹਨੇ ਪੂਰੀ ਕੈਨੇਡਾ ਦੀ ਜਿਹੜੀ ਜਰਨੀ ਹੈ ਉਹਦੀ ਹਿਸਟਰੀ ਦੇ ਨਾਲ ਜੋੜ ਕੇ, ਤੇ ਉਹ ਜਿਹੜੀਆਂ ਕੁੜੀਆਂ ਨੂੰ ਉੱਥੇ ਜਾ ਕੇ ਜਿਹੜੇ ਕੰਮ ਕਰਨੇ ਪੈਂਦੇ, ਉਹਨੇ ਬਹੁਤ ਸੋਹਣਾ ਲਿਖਿਆ। ਮੈਂ ਹਮੇਸ਼ਾ ਉਸ ਕਿਤਾਬ ਦਾ ਬਹੁਤ ਜਗ੍ਹਾ ਦੇ ਉੱਤੇ ਜ਼ਿਕਰ ਕੀਤਾ ਹੈ। ਹਾਂ, ਜੇ ਕਿਸੇ ਦੋਸਤ ਹੁਣ ਵੀ ਜਿਹੜੇ ਸੁਣ ਰਹੇ ਨੇ ਉਹ ਕਿ ਚੇਤਨਾ ਪ੍ਰਕਾਸ਼ਨ ਕੋਲ ਪਈ ਆ, ਜੋ ਕਿਤਾਬ ਪੜ੍ਹ ਸਕਣ ਤੇ ਬਹੁਤ ਸਾਰੀ ਇੱਥੋਂ ਦੀ ਜਿਹੜੀ ਟੋਟਲ ਝਾਕੀ ਆ, ਇੱਥੋਂ ਦਾ ਸੀਨ ਜਿਹੜਾ ਉਹਨਾਂ ਨੂੰ ਪਤਾ ਲੱਗ ਜਾਏਗਾ। ਲੇਖ ਨਹੀਂ ਜਾਣੇ ਨਾਲ ਬਲਜੀਤ ਰੰਧਾਵਾ ਦੇ ਨਾਂ ਹੇਠ ਛਪੀ ਆ ਇਹ ਕਿਤਾਬ ਆ। ਜੇ ਤੁਹਾਨੂੰ ਇੱਥੇ ਮਿਲੇ ਚੇਤਨਾ ਪ੍ਰਕਾਸ਼ਨ ਤੇ ਲੈ ਲੈਣਾ ਤੁਸੀਂ। ਸੋ ਇਸ ਤਰ੍ਹਾਂ ਦਾ ਸਫ਼ਰ ਜਾਰੀ ਹੈ ਜੀ। ਅੱਜ ਕੱਲ੍ਹ ਤੇ ਕਰੋਨਾ ਕਰਕੇ ਸਾਰੇ ਘਰਾਂ ਦੇ ਵਿੱਚ ਨੇ, ਕਿ ਹੁਣ ਅੱਜ ਕੱਲ੍ਹ ਜਿਹੜੇ ਨਵੇਂ ਤੋਂ ਨਵੇਂ ਤਜਰਬੇ ਰੰਗਮੰਚ ਵਿੱਚ ਹੋ ਰਹੇ ਨੇ ਉਹਨਾਂ ਦਾ ਹਿੱਸਾ ਬਣ ਰਹੇ। ਜਿਵੇਂ ਅੱਜ ਇੱਕ ਨਵਾਂ ਤਜਰਬਾ, ਤੁਸੀਂ ਆਨਲਾਈਨ ਮੇਰੇ ਨਾਲ ਗੱਲਬਾਤ ਕਰ ਰਹੇ ਹੋ, ਇਸੇ ਤਰ੍ਹਾਂ ਜਲੰਧਰ ਦੇ ਵਿੱਚ ਵੀ ਬੜਾ ਇੱਕ ਆਨਲਾਈਨ ਫੈਸਟੀਵਲ ਚੱਲ ਰਿਹਾ ਆ, ਇੱਕ ਵੱਖਰਾ ਔਰ ਬੜਾ ਤਜਰਬਾ ਚੱਲ ਰਿਹਾ। ਅਸੀਂ ਉਹ ਵੇਖਦੇ ਹਾਂ ਜਿਹੜੇ ਜਿਹੜਾ ਵਾ ਉਹਦੇ ਵਿੱਚ ਭਰਪਾਈ ਹੋ ਜਾਂਦੀ ਹੈ ਜਦੋਂ ਆਨਲਾਈਨ ਕੋਈ ਨਾ ਕੋਈ ਰਾਹ ਲੱਭ ਲੈਂਦੇ ਨੇ ਆਪਣੇ ਪੰਜਾਬੀ। ਤੁਹਾਨੂੰ ਪਤਾ ਜਗਾੜੀ ਬੰਦੇ ਆਪਾਂ, ਖਾਸ ਕਰਕੇ ਥੀਏਟਰ ਵਾਲੇ। ਬਿਲਕੁਲ ਔਰ ਬੜਾ ਚੰਗਾ ਲੱਗ ਰਿਹਾ ਹੈ। ਵੇਖੋ ਇਹ ਕਰੋਨਾ ਵਾਲਿਆਂ ਨੇ ਮੌਕਾ ਦੇ ਦਿੱਤਾ, ਕਰੋਨਾ ਨੇ, ਕਿ ਅਸੀਂ ਗੱਲਾਂ ਕਰੀਏ। ਮੈਨੂੰ ਵੈਸੇ ਵੀ ਜਦੋਂ ਕੋਈ ਪੁੱਛਦਾ ਸੀਗਾ ਤੁਸੀਂ ਕੀ ਕਰਦੇ ਹੋ, ਤੇ ਮੈਂ ਕਹਿੰਦਾ ਸੀ ਗੱਲਾਂ ਹੀ ਕਰਦੇ ਆ ਅਸੀਂ। ਤੇ ਹੁਣ ਇਹਨਾਂ ਦਿਨਾਂ 'ਚ ਹੁਣ ਅਸੀਂ ਸੱਚਮੁੱਚ ਗੱਲਾਂ ਕਰਦੇ ਆ, ਤੇ ਮੈਂ ਕਿਹਾ ਚਲੋ ਹੁਣ ਵਾਕਿਆ ਹੀ ਗੱਲਾਂ ਹੀ ਕਰ ਲਈਏ, ਅਸੀਂ ਇੱਕ ਦੂਜੇ ਦੇ ਬਾਰੇ 'ਚ ਜਾਣ ਲਈਏ, ਸਮਝ ਲਈਏ ਉਹਨਾਂ ਦੀ ਜਿਹੜੀ ਵੀ ਸਾਡੇ ਅੰਦਰਲੀ ਇੱਕ ਜਿਗਿਆਸਾ ਹੁੰਦੀ ਹੈ ਕੰਮ ਕਰਨ ਦੀ। ਸਾਡਾ ਕੰਮ ਕਿਸ ਤਰ੍ਹਾਂ ਦੇ ਸਟਾਈਲ ਦਾ, ਕੋਈ ਪਾਰਟਿਕੂਲਰ ਸਟਾਈਲ ਹੈ, ਔਰ ਕਿਹੜੀ ਮਿਹਨਤ ਵਿੱਚੋਂ, ਕਿਸ ਤਰ੍ਹਾਂ ਦੇ ਸੰਘਰਸ਼ ਵਿੱਚੋਂ ਕੋਈ ਨਿਕਲਦਾ ਹੈ, ਤੇ ਉਹ ਕੰਮ ਜ਼ਰੂਰ ਆਪਾਂ ਸ਼ੇਅਰ ਕਰੀਏ। ਸੋ ਮੈਂ ਹੁਣ, ਕਿਉਂਕਿ ਸਾਡੇ ਕੋਲ ਪਿੱਛੇ 10 ਮਿੰਟ ਹੈ, ਤੇ ਮੈਂ ਚਾਹਾਂਗਾ ਜਿਹੜੇ ਦੋਸਤ ਸੁਣਦੇ ਪਏ ਨੇ ਉਹ ਵੀ ਕੋਈ ਹੀਰਾ ਰੰਧਾਵਾ ਨੂੰ ਸਵਾਲ ਕਰਨਾ ਚਾਹਣ। ਮੇਰੇ ਖਿਆਲ ਸਰੀਨ ਸਾਹਿਬ ਕੋਈ ਪੁੱਛਣਾ ਚਾਹ ਰਹੇ ਜੀ। ਹੀਰਾ ਰੰਧਾਵਾ ਜੀ ਦੇ ਨਾਲ ਆਪਣਾ ਜਿਹੜਾ ਕ੍ਰੀਏਟਿਵ ਥੀਏਟਰ ਗਰੁੱਪ ਹੈ ਉਹਦੇ ਵਿੱਚ ਇਹ ਸੰਪਰਕ
ਜਿਹੜਾ ਦੁਨੀਆ ਇਤਿਹਾਸ ਜਿਹੜਾ ਸੀਗਾ ਉਹਦੇ ਵਿੱਚੋਂ ਵਾਹ, ਕੁਝ ਨਾ ਵਾਹ, ਕੁਝ ਵਾਹ, ਕੱਢ ਕਿਆ ਕੇ ਰੋਜ਼ ਪਾਉਂਦੇ ਸੀ ਤੇ ਉਹ ਬਹੁਤ ਚੰਗਾ ਲੱਗਦਾ ਸੀ, ਜਿਹੜਾ ਕਿ ਅਸੀਂ ਕਦੇ ਨਹੀਂ ਸੀ ਜਾਣਦੇ। ਥੀਏਟਰ ਕਰਦੇ ਸੀ ਪਰ ਇਤਿਹਾਸ ਦੇ ਬਾਰੇ ਉਸ ਕ੍ਰੀਏਟਿਵ ਥੀਏਟਰ ਗਰੁੱਪ ਦੇ ਥਰੂ, ਪਰ ਇਹਨਾਂ ਨੂੰ ਉਹਨੂੰ ਬੰਦ ਕਰਤਾ। ਉਹ ਕਿਉਂ ਕਰਤਾ? ਉਹ ਮੈਂ ਹੁਣ ਸਰੀਨ ਸਾਹਿਬ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ, ਬੜਾ ਚੰਗਾ ਲੱਗਾ ਜੀ। ਆ ਤੁਸੀਂ ਚੇਤਾ ਕਰਵਾ ਦਿੱਤਾ। ਉਹ ਮੈਂ 2 ਸਾਲ ਤੇ ਪਾਉਂਦਾ ਹੁੰਦਾ ਸੀ ਹਰ ਰੋਜ਼ ਕੀ ਵਾਪਰਿਆ ਥੀਏਟਰ ਦੀ ਦੁਨੀਆ ਦੇ ਵਿੱਚ। ਉਹ ਫਿਰ ਬਾਰ-ਬਾਰ ਹਰ ਸਾਲ ਫਿਰ ਉਹਦੇ ਤੇ ਬਾਅਦ ਮੈਂ ਪਾਉਣਾ ਛੱਡ ਦਿੱਤਾ। ਮੈਂ ਕਿਹਾ ਵੀ ਲੋਕਾਂ ਨੇ ਪੜ੍ਹ ਲਿਆ, ਕੋਈ ਬਹੁਤਾ ਜਿੰਨਾ ਕੁ ਹੁੰਗਾਰਾ ਦਿੰਦੇ ਸੀ ਹੈਲੋ ਹੈਲੋ ਕਰਕੇ ਬਸ ਮਾੜਾ ਜਿਹਾ ਹੁੰਗਾਰਾ ਦੇ ਦਿੰਦੇ ਸੀਗੇ। ਪਰ ਮੈਂ ਫੇਰ ਸ਼ੁਰੂ ਕਰ ਦਾਂਗਾ ਜੀ, ਜੇ ਤੁਸੀਂ ਕਹਿੰਦੇ ਹੋ ਤੇ ਮੈਨੂੰ ਵੀ ਚੰਗਾ ਲੱਗਾ। ਔਰ ਘੱਟੋ ਘੱਟ ਜੇ ਤੁਸੀਂ ਬੜੀ ਗੰਭੀਰਤਾ ਨਾਲ ਉਹਨੂੰ ਲਿਆ ਵਾ ਤੇ ਆਪਾਂ ਫੇਰ ਉਹਨੂੰ ਸ਼ੁਰੂ ਕਰ ਲੈਂਦੇ ਆ ਜੀ। ਬਹੁਤ ਅੱਛੀ ਗੱਲ ਸੀਗੀ। ਔਰ ਮੇਰੇ ਖਿਆਲ ਕਿ ਉਹ ਜਿਹੜੀ ਜਾਣਕਾਰੀ ਸੀ ਉਹ ਬੜੀ ਜਿਹੜੇ ਖਾਸ ਤੌਰ ਤੇ ਜਿਹੜੇ ਸਟੂਡੈਂਟ ਲੋਕ ਹੈ, ਬਲਕਿ ਹਰ ਥੀਏਟਰ ਵਾਲੇ ਵਾਸਤੇ ਵੈਸੇ ਤਾਂ ਜਾਣਕਾਰੀ ਬਹੁਤ ਅੱਛੀ ਸੀ। ਇਹੋ ਜਿਹੀ ਜਾਣਕਾਰੀ ਜਿਹੜੀ ਆਉਂਦੀ ਰਹਿਣੀ ਚਾਹੀਦੀ ਹੈ। ਔਰ ਮੇਰੇ ਖਿਆਲ ਤਰਲੋਚਨ ਜੀ ਤੁਸੀਂ ਕੁਝ ਪੁੱਛਣਾ ਚਾਹ ਰਹੇ ਹੋ? ਤਰਲੋਚਨ ਲੁਧਿਆਣੇ ਤੋਂ। ਹਾਂ, ਮਾਈਕ ਬੰਦ ਹੈ। ਤਰਲੋਚਨ ਜੀ ਆਪਣਾ ਮਾਈਕ ਆਨ ਕਰ ਲਓ। हेलो। हाँ जी, हुण आवाज आ गई जी। हाँ रंधावा जी। जी जनाब, सत श्री अकाल। हाँ सत श्री अकाल। इत्थे वाला जेड़ा एक अपने सारा जुगाड़ दा थिएटर जां इत्थे अरेंजमेंट दा थिएटर और उत्थे ते अरेंजमेंट दा जां जुगाड़ दा थिएटर दोनों च की अंतर की? अरेंजमेंट जुगाड़ मैं समझिया नहीं तुहाडी गल। अरेंजमेंट तो जुगाड़मेंट तो मतलब हुंदा भी आपां इत्थे कलाकारां दी कलाकारां नूं इकट्ठा करना, प्लस नाटक दे समान नूं इकट्ठा करना, प्लस आपां साउंड चीज़ां नूं इकट्ठा करना वास्ते इत्थे असीं जुगाड़ करदे सी कि उत्थे आराम नाल उपलब्ध है या सारा खर्चे ते हुंदा है? देखो जी, इत्थे जिद्दां ਸਾਡੇ ਵਰਗੇ ਲੋਕ ਇੱਥੇ ਹੁੰਦੇ ਸੀ ਨਾ, ਜਿਨ੍ਹਾਂ ਨੂੰ ਸ਼ੌਕ ਸੀਗਾ, ਉਸ ਤਰ੍ਹਾਂ ਦੇ ਲੋਕ ਇੱਥੇ ਵੀ ਹੈਗੇ ਨੇ ਸਾਡੇ ਕੋਲ, ਜਿਹੜੇ ਸਿਰ ਧੜ ਦੀ ਬਾਜੀ ਲਾਈ ਬੈਠੇ ਨੇ, ਥੀਏਟਰ ਨੂੰ ਸਮਰਪਿਤ ਨੇ। ਸੋ ਉਹੋ ਜਿਹੇ ਲੋਕ ਮੇਰੇ ਨਾਲ ਉਹਨਾਂ ਦਾ ਮੇਲ ਹੋ ਗਿਆ ਔਰ ਅਸੀਂ ਇਕੱਠੇ ਰਲ ਕੇ ਉਸ ਤਰ੍ਹਾਂ ਦੀ ਤਰਬੀਅਤ ਨਾਲ ਹੀ ਕੰਮ ਕਰ ਰਹੇ ਹਾਂ, ਪੂਰੀ ਸ਼ਿੱਦਤ ਦੇ ਨਾਲ। ਔਰ ਇੱਥੇ ਜਿਹੜਾ ਵਾ ਉਹ ਅਰੇਂਜ ਹੋ ਜਾਂਦਾ ਹੈ, ਕਿਉਂਕਿ ਅਸੀਂ ਪਹਿਲਾਂ ਜਦੋਂ ਬਜਟ ਬਣਾਉਂਦੇ ਆ ਸਾਨੂੰ ਪਤਾ ਕਿ ਇੰਨੇ ਕੁ ਪੈਸੇ ਟਿਕਟਾਂ ਤੋਂ ਆਉਣੇ ਆ, ਇੰਨੇ ਕੁ ਪੈਸੇ ਸਾਡੀ ਕਿਸੇ ਨੇ ਹੈਲਪ ਕਰ ਦੇਣੀ ਆ। ਉਹਦੇ ਅਨੁਸਾਰ ਫਿਰ ਅਸੀਂ ਜਦੋਂ ਬਜਟ ਬਣਾਉਂਦੇ ਆ ਫਿਰ ਸਾਡਾ ਸਾਰਾ ਕੁਝ ਸਰ ਜਾਂਦਾ ਵਾ। ਜਿੰਨੇ ਵੀ ਸਾਨੂੰ ਭਾਵੇਂ ਉਹ ਸੈੱਟ ਹੈ, ਭਾਵੇਂ ਉਹ ਥੀਏਟਰ ਦੇ ਖਰਚੇ ਨੇ, ਭਾਵੇਂ ਕਾਸਟਿਊਮ ਨੇ, ਔਰ ਕਈ ਵਾਰੀ ਜਿਹੜੇ ਗੈਸ ਵਗੈਰਾ ਦਾ ਖਰਚਾ ਵੀ ਕਈ ਵਾਰੀ ਜਿਹੜੇ ਹੈਗੇ ਨੇ ਕਲਾਕਾਰ ਉਹਨਾਂ ਦਾ ਨਿਕਲ ਆਉਂਦਾ ਆ। ਉਹ ਇਸ ਤਰ੍ਹਾਂ ਦਾ ਸਾਡਾ ਸਰ ਜਾਂਦਾ, ਸਾਨੂੰ ਜੁਗਾੜ ਲਾਉਣਾ ਨਹੀਂ ਪੈਂਦਾ, 3-5 ਕਰਨੀ ਨਹੀਂ ਪੈਂਦੀ, ਸਾਨੂੰ ਮਿਲ ਜਾਂਦਾ ਹੈ। ਉਹਨੇ ਇੱਕ ਜੋਗੇ ਅਸੀਂ ਹੋ ਗਏ ਹਾਂ ਹੁਣ। ਇੱਥੇ ਪਹਿਲਾਂ ਥੋੜੀ ਦਿੱਕਤ ਜ਼ਰੂਰ ਆਈ ਸੀਗੀ। ਰੰਧਾਵਾ, ਇੱਕ ਚੀਜ਼ ਹੋਰ ਸ਼ੇਅਰ ਕਰੋ ਕਿ ਤੁਹਾਡੀਆਂ ਸਰਕਾਰਾਂ ਵੀ ਜਿਹੜੀਆਂ ਨੇ, ਇੱਧਰ ਕੈਨੇਡਾ ਸਰਕਾਰ ਹੈ, ਉਹ ਕੋਈ ਥੀਏਟਰ ਵਾਲਿਆਂ ਲਈ ਮਦਦ ਕਰਦੀ ਹੈ? ਤੁਸੀਂ ਕਦੀ ਕੋਈ ਮਦਦ ਲੈਂਦੇ ਹੋ ਸਰਕਾਰ ਕੋਲੋਂ? ਹਾਂਜੀ, ਨਾਲ ਪੁੱਛੋ। ਸਤਿ ਸ਼੍ਰੀ ਅਕਾਲ, ਇਹਨਾਂ ਨੂੰ ਪੁੱਛੋ ਨੁੱਕੜ ਨਾਟਕ ਹੁੰਦੇ ਕੈਨੇਡਾ ਦੇ ਵਿੱਚ? ਇਹ ਵੀਨਾ ਹੈ HMV ਕਾਲਜ ਤੋਂ, ਪ੍ਰੋਫੈਸਰ ਵੀਨਾ ਰੰਧਾਵਾ ਜੀ। ਇਹਦੀ ਕੁੜੀ ਦੀ ਫੋਟੋ ਤਾਂ ਨਹੀਂ ਆ ਰਹੀ ਪਰ ਮੈਂ ਆਵਾਜ਼ ਤੋਂ ਪਛਾਣ ਲਿਆ, ਇਹ ਉਹੀ ਹੋਏਗੀ। ਹਾਂਜੀ ਉਹੀ ਆ ਜੀ। ਹਾਂਜੀ, ਇਹ ਪਹਿਲੀ ਗੱਲ ਜਿਹੜੀ ਹੈਗੀ ਆ ਨੁੱਕੜ ਨਾਟਕ ਦੀ, ਉਹ ਅਸੀਂ ਪਿਛਲੇ 3 ਸਾਲ ਪਹਿਲਾਂ ਅਸੀਂ ਤਜਰਬਾ ਕੀਤਾ ਸੀ। ਸਾਡਾ ਤਜਰਬਾ ਬੜਾ ਸਫਲ ਰਿਹਾ। ਔਰ ਨੁੱਕੜ ਵਾਸਤੇ ਉੱਤੇ ਇਹ ਥੋੜਾ ਜਿਹਾ ਸਾਡੇ ਇੱਥੇ, ਜਿੱਦਾਂ ਇੱਥੇ ਅਸੀਂ ਇੰਡੀਆ ਦੇ ਵਿੱਚ ਕੱਟ ਕਰ ਲੈਂਦੇ ਆ, ਉੱਥੇ ਥੋੜੀ ਜਿਹੀ ਦਿੱਕਤ ਹੁੰਦੀ ਆ। ਫਿਰ ਉੱਥੇ ਅਸੀਂ ਕੀ ਕਰਦੇ ਆ, ਇੱਥੇ ਹਰ ਇਲਾਕੇ ਦੀ, ਹਰ ਖਿੱਤੇ ਦੀ ਇੱਕ ਪਿਕਨਿਕ ਇੱਥੇ ਮਨਾਉਂਦੇ ਨੇ ਪਾਰਕ ਦੇ ਵਿੱਚ ਜਾ ਕੇ। ਲੋਕ ਇਕੱਠੇ ਹੋਏ ਹੁੰਦੇ ਨੇ ਉੱਥੇ, ਫਿਰ ਅਸੀਂ ਆਪਣਾ ਡੋਰੂ ਖੜਕਾ ਕੇ ਕਈ ਵਾਰੀ ਆਪਣੀ ਪੜਾਸ ਕੱਢਦੇ ਹਾਂ ਔਰ ਬੜਾ ਚੰਗਾ ਲੱਗਦਾ। ਪਹਿਲਾਂ ਉਹਨਾਂ ਨੂੰ ਲੱਗਦਾ ਘਰੇ ਕੀ ਵੇਚਣ ਵਾਲੇ ਆ ਗਏ ਜੋ ਸਟਾਰਟਿੰਗ ਦੇ ਕਿਉਂ ਕਰ ਰਹੇ ਨੇ, ਪਰ ਜਦੋਂ ਉੱਥੇ ਉਹਨਾਂ ਦੀ ਗੱਲ ਉਹਨਾਂ ਦੇ ਸਾਹਮਣੇ ਕੀਤੀ ਉਹਨਾਂ ਨੂੰ ਬੜਾ ਚੰਗਾ ਲੱਗਾ। ਸੋ ਇਹ ਵਿਧਾ ਥੋੜੀ ਸਹਿਜ ਮਕਬੂਲ ਹੋ ਰਹੀ ਹੈ ਇੱਥੇ। ਪਰ ਇਹਦੇ ਵਿੱਚ ਇਹ ਵੀ ਉਹ ਸਿਰਫ ਕੁਝ ਲੋਕ ਨੇ ਜਿਨ੍ਹਾਂ ਨੂੰ ਕਰਕੇ ਜਿਨ੍ਹਾਂ ਵਾਸਤੇ ਉੱਥੇ ਕਰ ਸਕਦੇ ਹਾਂ। ਹਾਂਜੀ ਸਰ। ਹਾਂਜੀ ਸਰ। ਡਾਕਟਰ ਜਸਵਿੰਦਰ ਹੋਰੀ ਕੁਝ ਪੁੱਛਣਾ ਚਾਹ ਰਹੇ ਮੇਰੇ।
ਜੀ ਹਾਂ ਡਾਕਟਰ ਮੈਂ ਪਹਿਲਾਂ ਤਾਂ ਮੈਂ ਬਹੁਤ ਧੰਨਵਾਦੀ ਹਾਂ ਸਾਰੀਆਂ ਰੂਹਾਂ ਨੂੰ ਵੇਖ ਕੇ ਬੜਾ ਖੁਸ਼ ਹੋਇਆ, ਕਿਉਂਕਿ ਤਰਲੋਚਨ ਜੀਆਂ ਨੇ ਵੀ ਸਾਡੇ ਰਾਮਪੁਰਾ ਫੂਲ ਇਲਾਕੇ ਦੇ ਵਿੱਚ ਬਹੁਤ ਡਰਾਮੇ ਕੀਤੇ ਨੇ। ਰਾਤਾਂ ਨੂੰ ਅਸੀਂ ਸਾਈਕਲਾਂ ਤੇ ਜਾ ਚਾਹੇ ਉਹ ਕਰਾੜ ਵਾਲਾ ਪਿੰਡ ਸੀ, ਸਾੜ ਸਤੀ ਵਗੈਰਾ ਨਾਟਕ ਜਦੋਂ ਇਹ ਖੇਡਦੇ ਸੀ ਤਾਂ ਹਾਂ 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 ਗੁਪਤਾ ਹੋ ਰਹੀ ਸੀ ਸਾਰੇ, ਤੇ ਉਹ ਸਾਨੂੰ ਬੜੇ ਹਾਂਜੀ ਚੇਤਾ ਮੈਨੂੰ ਅੱਜ ਵੀ ਬਿਲਕੁਲ। ਹਾਂਜੀ ਹਾਂ। ਤੇ ਹੁਣ ਮੈਂ ਇਹ ਪੁੱਛਣਾ ਜਾਨੀ ਜਿਗਿਆਸਾ ਸੀ ਮੇਰੀ ਕਿ ਕਿਉਂਕਿ ਮੈਂ ਗੁਰਸ਼ਰਨ ਭਾਜੀਆਂ ਦੇ ਵੀ ਡਰਾਮੇ ਸਾਡੇ ਏਰੀਏ ਦੇ ਵਿੱਚ ਬੜੇ ਹੋਏ ਸੀ, ਸਾਡੇ ਕਾਲਜ ਦੇ ਵਿੱਚ ਵੀ ਉਹਨਾਂ ਦੇ ਕਰਵਾਏ ਨੇ। ਕਿਰਤੀ ਕਾਲਜ ਨਿਆਲ ਪਾਤੜਾ ਜੀ, ਸਰਕਾਰੀ ਕਿਰਤੀ ਕਾਲਜ ਨਿਆਲ ਪਾਤੜਾ, ਉੱਥੇ ਵੀ ਭਾਜੀ ਸੁਤੰਤਰ ਸਾਹਿਬ ਨੇ ਸਾਡਾ ਕਾਲਜ ਬਣਾਇਆ ਸੀ, ਤੇਜਾ ਸਿੰਘ ਸੁਤੰਤਰ ਜੀਆਂ ਨੇ, ਉੱਥੇ ਵੀ ਭਾਜੀ ਨੇ ਆਉਂਦੇ ਰਹੇ ਆ ਸਾਡੇ ਕੋਲ, ਅਸੀਂ ਬੁਲਾਉਂਦੇ ਰਹੇ ਉਹਨਾਂ ਨੂੰ। ਤਾਂ ਹੁਣ ਭਾਜੀ ਨੇ ਸਾਰੀ ਉਮਰ ਜਿਹੜਾ ਥੀਏਟਰ ਕੀਤਾ ਜਾਂ ਉਹਨਾਂ ਦੇ ਨਾਲ ਜਿੰਨਾ ਵੀ ਤੁਸੀਂ ਥੀਏਟਰ ਕੀਤਾ, ਉਦੋਂ ਸਾਡਾ ਇੱਕ ਮਕਸਦ ਸੀ, ਅੱਜ ਵੀ ਸਾਡਾ ਜਿਹੜਾ ਮਕਸਦ ਹੈ, ਸਾਡੀਆਂ ਜਿੰਨੀਆਂ ਵੀ ਨਾਟਕ ਮੰਡਲੀਆਂ ਨੇ, ਇੱਕ ਸਮਾਜਿਕ ਤਬਦੀਲੀ ਨੂੰ ਲੈ ਕੇ ਅਸੀਂ ਚੱਲੇ ਹੋਏ ਹਾਂ। ਤੇ ਔਰ ਕਾਫੀ ਹੱਦ ਤੱਕ ਹਲੇ ਵੀ ਸਾਡੀਆਂ ਜਿਹੜੀਆਂ ਮੰਡਲੀਆਂ ਨੇ ਉਹ ਪਿੰਡਾਂ ਦੇ ਵਿੱਚੋਂ ਹੋਕਾ ਦਿੰਦੀਆਂ ਨੇ। ਤਾਂ ਮੈਂ ਇਹ ਜਾਣਨਾ ਚਾਹੁੰਦਾ ਸੀ ਵੀ ਜਿਹੜਾ ਕੈਨੇਡਾ ਵਰਗਾ ਮੁਲਕ ਆ, ਪੂੰਜੀਵਾਦੀ ਮੁਲਕ ਆ, ਉਹ ਸਿਰਫ ਔਰ ਪੂੰਜੀਵਾਦ ਦੇ ਨਾਲ ਜੁੜੇ ਹੋਏ ਨੇ, ਇੱਥੇ ਜਿਹੜਾ ਨਾਟਕਾਂ ਦੇ ਵਿੱਚ ਕੋਈ ਇਨਕਲਾਬੀ ਕੰਟੈਂਟ ਨੂੰ ਕਿੰਨੀ ਕੁ ਜਗ੍ਹਾ ਮਿਲਦੀ ਆ, ਜਾਂ ਇੱਥੇ ਸੰਭਾਵਨਾਵਾਂ ਹਨ ਨਾਟਕ ਦੇ ਵਿੱਚ, ਜਿਸ ਤਰ੍ਹਾਂ ਭਾਜੀ ਹੋਰਾਂ ਨੇ ਕਲਾ ਨੂੰ ਇਨਕਲਾਬ ਲਈ ਜਾਂ ਬੁਨਿਆਦੀ ਤਬਦੀਲੀ ਲਈ ਵਰਤਿਆ? ਹਾਂਜੀ ਹਾਂਜੀ ਬਿਲਕੁਲ। ਇਹ ਦੇਖੋ ਜੀ, ਜਿਹੜੀ ਸਾਡੀ ਜ਼ਿੰਦਗੀ ਹੈ ਇਹਦੇ ਵਿੱਚ ਬਹੁਤ ਸਾਰੇ ਇਸ਼ੂਜ਼ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ। ਹਾਂਜੀ। ਉਹ ਜਿਸ ਤਰ੍ਹਾਂ ਇੱਥੇ ਇਸ਼ੂਜ਼ ਹਿੰਦੁਸਤਾਨ ਦੇ ਵਿੱਚ ਨੇ, ਉਹ ਇੱਥੇ ਵੀ ਕੈਨੇਡਾ ਜਾਂ ਦੂਸਰੇ ਮੁਲਕ ਜਿਹੜੇ ਪੂੰਜੀਵਾਦੀ ਮੁਲਕ ਨੇ ਉਹਨਾਂ ਵਿੱਚ ਵੀ ਹਨ, ਕਿਉਂਕਿ ਲੋਕ ਤੇ ਅਸੀਂ ਆ ਨਾ, ਅਸੀਂ ਉੱਥੇ ਇੰਡੀਆ ਤੋਂ ਉੱਥੇ ਹੋਏ ਆ, ਜੋ ਅਸੀਂ ਉੱਥੇ ਇੱਕ ਦੇਸ਼ ਤਾਂ ਅਸੀਂ ਅਪਣਾ ਲਏ, ਅਸੀਂ ਦੂਸਰੇ ਦੇਸ਼ਾਂ 'ਚ ਆ ਗਏ, ਪਰ ਆਪਣੀਆਂ ਖਸਲਤਾਂ ਜਿਹੜੀਆਂ ਸਾਡੀਆਂ ਆਪਾਂ ਉਹ ਜਿਹੜੀਆਂ ਮਾੜੀਆਂ ਚੀਜ਼ਾਂ ਉੱਥੇ ਛੱਡ ਕੇ ਨਹੀਂ ਆਏ, ਉਹ ਅਸੀਂ ਅਪਣਾਈਆਂ ਨਾਲ ਉਹ ਇੱਥੇ ਲਿਆ ਕੇ ਉਦਾਂ ਹੀ ਅਸੀਂ ਕਰ ਰਹੇ ਹਾਂ। ਇਸ ਕਰਕੇ ਇੱਥੇ ਵੀ ਉਨੀ ਹੀ ਲੋੜ ਹੈ ਕੰਮ ਕਰਨ ਦੀ, ਜਿੰਨੀ ਇੰਡੀਆ ਦੇ ਵਿੱਚ ਕੰਮ ਕਰਨ ਦੀ ਲੋੜ ਹੈ। ਔਰ ਇੱਥੇ ਸਗੋਂ ਬਲਕਿ ਹੋਰ ਜ਼ਿਆਦਾ ਇਸ਼ੂ ਜਿਹੜੇ ਨੇ ਉਹ ਨਿਕਲ, ਜਿਵੇਂ ਹੁਣੇ ਤੁਹਾਡੇ ਨਾਲ ਜ਼ਿਕਰ ਕੀਤਾ ਬਜ਼ੁਰਗਾਂ ਦਾ ਇਸ਼ੂ ਆ ਜਾਂ ਇੰਟਰਨੈਸ਼ਨਲ ਵਿਦਿਆਰਥੀਆਂ ਦਾ ਇਸ਼ੂ ਆ, ਇਹ ਹੋਰ ਜ਼ਿਆਦਾ ਇਸ਼ੂ ਇੱਥੇ ਮਤਲਬ ਨਵੇਂ ਪੈਦਾ ਹੋ ਗਏ ਨੇ। ਇਸ ਕਰਕੇ ਇੱਥੇ ਕੰਮ ਕਰਨ ਦੀ ਵਧੇਰੇ ਜ਼ਰੂਰਤ ਇੰਨੀ ਦਿਨੀ ਮਹਿਸੂਸ ਹੋ ਰਹੀ ਹੈ, ਜਿਹਦੇ ਵਿੱਚ ਅਸੀਂ ਲੱਗੇ ਹੋਏ ਹਾਂ ਸ਼ਿੱਦਤ ਨਾਲ। ਮੇਰਾ ਪ੍ਰਸ਼ਨ ਇੱਕ ਰਹਿ ਗਿਆ, ਉਹਦਾ ਜ਼ਰਾ ਜ਼ਰੂਰ ਦੱਸਿਓ ਤਾਂ ਕਿ ਦੂਜਿਆਂ ਦੋਸਤਾਂ ਨੂੰ ਵੀ ਪਤਾ ਲੱਗੇ ਕਿ ਕੋਈ ਸਰਕਾਰ ਥੀਏਟਰ ਲਈ ਮਦਦ ਕਰਦੀ ਹੈ ਤੁਹਾਡੇ ਇੱਥੇ, ਕੋਈ ਇਹੋ ਜਿਹੇ ਡਿਪਾਰਟਮੈਂਟ ਹੈਗੇ? ਨਹੀਂ, ਇੱਥੇ ਕੋਈ ਵਿਸ਼ੇਸ਼ ਮਦਦ ਸਰਕਾਰ ਵੱਲੋਂ ਨਹੀਂ ਮਿਲਦੀ। ਹਾਂ, ਸਾਡੇ ਜਿਹੜੇ ਲੋਕਲ ਜਿਹੜੇ ਸਿਟੀ ਨੇ ਨਾ, ਜਿੱਦਾਂ ਸਾਡਾ ਬਰੈਂਪਟਨ ਸਿਟੀ ਆ, ਤੇ ਇਹਦੇ ਵਿੱਚ ਜਿੱਦਾਂ ਸਾਲ ਦੇ ਵਿੱਚ 5 ਸਾਲ ਬਾਅਦ ਇੱਕ ਵਾਰੀ ਉਹ ਕਰਦੇ ਹੁੰਦੇ ਨੇ, ਜਿੱਦਾਂ ਸਾਡੇ ਹਾਲ ਦਾ ਖਰਚਾ ਵਾ 5000, ਤੇ ਉਹਦੇ ਵਿੱਚੋਂ ਸਾਨੂੰ 3000 ਦੀ ਮਾਫੀ ਉਹਨੇ ਇੱਕ ਮੈਚ ਕਰ ਦਿੰਦੇ ਨੇ, ਗ੍ਰਾਂਟ ਟਾਈਪ ਇਸ ਤਰ੍ਹਾਂ ਕਰ ਦਿੰਦੇ ਨੇ ਉਹ ਜ਼ਰੂਰ। ਜਿੱਦਾਂ ਹਾਲ ਦੀ ਕਈ ਵਾਰੀ ਸਾਨੂੰ ਮਦਦ ਹੋ ਜਾਂਦੀ ਹੈ, ਉਹ ਵੀ 5 ਸਾਲਾਂ 'ਚ ਇੱਕ ਅੱਧੀ ਵਾਰੀ ਕਰਦੇ ਨੇ ਉਹ, ਜਦੋਂ ਪ੍ਰੋਗਰਾਮ ਜਦ ਖੋਲਦੇ, ਬਹੁਤੀ ਜ਼ਿਆਦਾ ਨਹੀਂ ਉਹਨੂੰ। ਹਾਂ, ਇਹ ਜਿਹੜੇ ਪ੍ਰਾਈਵੇਟ ਅਦਾਰੇ ਨੇ ਉਹ ਤੁਹਾਡੀ ਮਦਦ ਕਰ ਦਿੰਦੇ, ਉਹਦੇ ਵਿੱਚ ਤੁਹਾਡਾ ਕਿੰਨਾ ਕੁ ਰਸੂਖ ਹੈ ਤੇ ਤੁਸੀਂ ਆਪਣੀ ਕਿੰਨੀ ਕੁ ਪਹਿਚਾਣ ਬਣਾਈ ਨੇ ਸਮਾਜ ਦੇ ਵਿੱਚ, ਜਾਂ ਕਿੰਨਾ ਕੁ ਤੁਹਾਨੂੰ ਜਾਣਿਆ ਜਾਂਦਾ, ਉਹਦੇ ਬੇਸ ਤੇ ਤੁਹਾਨੂੰ ਫਿਰ ਸਹਾਇਤਾ ਕਰ ਦਿੰਦੇ ਨੇ ਵੱਡੇ ਅਦਾਰੇ ਜਿਹੜੇ ਨੇ। ਸਾਡੇ ਇੰਡੀਆ ਦੇ ਰੰਧਾਵਾ, ਇਹਦਾ ਮਤਲਬ ਤੇ ਇਹੀ ਹੋਇਆ ਫਿਰ ਤੁਸੀਂ ਸਾਡੇ ਨਾਲ ਕੋਈ ਬਹੁਤੇ ਵੱਖਰੇ ਨਹੀਂ ਹੋ, ਸਾਡੀ ਸਰਕਾਰ ਦੀ ਵੀ ਇਹੋ ਹਾਲਤ ਹੈ। ਇਹ ਵੀ ਕੋਈ ਨਹੀਂ ਬਕਾਇਦਾ ਉਹਦਾ ਦਾ ਕੋਈ ਰੰਗਮੰਚ ਲਈ ਬਹੁਤ ਨਹੀਂ ਹੈਗਾ, ਕੋਈ ਵੱਖਰਾ ਪ੍ਰੋਗਰਾਮ ਨਹੀਂ ਹੈਗਾ। ਹਾਂ, ਪ੍ਰਾਈਵੇਟ ਤੌਰ ਦੇ ਉੱਤੇ ਤੁਹਾਨੂੰ ਜੇ ਕੋਈ ਮਦਦ ਕਰਦਾ ਉਹ ਮਿਲ ਸਕਦੀ, ਮਿਲ ਜਾਂਦੀ ਹੈ। ਰੰਧਾਵਾ ਜੀ ਜੀ ਡਾਕਟਰ ਸਾਹਿਬ। ਰੰਧਾਵਾ ਜੀ, ਤੁਹਾਡੇ ਮਾਈਕ ਬੰਦ ਹੋ ਗਿਆ। ਮੈਂ ਕਰ ਲਿਆ ਜੀ, ਹੁਣ ਮੈਂ ਕਰ ਲਿਆ, ਹੁਣ ਆ ਰਹੀ ਜੀ। ਹਾਂ ਰੰਧਾਵਾ ਜੀ, ਤੁਹਾਡੇ ਉਧਰ ਪ੍ਰੋਫੈਸ਼ਨਲ ਥੀਏਟਰ ਹੈ ਜਾਂ ਸਾਡੇ ਵਾਂਗੂ ਇਧਰ ਸ਼ੌਕੀਆ ਹੀ ਹੈਗਾ? ਜਿਵੇਂ ਟਵਾਣਾ ਜੀ ਨੇ ਕੀਤਾ ਜਾਂ ਕੇਵਲ ਧਾਲੀਵਾਲ ਜੀ ਹੈਗੇ ਨੇ ਪ੍ਰੋਫੈਸ਼ਨਲ ਲੈਵਲ ਦੇ ਬੰਦੇ, ਕਿ ਉਧਰ ਵੀ ਹੈ ਇਸ ਕਿਸਮ ਦਾ ਪ੍ਰੋਫੈਸ਼ਨਲ ਥੀਏਟਰ ਚੱਲ ਪਿਆ ਜਾਂ ਹਜੇ ਸ਼ੌਕ ਦਾ ਹੀ ਤੰਦ ਪਾਉਂਦੇ ਆ? ਨਹੀਂ ਜੀ, ਸਾਡਾ ਟੋਟਲੀ ਹੀ ਪ੍ਰੋਫੈਸ਼ਨਲ ਚੱਲਦਾ, ਇੱਥੇ ਕਮਰਸ਼ੀਅਲ ਚੱਲਦਾ, ਮੁਫਤ ਕਿਸੇ ਨੂੰ ਇੱਥੇ ਨਹੀਂ ਅਸੀਂ ਵਿਖਾਉਂਦੇ। ਔਰ ਪਰ ਇਹ ਜ਼ਰੂਰ ਹੈ ਕਿ ਸਾਡੇ ਕੋਲ ਕਮਾਈ ਕੋਈ ਨਹੀਂ ਉਹਦੇ ਵਿੱਚ। ਹਾਂ, ਉਹਦੀ ਖੁਦ ਹੀ ਮਿੱਟੀ ਖੂਹ ਨੂੰ ਲਾਈ ਜਾਂਦੇ ਹਾਂ, ਔਰ ਵਧੀਆ ਵਧੀਆ ਪ੍ਰੋਡਕਟ ਅਸੀਂ ਬਣਾ ਕੇ ਲੋਕਾਂ ਨੂੰ ਜ਼ਰੂਰ ਵਿਖਾਉਂਦੇ ਹਾਂ। ਅਸੀਂ ਉਹਨੂੰ ਮੁਫਤ ਬਿਲਕੁਲ ਨਹੀਂ ਵਿਖਾਉਂਦੇ, ਉਹਨੂੰ ਭਾਵੇਂ ਪ੍ਰੋਫੈਸ਼ਨਲ ਕਹਿ ਲਓ, ਕਮਰਸ਼ੀਅਲ ਕਹਿ ਲਓ, ਜੋ ਮਰਜ਼ੀ ਕਹਿ ਲਓ, ਪਰ ਅਸੀਂ ਮੁਫਤ ਨਹੀਂ। ਜਿਹੜਾ ਐਮੇਚਰ ਥੀਏਟਰ ਉਹ ਤੇ ਅਸੀਂ ਮੁਫਤ ਵਿਖਾਉਂਦੇ ਹਾਂ ਨਾ ਇੱਥੇ ਜਿੱਦਾਂ ਇੰਡੀਆ ਦੇ ਵਿੱਚ। ਰੰਧਾਵਾ,
ਰੰਧਾਵਾ ਤੁਹਾਡੇ ਕੋਲ ਕੋਈ ਇਹੋ ਜਿਹੇ ਥੀਏਟਰ ਗਰੁੱਪ ਵੀ ਨੇ ਜਿਹੜੇ ਕੋਈ ਸਾਡੇ ਪੰਜਾਬੀਆਂ ਦੇ ਥੀਏਟਰ ਗਰੁੱਪ ਹੋਣ ਜਾਂ ਇੰਡੀਅਨਸ ਦੇ ਜਿਹੜੇ ਸਿਰਫ ਥੀਏਟਰ ਹੀ ਕਰਦੇ ਨੇ, ਜਿਵੇਂ ਅਸੀਂ ਕਰਦੇ? ਮੈਂ ਆਪਣੀ ਐਗਜ਼ਾਮਪਲ ਦੇਣਾ ਕਿ ਜਿਵੇਂ ਮੈਂ ਫੁੱਲ ਟਾਈਮ ਥੀਏਟਰ ਕਰਦਾ, ਕੋਈ ਇਹੋ ਜਿਹੇ ਵੀ ਹੈ ਸਾਡੇ ਉੱਥੇ ਤੁਹਾਡੇ ਕੋਲ ਉੱਥੇ? ਨਹੀਂ, ਅਜੇ ਅਸੀਂ ਰੋਟੀ ਪਾਣੀ ਦੇ ਆਰ ਤੋਂ ਵਿਹਲੇ ਨਹੀਂ ਹੋਏ। ਸਾਨੂੰ ਰੋਟੀ ਦਾ ਫਿਕਰ ਕਰਨਾ ਹੀ ਪੈਂਦਾ ਹੈ। ਸਾਨੂੰ ਫੁੱਲ ਟਾਈਮ ਇੱਥੇ ਬੜਾ ਔਖਾ ਹੈ, ਉਹ ਨਹੀਂ ਹੋ ਸਕਦਾ। ਅਜੇ ਭਵਿੱਖ 'ਚ ਹੋ ਜਾਵੇ ਤਾਂ ਭਾਵੇਂ ਹੋ ਹੀ ਜਾਵੇ, ਪਰ ਹਰ ਇੱਕ ਬੰਦੇ ਨੂੰ ਕੰਮ ਜ਼ਰੂਰੀ ਕਰਨਾ ਪੈਂਦਾ ਹੈ। ਇੱਥੇ ਆਣ ਕੇ ਵਰਕ ਕਲਚਰ ਜ਼ਰੂਰ ਮੈਂ ਸਿੱਖਿਆ ਵਾ। ਇੱਥੇ ਵਿਹਲੇ ਰਹਿਣ ਵਾਲਾ ਕਲਚਰ ਬੜਾ ਸਿਰ ਹੰਡਾਉਂਦੇ ਵੀ ਰਹੇ ਆ। ਖੈਰ ਅਸੀਂ ਦੇਖਦੇ ਰਹੇ ਆਸੇ ਪਾਸੇ ਕਿ ਜਿਹੜੇ ਜਿਹਨੂੰ ਇੱਕ ਸਰਕਾਰੀ ਨੌਕਰੀ ਮਿਲ ਜਾਂਦੀ ਆ, ਉਹ ਸਮਝਦਾ ਕਿ ਮੈਂ ਹੁਣ ਸਰਕਾਰ ਦਾ ਜਵਾਈ ਲੱਗ ਗਿਆ। ਪਰ ਇਹਨਾਂ ਮੁਲਕਾਂ ਦੇ ਵਿੱਚ ਤੁਹਾਨੂੰ ਕੰਮ ਕਰਨਾ ਪੈਂਦਾ। ਇੱਥੇ ਕੋਈ ਸਰਕਾਰੀ ਵਰਗਾ ਉੱਥੇ ਕੰਮ ਨਹੀਂ ਹੈਗਾ। ਨਹੀਂ, ਇਧਰਲੇ ਪਾਸੇ ਕੀ ਇਸ ਤਰ੍ਹਾਂ ਰੰਗਮੰਚ ਨੂੰ ਕੰਮ ਦੇ ਤੌਰ ਤੇ ਨਹੀਂ ਲੈਂਦੇ ਵੀ ਇਹ ਵੀ ਕੰਮ ਹੈ, ਫੁੱਲ ਟਾਈਮ ਕਰ ਲਓ ਤੁਸੀਂ ਤੇ ਸਰਕਾਰ ਮਦਦ ਕਰੇਗੀ? ਦੇਖੋ, ਸਾਡੇ ਪੰਜਾਬੀ ਰੰਗਮੰਚ ਬਾਰੇ ਤੇ ਇਹ ਵਾਸਤੇ ਤੇ ਇਹ ਜੇ ਸੰਭਵ ਨਹੀਂ ਹੈ। ਹਾਂ, ਮੁੱਖ ਧਾਰਾ ਦਾ ਜਿਹੜਾ ਮੇਨ ਸਟ੍ਰੀਮ ਦਾ ਜਿਹੜਾ ਹੈਗਾ ਵਾ ਥੀਏਟਰ, ਉਹਦੇ ਵਿੱਚ ਕੁਝ ਗਰੁੱਪ ਹੈਗੇ ਨੇ ਜਿਹੜੇ ਹਾਂ ਕਰ ਰਹੇ ਨੇ। ਉਹਨਾਂ ਦੀ ਮੈਂ ਵੀ ਕਈ ਵਾਰੀ ਜਾਂਦਾ, ਉੱਥੇ ਸਾਨੂੰ ਕਈ ਵਾਰੀ $100 ਦੀ ਟਿਕਟ ਲੈ ਕੇ ਵੀ ਵੇਖਣਾ ਪੈਂਦਾ ਨਾਟਕ, ਜਦਕਿ ਸਾਡੇ ਲੋਕ $10 ਦੀ ਟਿਕਟ ਲੈਣ ਲੱਗਿਆ ਵੀ ਝੱਕਦੇ ਨੇ। ਪਰ ਉੱਥੇ ਅਸੀਂ ਖੁਦ ਜਾ ਕੇ $100 ਦੀ ਸਾਨੂੰ ਟਿਕਟ ਲੈ ਕੇ ਵੇਖਣਾ ਪੈਂਦਾ। ਉਹ ਕੰਮ ਕਰ ਰਹੇ ਜਿਹੜੇ ਫੁੱਲ ਟਾਈਪ ਕਰ ਰਹੇ ਨੇ। ਮੇਨ ਸਟ੍ਰੀਮ ਜਿਹੜੇ ਇੰਗਲਿਸ਼ ਨਾਟਕ ਕਰਦੇ ਨੇ, ਓਪੇਰੇ ਹੁੰਦੇ ਨੇ, ਔਰ ਕਈ ਸਾਲ ਉਹੀ ਇੱਥੇ ਚੱਲਦੇ ਰਹਿੰਦੇ ਨੇ। ਜਿੱਦਾਂ ਅੱਜ ਵੀ ਸ਼ੇਕਸਪੀਅਰ ਦੇ ਨਾਟਕ ਜਾਂ ਜਿੱਦਾਂ ਹਾਊਸ ਟ੍ਰੈਪ ਵਰਗੇ ਨਾਟਕ ਅਮਰੀਕਾ ਦੇ ਵਿੱਚ ਉਹ ਕਿੰਨੇ ਸਾਲਾਂ ਤੋਂ 10-10, 15-15 ਸਾਲ ਤੋਂ ਚੱਲ ਰਹੇ ਨੇ, ਹਨਾ। ਇੱਥੇ ਵੀ ਹੈਗਾ ਆ ਉਹ ਇਸ ਤਰ੍ਹਾਂ ਦਾ ਮੇਨ ਸਟ੍ਰੀਮ ਦਾ, ਪਰ ਸਾਡਾ ਨਹੀਂ, ਪੰਜਾਬੀ ਰੰਗਮੰਚ ਦਾ। ਕੋਈ ਸਾਡੇ ਜਿਹੜੇ ਪੰਜਾਬੀਆਂ ਦੇ ਬੱਚੇ ਜਿਹੜੇ ਕੋਈ ਇਸ ਫੀਲਡ ਦੇ ਵਿੱਚ ਉਧਰਲੇ ਪਾਸੇ ਆਉਣਾ ਚਾਹੁੰਦੇ, ਉਹ ਕਦੀ ਕੋਈ ਟ੍ਰੇਨਿੰਗ ਲੈਂਦੇ ਆ? ਜਿਹੜੇ ਕੋਈ ਤੁਹਾਡੇ ਉਧਰ ਥੀਏਟਰ ਡਿਪਾਰਟਮੈਂਟ ਹੋਣ ਕੋਈ ਇਹੋ ਜਿਹੇ, ਉਹਨਾਂ ਕੋਲੋਂ ਕਦੀ ਟ੍ਰੇਨਿੰਗ ਲੈ ਕੇ ਕੋਈ ਇਹੋ ਜਿਹੀ? ਯੂਨੀਵਰਸਿਟੀਆਂ ਦੇ ਵਿੱਚ ਟ੍ਰੇਨਿੰਗ ਵਗੈਰਾ ਦਿੰਦੇ ਨੇ ਉਹਨਾਂ ਨੂੰ, ਕੁਝ ਸਕੂਲਾਂ ਦੇ ਵਿੱਚ ਵੀ। ਔਰ ਸਾਡੇ ਜਿਹੜੇ ਪੰਜਾਬੀ ਗਰੁੱਪ ਨੇ ਉਹਨਾਂ ਚੋਂ ਵੀ ਕਿੱਦਾਂ, ਖਾਸ ਤੌਰ ਤੇ ਅਸੀਂ ਜਿਹੜਾ ਸਾਲ ਦੇ ਵਿੱਚ, ਜਿੱਦਾਂ ਇੱਥੇ ਅਸੀਂ ਲੁਧਿਆਣੇ ਬਾਲ ਵਰਕਸ਼ਾਪਾਂ ਲਾਉਂਦੇ ਹੁੰਦੇ ਸੀ, ਇਸ ਤਰ੍ਹਾਂ ਹੀ ਮੈਂ ਸਾਲ ਦੇ ਵਿੱਚ 1 ਜਾਂ 2 ਸ਼ੋਅ ਇਸ ਤਰ੍ਹਾਂ ਦੇ ਕਰਦਾ ਮੈਂ। ਹੁਣੇ ਜੇ ਇੱਕ ਮੈਂ ਮਾਤਾ ਗੁਜਰੀ ਸਾਕਾ ਸਰਹੰਦ ਨਾਟਕ ਕੀਤਾ, ਉਹਦੇ ਵਿੱਚ 55 ਦੇ ਕਰੀਬ ਜਿਹੜੇ ਬੱਚੇ ਸੀ ਉਹਨਾਂ ਨੇ ਪਾਰਟਿਸਿਪੇਟ ਕੀਤਾ। ਔਰ ਬੜਾ ਹਿਊਜ ਪ੍ਰੋਡਕਸ਼ਨ ਸੀ, ਬੜੀ ਵੱਡੀ ਪ੍ਰੋਡਕਸ਼ਨ ਸੀਗੀ। ਨਿਰਮਲ ਜੋੜਾ ਨੇ ਨਾਟਕ ਲਿਖਿਆ ਸੀਗਾ, ਉਹ ਅਸੀਂ ਇੱਥੇ ਕੀਤਾ, ਬੜੀ ਕਾਮਯਾਬੀ ਨਾਲ ਕੀਤਾ। ਉਹ ਕਈ ਵਾਰੀ ਏਦਾਂ ਦੀਆਂ 2 ਪ੍ਰੋਡਕਸ਼ਨਾਂ ਵੀ ਸਾਲ 'ਚ ਕਰਦੇ ਨੇ, ਇੱਕ ਜ਼ਰੂਰ ਕਰਦੇ ਆ ਅਸੀਂ। ਗ੍ਰੇਟ। ਤੁਸੀਂ ਅਤੇ ਕੋਈ ਪੁੱਛਣਾ ਚਾਹ ਰਿਹਾ ਸੀ ਕੁਝ? ਕੌਣ ਸੀ? ਨਹੀਂ, ਬਹੁਤ ਵਧੀਆ ਰੰਧਾਵਾ, ਤੁਸੀਂ ਤੇ ਸੋਹਣਾ ਕੰਮ ਕਰਦੇ ਪਏ ਹੋ। ਔਰ ਜਿੰਨੀ ਤੁਸੀਂ ਹਿੰਮਤ ਦੇ ਨਾਲ ਲੱਗੇ ਹੋਏ ਹੋ ਵੀ ਆਪਣੇ ਘਰ ਪਰਿਵਾਰ ਨੂੰ ਨਾਲ ਤੋਰਦੇ ਹੋਏ ਵੀ ਤੁਸੀਂ ਰੰਗਮੰਚ ਨੂੰ ਸਫ਼ਰ ਵੀ ਜਾਰੀ ਰੱਖਿਆ ਵਾ, ਔਰ ਇਹਦੇ ਵਿੱਚ ਇੰਨੀ ਮਿਹਨਤ। ਇੱਕ ਮੈਨੂੰ ਦੱਸਿਓ, ਤੁਸੀਂ ਇੱਧਰ ਐਕਟਰਸ ਤੁਹਾਨੂੰ ਕਿਵੇਂ ਮਿਲ ਜਾਂਦੇ ਨੇ? ਫਿਰ ਜਿਹੜੇ ਉਹਨਾਂ ਨੂੰ ਕਿੱਥੋਂ ਇਕੱਠੇ ਕਰਦੇ ਹੋ? ਹੁੰਦੇ ਤੇ ਸਾਰੇ ਆਪਣੇ ਪਰਿਵਾਰਾਂ ਚੋਂ ਹੀ ਹੈ ਵੈਸੇ? ਹਾਂਜੀ, ਉਹ ਬਸ ਏਦਾਂ ਉਹ ਸਾਨੂੰ ਲੱਭ ਲੈਂਦੇ ਨੇ, ਕਈਆਂ ਨੂੰ ਅਸੀਂ ਲੱਭ ਲੈਂਦੇ ਆ। ਕਹਿੰਦੇ ਆ ਲੰਡੇ ਨੂੰ ਮੀਣਾ ਵੜ ਪਾ ਕੇ ਮਿਲਦਾ, ਜਿੱਦਾਂ ਪਤਾ ਲੱਗ ਜਾਂਦਾ ਵੀ ਸਾਡੀ ਬਿਮਾਰੀ ਸਾਡੇ ਵਰਗੀ ਕਿਹਨੂੰ ਆ, ਉਹ ਲੱਭ ਲੈਂਦੇ ਨੇ ਲੋਕ ਵੀ ਉਸ ਬਿਮਾਰੀ ਵਾਲੇ ਪੁਰਸ਼ ਨੂੰ ਮਿਲਣਾ ਆ, ਤੇ ਅਸੀਂ ਲੱਭ ਲੈਂਦੇ ਹਾਂ ਕਿਹਨੂੰ ਆ। ਫਿਰ ਉਹ ਫਿਰ ਮੇਲ ਹੋ ਜਾਂਦਾ ਹੈ ਤਕਰੀਬਨ ਜਿੱਥੇ ਵੀ ਚੱਲ ਜਾਓ ਸੰਸਾਰ ਦੇ ਕਿਸੇ ਵੀ ਕੋਨੇ 'ਚ। ਜਿਹਨੂੰ ਥੀਏਟਰ ਦੀ ਮੱਸ ਲੱਗੀ ਉਹ ਕਦੀ ਵੇਲਾ ਬਹਿ ਹੀ ਨਹੀਂ ਸਕਦਾ, ਉਹਨੇ ਲੱਭ ਹੀ ਲੈਣਾ ਤੁਹਾਨੂੰ। ਬਹੁਤ ਵਧੀਆ ਰੰਧਾਵਾ, ਬਹੁਤ ਸ਼ੁਕਰੀਆ। ਬੜੀਆਂ ਸੋਹਣੀਆਂ ਗੱਲਾਂ ਹੋਈਆਂ, ਬਹੁਤ ਸਾਰੀਆਂ ਨਵੀਆਂ ਗੱਲਾਂ ਦਾ ਪਤਾ ਲੱਗਾ, ਔਰ ਇਹ ਚੰਗਾ ਲੱਗ ਰਿਹਾ ਹੈ ਕਿ ਉਧਰਲੇ ਪਾਸੇ ਨਵੇਂ ਨਾਟਕ ਲਿਖੇ ਜਾ ਰਹੇ ਪੰਜਾਬੀ ਵਿੱਚ ਉਧਰਲੀਆਂ ਸਮੱਸਿਆਵਾਂ ਦੇ ਉੱਤੇ, ਔਰ ਨਵੇਂ ਨਾਟਕਕਾਰ ਵੀ ਆ ਰਹੇ ਨੇ। ਕਿਉਂਕਿ ਪਹਿਲਾਂ ਅਸੀਂ ਬਹੁਤ ਥੋੜੇ ਨਾਟਕਕਾਰਾਂ ਨੂੰ ਜਾਣਦੇ ਸੀ ਜਿਹੜੇ ਕੈਨੇਡਾ ਵਿੱਚ ਪੰਜਾਬੀ ਨਾਟਕ ਲਿਖਦੇ ਸੀ, ਪਰ ਹੁਣ ਕਿਉਂਕਿ ਕਾਫੀ ਲੰਬੀ ਲਿਸਟ ਹੈ, ਮੈਂ ਕਿਉਂਕਿ ਪਰਸਨਲੀ ਵੀ ਜਾਣਦਾ ਵਾਂ ਤੇ ਤੁਹਾਡੇ ਰਾਹੀਂ ਹੋਰ ਵੀ ਜਾਣਕਾਰੀ ਮਿਲੀ ਹੈ। ਸੋ ਬਹੁਤ ਸ਼ੁਕਰੀਆ ਰੰਧਾਵਾ, ਤੁਸੀਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ, ਬਹੁਤ ਜਾਣਕਾਰੀ ਵਾਲੀਆਂ ਗੱਲਾਂ ਕੀਤੀਆਂ, ਔਰ ਫੇਰ ਕਦੀ ਮੌਕਾ ਮਿਲਿਆ ਆਪਾਂ ਫੇਰ ਹੋਰ ਗੱਲਾਂ ਵੀ ਕਰਾਂਗੇ। ਸੋ ਬਹੁਤ ਸ਼ੁਕਰੀਆ ਦੋਸਤੋ ਤੁਹਾਡਾ ਸਾਰਿਆਂ ਦਾ ਵੀ, ਤੁਸੀਂ ਰੋਜ਼ ਸਾਡੇ ਨਾਲ ਜੁੜਦੇ ਹੋ। ਤੇ ਕੱਲ ਅਸੀਂ ਫੇਰ ਇੱਕ ਵਾਰੀ ਹੋਰ ਕੈਨੇਡੀਅਨ ਰੰਗਮੰਚ ਬਾਰੇ ਤੇ ਉਹਦੇ ਸੰਘਰਸ਼ ਬਾਰੇ ਆਪਾਂ ਕੱਲ ਡਾਕਟਰ ਜਸਕਰਨ ਵੈਨਕੂਵਰ ਤੋਂ, ਉਹ ਇਧਰੋਂ ਹੀ ਗਏ ਨੇ ਔਰ ਉੱਥੇ ਜਾ ਕੇ ਉਹ ਰੰਗਮੰਚ ਵੀ ਕਰ ਰਹੇ, ਟੀਵੀ ਵੀ ਚਲਾ ਰਹੇ ਆ ਤੇ ਕਾਫੀ ਕੰਮ ਕਰ ਰਹੇ, ਅਸੀਂ ਉਹਨਾਂ ਦੇ ਨਾਲ ਵੀ ਗੱਲਾਂ ਕਰਾਂਗੇ। ਸੋ ਅੱਜ ਡਾਕਟਰ ਹੀਰਾ ਰੰਧਾਵਾ ਜੀ ਸਾਡੇ ਨਾਟਕਕਾਰ, ਨਿਰਦੇਸ਼ਕ, ਅਦਾਕਾਰ
ਇਹ ਸਾਡੇ ਨਾਲ ਸੀਗੇ। ਸੋ ਹੀਰਾ ਰੰਧਾਵਾ ਜੀ ਬਹੁਤ ਸ਼ੁਕਰੀਆ, ਤੇ ਕੱਲ ਆਪਾਂ ਫਿਰ ਮਿਲਦੇ ਹਾਂ ਦੋਸਤੋ। ਕੱਲ ਤੱਕ ਲਈ ਅਲਵਿਦਾ, ਬਹੁਤ ਸ਼ੁਕਰੀਆ ਜੀ।